ਸਾਂਭਦੇ। ਮੰਗ ਪਾਉਂਦੇ ਬੰਦੇ ਸੱਦ ਲੈਂਦੇ ਲਾਂਭਦੇ। ਵਾਢੀਆਂ ਦੇ ਦਿਨ ਦਾਣਾ ਪੱਕਾ ਸਾਂਭਦੇ। ਮੰਗ ਪਾਉਂਦੇ ਬੰਦੇ ਸੱਦ ਲੈਂਦੇ ਲਾਂਭਦੇ। ਉੱਚਾ ਬੋਲ ਵੇਖ ਕੇ ਧਮਾਲ ਪਾਵਣਾ। ਉੱਚਾ ਬੋਲ ਵੇਖ ਕੇ ਧਮਾਲ ਪਾਵਣਾ। ਗਾ ਕੇ ਖਲਵਾੜੇ ਆਪਾਂ ਮੇਲੇ ਜਾਵਣਾ। ਗਾ ਕੇ ਖਲਵਾੜੇ ਆਪਾਂ ਮੇਲੇ ਜਾਵਣਾ। ਬੋਲ ਆਪਾਂ ਵੇਚਣੇ ਪੜੋਲਾ ਭਰਨਾ। ਜੱਟ ਬੂਟ ਬੰਦੇ ਨਹੀਂ ਓਲਾ ਕਰਨਾ। ਬੋਲ ਆਪਾਂ ਵੇਚਣੇ ਪੜੋਲਾ ਭਰਨਾ। ਜੱਟ ਬੂਟ ਬੰਦੇ ਨਹੀਂ ਓਲਾ ਕਰਨਾ। ਝੋਲੀਆਂ ਨੇ ਚੱਕੀਆਂ ਇੱਥੋਂ ਹੀ ਖਾਵਣਾ। ਝੋਲੀਆਂ ਨੇ ਚੱਕੀਆਂ ਇੱਥੋਂ ਹੀ ਖਾਵਣਾ। ਗਾ ਕੇ ਖਲਵਾੜੇ ਉੱਚਾ ਬੋਲ ਲਾਵਣਾ। ਗਾ ਕੇ ਖਲਵਾੜੇ ਉੱਚਾ ਬੋਲ ਲਾਵਣਾ। संदली है पारदर्शी है सुनहरी है। संदली है पारदर्शी है सुनहरी है। नदी दी तोर दस दिंदी है ਉਹ ਕਿੰਨੀ ਕੁ ਗਹਿਰੀ ਹੈ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਬਲਵਿੰਦਰ। ਅੱਜ ਆਨਲਾਈਨ ਵਰਚੁਅਲ ਪੰਜਾਬੀ ਥੀਏਟਰ ਮੰਚ ਦੇ ਉੱਤੇ ਅਸੀਂ 26ਵੇਂ ਦਿਨ 'ਚ ਦਾਖਲ ਹੋਏ ਹਾਂ। ਲਗਾਤਾਰ 7 ਦਿਨਾਂ ਲਈ ਉਲੀਕਿਆ ਸੀ, 15 ਦਿਨ ਲਈ ਵੱਧ ਗਿਆ, ਹੁਣ 26 ਤੇ ਮੇਰੇ ਖਿਆਲ 'ਚ ਅਗਲਾ ਹਫਤਾ ਸਾਡੇ ਨਾਲ ਹੋਰ ਐਡ ਆਨ ਹੋ ਜਾਏਗਾ। ਔਰ ਇਸ 26 ਦਿਨਾਂ ਦੇ ਵਿੱਚ ਅਸੀਂ ਹਰ ਰੋਜ਼ ਕਮ ਸੇ ਕਮ 2 ਪਰਸਨੈਲਿਟੀਜ਼ ਨਾਲ ਅਸੀਂ ਤੁਹਾਡੇ ਰੂਬਰੂ ਹੁੰਦੇ ਹਾਂ ਜਾਂ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਔਰ ਅੱਜ 26ਵੇਂ ਦਿਨ ਦੇ ਵਿੱਚ ਸਾਡੇ ਕੋਲ 2 ਮੈਨਾਜ਼ ਹਸਤੀਆਂ ਆਈਆਂ ਨੇ, ਜਿਹੜੀਆਂ ਥੀਏਟਰ ਨਾਲ ਵੀ ਜੁੜੀਆਂ ਹੋਈਆਂ ਨੇ, ਫਿਲਮਾਂ ਨਾਲ ਵੀ ਜੁੜੀਆਂ ਹੋਈਆਂ ਨੇ। ਔਰ ਉਹ ਜਿਹੜੀ ਮਹਿਨਾਜ਼ ਹਸਤੀਆਂ ਦੀ ਜਿਹੜੀ ਸਾਡੀ ਤਰਤੀਬ ਹੈ ਉਹਦੇ ਵਿੱਚ ਅਸੀਂ, ਕਿਉਂਕਿ ਸਭ ਤੋਂ ਪਹਿਲਾਂ ਅਸੀਂ ਸੁਨਹਿਰੇ ਬੋਲ ਦੇ ਵਿੱਚ ਉਸ ਦਿਨ ਦੀ ਜਿਹੜੀ ਸੁਨਹਿਰੀ ਬੋਲ ਦੇ ਵਿੱਚ ਜਿਹੜੇ ਰੰਗਕਰਮੀ ਹੋਣਗੇ, ਅਦਾਕਾਰ ਹੋਣਗੇ, ਉਹਨਾਂ ਦੇ ਰੂਬਰੂ ਹੁੰਦੇ ਹਾਂ। ਉਹਨਾਂ ਤੋਂ ਆਸ਼ੀਰਵਾਦ ਦੇ ਰੂਪ ਦੇ ਵਿੱਚ ਕੁਝ ਸ਼ਬਦ ਲੈਂਦੇ ਹਾਂ। ਉਹ ਸਾਨੂੰ ਹੱਲਾਸ਼ੇਰੀ ਦਿੰਦੇ ਨੇ, ਸਾਨੂੰ ਹੌਸਲਾ ਦਿੰਦੇ ਨੇ ਤੇ ਸਾਡੇ ਵਰਚੁਅਲ ਮੰਚ ਨੂੰ ਅੱਗੇ ਤੋਰੀ ਰੱਖਣ ਵਾਸਤੇ ਕਿਤੇ ਸਾਨੂੰ ਊਰਜਾ ਤੇ ਐਨਰਜੀ ਸਪਲਾਈ ਕਰਦੇ ਰਹਿੰਦੇ ਨੇ। ਔਰ ਦੂਸਰਾ ਸੈਗਮੈਂਟ ਹੁੰਦਾ ਸਾਡਾ ਜੀ ਉਸੇ ਤਰ੍ਹਾਂ ਰੂਬਰੂ ਦਾ, ਜਿਹਦੇ ਵਿੱਚ ਅਸੀਂ ਉਸ ਦਿਨ ਦੀ ਪਰਸਨੈਲਿਟੀ, ਜਿਹੜੇ ਯੰਗ ਰੰਗਕਰਮੀ, ਯੰਗ ਮੰਚ ਦੇ ਉੱਤੇ ਕੰਮ ਕਰਨ ਵਾਲੇ ਅਦਾਕਾਰ, ਗੁਲੂਕਾਰ, ਕਲਾਕਾਰ ਜਾਂ ਰੰਗਮੰਚ ਦੇ ਕਿਤੇ ਬੈਕਗਰਾਊਂਡ ਦੇ ਵਿੱਚ ਜੁੜੇ ਹੋਈਆਂ ਜਿਹੜੀਆਂ ਇਹ ਮੰਚ ਦੀਆਂ ਹਸਤੀਆਂ ਨੇ, ਉਹਨਾਂ ਦੇ ਰੂਬਰੂ ਹੁੰਦੇ ਹਾਂ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਇੱਕ ਪਰਫਾਰਮੈਂਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਉਸ ਪਰਫਾਰਮੈਂਸ ਤੋਂ ਕਿਸ ਕਿਸਮ ਦਾ ਰਿਐਕਸ਼ਨ ਆਉਂਦਾ, ਕਿਸ ਕਿਸਮ ਦੀਆਂ ਟਿੱਪਣੀਆਂ ਆਉਂਦੀਆਂ ਨੇ, ਸਵਾਲ ਜਵਾਬ ਹੁੰਦੇ ਨੇ। ਅਸੀਂ ਨਾਲ ਦੀ ਨਾਲ ਫੇਸਬੁੱਕ ਵਾਲ ਦੇ ਉੱਤੋਂ ਉਹ ਸਵਾਲਾਂ ਨੂੰ ਲੈ ਕੇ ਉਸ ਰੰਗਕਰਮੀ ਜਿਸਨੇ ਉਹ ਪੇਸ਼ੇ ਨਜ਼ਰ ਦੇ ਵਿੱਚ ਇਹ ਗੱਲਬਾਤ ਕੀਤੀ ਹੁੰਦੀ ਹੈ ਜਾਂ ਇਹ ਪੇਸ਼ਕਾਰੀ ਕੀਤੀ ਹੁੰਦੀ ਹੈ, ਉਹਨਾਂ ਨਾਲ ਅਸੀਂ ਚਰਚਾ ਵਿਚਰਚਾ ਕਰਦੇ ਹਾਂ ਚੌਥੇ ਸੈਗਮੈਂਟ ਦੇ ਵਿੱਚ। ਉਸ ਤੋਂ ਬਾਅਦ ਸਾਡਾ ਮੰਚ ਗੀਤ ਹੁੰਦਾ ਔਰ ਐਂਕਰ ਤੁਹਾਡੇ ਤੋਂ ਸਮਾਪਨ ਦੇ ਰੂਪ ਦੇ ਵਿੱਚ ਵਿਦਾਇਗੀ ਲੈਂਦਾ। ਅੱਜ ਸਭ ਤੋਂ ਪਹਿਲਾਂ ਅਸੀਂ ਸੁਨਹਿਰੇ ਬੋਲ ਦੇ ਵਿੱਚ ਜਿਸ ਹਸਤੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਮੈਂ ਉਹਨਾਂ ਬਾਰੇ ਕਹਿ ਸਕਦਾ ਕਿ ਉਹ ਮੂਲ ਰੂਪ ਦੇ ਵਿੱਚ ਪੰਜਾਬੀ ਸਾਹਿਤ ਔਰ ਪੰਜਾਬੀ ਭਾਸ਼ਾ ਨੂੰ ਪੜ੍ਹਾਉਂਦੇ ਰਹੇ ਸਾਡੇ ਅਧਿਆਪਕ ਸਨ। ਔਰ ਉਹਨਾਂ ਨੇ ਲੰਬਾ ਸਮਾਂ DAV ਕਾਲਜ ਚੰਡੀਗੜ੍ਹ ਦੇ ਵਿੱਚ ਪੰਜਾਬੀ ਸਾਹਿਤ ਸਭਾ ਔਰ ਪੰਜਾਬੀ ਵਿਭਾਗ ਦੇ ਜਿਹੜੇ ਮੁਖੀ ਰਹੇ ਨੇ। ਔਰ ਉਸ ਤੋਂ ਬਾਅਦ ਉਹ ਪੰਜਾਬ ਯੂਨੀਵਰਸਿਟੀ ਦੇ ਥੀਏਟਰ ਡਿਪਾਰਟਮੈਂਟ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਰੂਪ 'ਚ ਕੰਮ ਕਰਦੇ ਰਹੇ ਨੇ। ਔਰ ਜਿਹੜੀ ਉਹਨਾਂ ਦੀ ਸਭ ਤੋਂ ਖੂਬਸੂਰਤੀ ਹੈ ਉਹਨਾਂ ਦੀ ਗੱਲ ਦੀ, ਕਿ ਉਹਨਾਂ ਨੇ ਕਈ ਸਾਰੀਆਂ ਕਿਤਾਬਾਂ ਖਾਸ ਤੌਰ ਤੇ ਸਿਰਜਨਾਤਮਕ ਸਾਹਿਤ ਨੂੰ ਲੈ ਕੇ ਔਰ ਆਲੋਚਨਾਤਮਕ ਸਾਹਿਤ ਨੂੰ ਲੈ ਕੇ ਲਿਖੀਆਂ, ਪੰਜਾਬੀ ਦੇ ਸਾਹਿਤ ਸੱਭਿਆਚਾਰ ਨੂੰ ਦਿੱਤੀਆਂ। ਔਰ ਸ਼ੌਕ ਦੇ ਤੌਰ ਤੇ ਸ਼ੌਕੀਆ ਰੂਪ ਦੇ ਵਿੱਚ ਉਹ ਰੰਗਮੰਚ ਨਾਲ ਜੁੜੇ। ਲੇਕਿਨ ਫਿਰ ਹੌਲੀ ਹੌਲੀ ਉਹਨਾਂ ਦੀ ਜਿਹੜੀ ਸੇਵਾ ਨਿਵਰਤੀ ਤੋਂ ਬਾਅਦ, ਉਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ, ਉਹਨਾਂ ਨੇ ਪੂਰੇ ਰੂਪ ਦੇ ਵਿੱਚ, ਖੁੱਲੇ ਰੂਪ ਦੇ ਵਿੱਚ ਫਿਲਮਾਂ ਨੂੰ ਤੇ ਰੰਗਮੰਚ ਨੂੰ
ਟੋਟਲੀ, ਜਿਹਨੂੰ ਅਸੀਂ ਕਹਿੰਦੇ ਆ ਵੀ ਪੂਰੇ ਸੰਪੂਰਨ ਰੂਪ ਦੇ ਵਿੱਚ ਅਪਣਾ ਲਿਆ। ਜੀ ਹਾਂ, ਉਹਨਾਂ ਦਾ ਨਾਮ ਹੈ ਡਾਕਟਰ ਸਵੇਰਾਜ ਸੰਧੂ। ਸੁਨਹਿਰੀ ਬੋਲਾਂ ਦੇ ਵਿੱਚ ਅਸੀਂ ਹੁੰਨੇ ਆ ਪਹਿਲਾਂ ਉਹਨਾਂ ਦੇ ਰੂਬਰੂ। ਬੋਹੇਮੀਅਨ ਯਾਨੀ ਅਨਕਨਵੈਨਸ਼ਨਲ ਲੋਕ ਜਿਹੜੇ ਕਲਾ ਦੀ ਦੁਨੀਆ ਨਾਲ ਜੁੜੇ ਹੋਏ ਆ, ਉਹਨਾਂ ਵੱਲੋਂ ਥੀਏਟਰ ਵਿੱਚ ਇਹ ਜਿਹੜੀ ਨਵੀਂ ਸ਼ੁਰੂਆਤ ਕੀਤੀ ਗਈ ਆ, ਮੈਂ ਉਹਨੂੰ ਜੀ ਆਇਆਂ ਆਖਦਾ। ਦਰਅਸਲ ਜ਼ਿੰਦਗੀ ਰੰਗਮੰਚ ਆ ਔਰ ਰੰਗਮੰਚ ਹੀ ਜ਼ਿੰਦਗੀ ਆ। ਰੰਗਮੰਚ ਜ਼ਿੰਦਗੀ ਦਾ ਪਾਰਟ ਐਂਡ ਪਾਰਸਲ ਆ। ਹਮੇਸ਼ਾ ਹੀ ਜਦੋਂ ਸੰਸਾਰ ਵਿੱਚ ਕੁਝ ਵੀ ਵਾਪਰਿਆ, ਨਵਾਂ ਕੁਝ ਹੋਇਆ ਵਾ, ਰੰਗਮੰਚ ਨੇ ਜ਼ਿੰਦਗੀ ਨੂੰ ਅਗਾਹ ਕੀਤਾ, ਲੋਕਾਂ ਨੂੰ ਗਾਈਡਲਾਈਨ ਦਿੱਤੀ। ਅੱਜ ਜਦੋਂ ਕਰੋਨਾ ਦੀ ਮਹਾਮਾਰੀ ਫੈਲੀ ਹੋਈ ਆ, ਲੋਕ ਘਰਾਂ ਵਿੱਚ ਤੜੇ ਹੋਏ ਆ, ਬੁਰੇ ਹਾਲ ਨੇ, ਡਿਪਰੈਸ਼ਨ ਹੋ ਰਿਹਾ, ਔਰ ਰੰਗਮੰਚ ਵੱਲੋਂ, ਰੰਗਕਰਮੀਆਂ ਵੱਲੋਂ ਇਹ ਜਿਹੜੀ ਨਵੇਂ ਪ੍ਰੋਸੈਸ ਦੀ ਸ਼ੁਰੂਆਤ ਆ, ਇਹ ਬੜੀ ਸ਼ਲਾਘਾਯੋਗ ਆ। ਮੈਨੂੰ ਯਾਦ ਆ ਜਦੋਂ ਵੰਡ ਵੇਲੇ ਸ਼ੁਰੇ ਚੱਲ ਰਹੇ ਸੀ, ਕਤਲੋ ਗਾਰਤ ਹੋ ਰਹੀ ਸੀ, ਉਸ ਵੇਲੇ ਪੀਪਲ ਥੀਏਟਰ ਦੇ ਲੋਕਾਂ ਨੇ ਗਲੀਆਂ ਵਿੱਚ ਜਾ ਕੇ ਨਾਟਕ ਕੀਤੇ, ਲੋਕਾਂ ਨੂੰ ਅਗਾਹ ਕੀਤਾ। ਉਸ ਵੇਲੇ ਖਵਾਜਾ ਅਹਿਮਦ ਅਬਾਸ ਦਾ ਲਿਖਿਆ ਇੱਕ ਨਾਟਕ ਮੈਂ ਕੌਣ ਹੂੰ ਬਹੁਤ ਪ੍ਰਚਲਿਤ ਹੋਇਆ। ਉਸ ਨਾਟਕ ਵਿੱਚ ਜਿਹੜਾ ਮੁੱਖ ਪਾਤਰ ਹੈਗਾ, ਉਹਦੇ ਛੁਰੇ ਵੱਜਦੇ ਆ, ਔਰ ਉਹ ਜੇ ਹਿੰਦੂ ਕੈਂਪ ਨੂੰ ਜਾਂਦਾ ਵਾ ਤਾਂ ਉਹਨੂੰ ਮੁਸਲਮਾਨ ਸਮਝ ਕੇ ਉੱਥੇ ਵੜਨ ਨਹੀਂ ਦਿੱਤਾ ਜਾਂਦਾ, ਜੇ ਮੁਸਲਮਾਨ ਕੈਂਪ ਵੱਲ ਜਾਂਦਾ ਉਹਨੂੰ ਹਿੰਦੂ ਸਮਝ ਕੇ ਉੱਧਰ ਵੜਨ ਨਹੀਂ ਦਿੱਤਾ ਜਾਂਦਾ। ਸੋ ਇਸ ਕਰਕੇ ਉਹ ਬਿਨਾਂ ਇਹ ਦੱਸਣ ਤੋਂ ਹੀ ਮਰ ਰਿਹਾ ਵਾ, ਇੱਕ ਸਵਾਲ ਖੜਾ ਕਰਕੇ ਮਰ ਰਿਹਾ ਵਾ ਕਿ ਮੈਂ ਆਖਰ ਹੈ ਕੌਣ, ਮੈਂ ਕੌਣ। ਸੋ ਅੱਜ ਜਿਹੜੀ ਇਹ ਸ਼ੁਰੂਆਤ ਹੋਈ ਆ ਰੰਗਮੰਚ ਵੱਲੋਂ, ਇਹ ਸ਼ਲਾਘਾਯੋਗ ਆ। ਸਿਰਫ ਸ਼ਲਾਘਾਯੋਗ ਹੀ ਨਹੀਂ, ਇਹਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਥੋੜੀ ਆ। ਮੈਂ ਸਮੂਹ ਕਲਾਕਾਰਾਂ ਨੂੰ ਉਹਨਾਂ ਦੇ ਇਸ ਯਤਨ ਨੂੰ ਵਧਾਈ ਦਿੰਦਾ ਵਾਂ ਔਰ ਆਸ ਕਰਦਾ ਵਾਂ ਕਿ ਉਹ ਇਸ ਕੰਮ ਦੇ ਵਿੱਚ ਸਕਸੈਸ ਵੀ ਹੋਣਗੇ ਔਰ ਇਸ ਨੂੰ ਜਾਰੀ ਰੱਖਣਗੇ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਸਵਰਾਜ ਸੰਧੂ ਸਾਹਿਬ, ਤੁਹਾਡੀ ਜਿਹੜੀ ਆਸ਼ੀਰਵਾਦ ਦਾ ਜਿਹੜਾ ਸ਼ਬਦ ਸੀਗੇ, ਜਿਹੜੇ ਅਲਫਾਜ਼ ਸੀਗੇ, ਉਹ ਸਾਨੂੰ ਹੱਲਾਸ਼ੇਰੀ ਦਿੰਦੇ ਰਹਿਣਗੇ, ਹੌਸਲਾ ਦਿੰਦੇ ਰਹਿਣਗੇ। ਉਹ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਜਦੋਂ ਅਸੀਂ ਆਨਲਾਈਨ ਹੁੰਨੇ ਆ, ਲਾਈਵ ਜਾ ਰਹੇ ਹੁੰਨੇ ਆ, ਤਾਂ ਬੜਾ ਕੁਝ ਦੇਖਣਾ ਬਣਦਾ। ਕਈ ਵਾਰੀ ਕੋਈ ਫਾਈਲ ਉੱਤੇ ਹੋ ਜਾਂਦੀ ਹੈ, ਕੋਈ ਥੱਲੇ ਹੋ ਜਾਂਦੀ ਹੈ, ਕੋਈ ਟੈਕਨੀਕੈਲਿਟੀ। ਅਕਸਰ ਇਹ ਹੁੰਦਾ ਹੈ ਕਿ ਅਸੀਂ ਛੋਟੇ ਹੁੰਦੇ ਦੇਖਦੇ ਹੁੰਦੇ ਸੀ ਜੋ ਦੂਰਦਰਸ਼ਨ ਉੱਤੇ ਲਿਖਦਾ ਵੀ ਉਹ ਜਦੋਂ ਕੋਈ ਗਲਤ ਪੱਟੀ ਲੱਗ ਜਾਂਦੀ ਸੀ ਤਾਂ ਲਿਖਿਆ ਵੀ ਰੁਕਾਵਟ ਕੇ ਲਈ ਖੇਦ ਹੈ। ਤੇ ਮੈਂ ਵੀ ਤੁਹਾਨੂੰ ਕਹਿਣਾ ਮੰਨਦਾ ਕਿ ਕਈ ਵਾਰੀ ਇਸ ਤਰ੍ਹਾਂ ਦੀ ਰੁਕਾਵਟਾਂ, ਜਿਵੇਂ ਕੱਲ ਅਸੀਂ ਜਿਸ ਅਦਾਕਾਰ ਨਾਲ ਰੂਬਰੂ ਹੋਣਾ ਸੀਗਾ, ਕੱਲ 2 ਵਾਰ ਇੰਨਾ ਮਤਲਬ ਮੇਜਰ ਫਾਲਟ ਆਇਆ ਕਿ ਅਸੀਂ ਉਹਨਾਂ ਨੂੰ ਉਵੇਂ ਉਸ ਹਿਸਾਬ ਨਾਲ ਪੇਸ਼ ਹੀ ਨਹੀਂ ਕਰ ਸਕੇ। ਇਸ ਲਈ ਰੱਬ ਕਰਕੇ ਤੁਰੀਦਾ ਹੁੰਦਾ ਹੈ ਕਿ ਜਿਹੜਾ ਲਾਈਵ ਹੈ ਇਹ ਸਿੱਧਾ ਜਾਂਦਾ ਰਹੇ। ਔਰ ਲਾਈਵ ਦਾ ਇੱਕ ਕਹਿੰਦੇ ਹੁੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਰਿਸਕ ਜਦੋਂ ਹੁੰਦਾ ਉਦੋਂ ਮਜ਼ਾ ਵੀ ਬਹੁਤ ਆਉਂਦਾ। ਇਸ ਲਈ ਇਹ ਜਿਹੜਾ ਲਾਈਵ ਦਾ ਰਿਸਕ ਆ, ਕਿਉਂਕਿ ਤੁਹਾਡੇ ਨਾਲ ਜੁੜਨ ਦਾ ਜਿਹੜਾ ਰਿਸਕ ਆ, ਤੁਹਾਡੇ ਨਾਲ ਜੁੜਨ ਦਾ ਰਸਕ ਹੈ, ਉਹ ਸਾਨੂੰ ਮਿਲਦਾ ਰਹਿੰਦਾ। ਅੱਜ ਜਿਸ ਫਨਕਾਰਾਂ ਨਾਲ ਅਸੀਂ ਮਿਲਣ ਜਾ ਰਹੇ ਹਾਂ, ਜਿਸ ਦੇ ਰੂਬਰੂ ਹੋਣ ਜਾ ਰਹੇ ਹਾਂ, ਜਿਨ੍ਹਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਉਹਨਾਂ ਬਾਰੇ ਮੈਂ ਕਹਿ ਸਕਦਾ ਕਿ ਉਹ ਬਹੁਤ ਯੰਗ ਕਲਾਕਾਰ ਨੇ, ਅਦਾਕਾਰ ਕਮਾਲ ਦੇ ਨੇ। ਮੈਨੂੰ 2 ਉਹਨਾਂ ਦੀਆਂ ਪੇਸ਼ਕਾਰੀਆਂ ਦੇਖਣ ਦਾ ਮੌਕਾ ਮਿਲਿਆ ਸਟੇਜ ਤੇ ਮੈਂ ਇੰਨਾ ਡੁੱਬ ਗਿਆ ਉਹਨਾਂ ਦੀ ਜਿਹੜੀ ਪੇਸ਼ਕਾਰੀ ਦੇ ਵਿੱਚ ਕਿ ਮੈਨੂੰ ਲੱਗਿਆ ਕਿ ਯਾਰ ਕਲਾਕਾਰ ਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਮੰਚ ਦੇ ਉੱਤੇ ਇਸ ਤਰ੍ਹਾਂ ਦੀ ਹੀ ਪੇਸ਼ਕਾਰੀ ਹੋਣੀ ਚਾਹੀਦੀ ਹੈ ਜਿਹੜੀ ਤੁਹਾਡੇ ਧੁਰ ਰੂਹ ਤੱਕ ਉਤਰ ਜਾਵੇ। ਜੀ ਹਾਂ, ਬਹੁਤ ਯੰਗ ਵਰਸਟਾਈਲ ਜਿਹੜੇ ਕਲਾਕਾਰ ਅੰਜਲੀ ਸਿੰਘ ਹੋਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਰਿੰਦਰ ਜੀ, ਕਿਵੇਂ ਹੋ? ਠੀਕ ਹੋ? ਬਸ ਠੀਕ ਠਾਕ, ਬਹੁਤ ਵਧੀਆ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੀ, ਗੁਰਵਿੰਦਰ ਜੀ ਦੀ, ਜਿਨ੍ਹਾਂ ਨੇ ਅੱਜ ਮੈਨੂੰ ਮੌਕਾ ਦਿੱਤਾ ਸਾਰਿਆਂ ਦੇ ਰੂਬਰੂ ਹੋਣ ਦਾ। ਅੰਦਰ ਘਰਾਂ 'ਚ ਬੈਠੇ, ਜਦੋਂ ਕਿ ਕੋਈ ਪਲੇ ਨਹੀਂ ਹੋ ਰਹੇ, ਸਟੇਜ ਤੇ ਕੁਛ ਨਹੀਂ ਹੈਗਾ, ਤੇ ਉਸ ਦੌਰਾਨ ਇੱਕ ਸਾਰਿਆਂ ਨਾਲ ਰੂਬਰੂ ਹੋ ਸਕੀਏ, ਪਰਫਾਰਮੈਂਸਸ ਦੇਖ ਸਕੀਏ, ਪਰਫਾਰਮੈਂਸਸ ਦੇ ਸਕੀਏ, ਵੇਖ ਵੀ ਸਕੀਏ ਤੇ ਦੇ ਵੀ ਸਕੀਏ। ਤੇ ਗੁਰਵਿੰਦਰ ਜੀ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ। ਤੇ ਹੋਪਫੁਲੀ ਗੋਡ ਮੇ ਬਲੈਸ ਯੂ ਕਿ ਤੁਸੀਂ ਇਹ ਜਿਹੜਾ ਉਪਰਾਲਾ ਕੀਤਾ ਹੈ, ਇਹ ਤੁਹਾਡਾ ਅੱਗੇ ਹੋਰ ਜ਼ਿਆਦਾ ਸਕਸੈਸਫੁਲ ਹੋਵੇ ਤੇ ਵਧੀਆ ਚੱਲੇ।
ਥੈਂਕ ਯੂ। ਅੰਜਲੀ, ਮੈਨੂੰ ਇਹ ਦੱਸੋ, ਪਿਛਲੇ ਦਿਨੀ ਜਿਹੜੇ ਪਿਛਲੇ 4-5 ਮਹੀਨੇ ਸੀਗੇ, ਇਸ 5 ਮਹੀਨਿਆਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਪੂਰੇ ਵਿਸ਼ਵ ਦਾ ਜਿਹੜਾ ਰੰਗਮੰਚ ਹੈ ਨਾ, ਉਹ ਆਮ ਜ਼ਿੰਦਗੀ ਦਾ ਰੰਗਮੰਚ, ਉਹ ਇੱਕ ਅਣਦਿਸਤ ਦੇ ਕਲਾਕਾਰ ਨੇ ਬਿਲਕੁਲ ਹੀ ਟੋਟਲੀ ਚੇਂਜ ਕਰਤਾ, ਬਦਲਤਾ। ਪਰ ਬਹੁਤ ਸਾਰੇ ਜਿਹੜੇ ਸਾਡੇ ਵਰਗੇ ਲੋਕ ਨੇ, ਜਿਹੜੇ ਘਰੇ ਬੈਠ ਕੇ ਕਿਤਾਬਾਂ ਨਾਲ ਜੁੜ ਗਏ, ਕਲਾ ਨਾਲ ਜੁੜੇ, ਰੰਗ ਨਾਲ ਜੁੜੇ, ਰੰਗਾਂ ਨਾਲ ਜੁੜੇ। ਤੁਸੀਂ ਵੀ ਕਿਉਂਕਿ ਇੱਕ ਰੰਗ ਕਰਮੀ ਹੋ, ਇੱਕ ਅਦਾਕਾਰ ਹੋ, ਤੁਹਾਡੇ ਲਈ ਜਿਹੜਾ ਇਹ ਲੋਕਡਾਊਨ ਦਾ ਜਿਹੜਾ ਕਾਲ ਸੀਗਾ, ਟਾਈਮ ਸੀਗਾ, ਇਹਦੇ ਵਿੱਚ ਤੁਹਾਨੂੰ ਲੱਗਿਆ ਕਿ ਕਿੰਨਾ ਕੁ ਗਵਾਇਆ ਤੇ ਕਿੰਨਾ ਕੁ ਖੱਟਿਆ? ਤੁਸੀਂ ਕੋਈ ਲੇਖਾ ਜੋਖਾ ਕੀਤਾ ਇਹਨਾਂ 4 ਮਹੀਨਿਆਂ 'ਚ ਜਾਂ 3 ਮਹੀਨਿਆਂ 5 ਮਹੀਨਿਆਂ 'ਚ? ਬਲਵਿੰਦਰ ਜੀ, ਪਹਿਲਾਂ ਤਾਂ ਮੈਂ ਕਹੂੰਗੀ ਤੁਸੀਂ ਬਹੁਤ ਖੂਬਸੂਰਤ ਸਵਾਲ ਚੁਣਿਆ ਇਹ ਗੱਲਬਾਤ ਸ਼ੁਰੂ ਕਰਨ ਲਈ। ਤੇ ਮੈਂ ਜਿਸ ਚੀਜ਼ ਨਾਲ ਨਾ ਆਪਣੀ ਗੱਲ ਸ਼ੁਰੂ ਕਰਨਾ ਚਾਹੁੰਦੀ ਹਾਂ, ਮੈਂ ਇੱਥੇ ਕੁਛ ਤੁਹਾਨੂੰ 2 ਲਾਈਨਾਂ ਕਹਿਣਾ ਚਾਹੂੰਗੀ ਕਿ ਬਈ ਇਰਸ਼ਾਦ ਕਿਹਾ ਕਿ ਬਈ ਕਿਵੇਂ ਕੀਤਾ, ਜਾਂ ਇਹ 4 ਮਹੀਨਿਆਂ 'ਚ ਕੀ ਅਜਿਹਾ ਕੀਤਾ। ਤਾਂ ਸੀ ਮਤਲਬ ਮੈਂ ਕੁਛ ਲਿਖਦੀ ਰਹਿੰਦੀ ਹਾਂ, ਤਾਂ ਉਹਦੀਆਂ 2 ਲਾਈਨਾਂ ਸੀਗੀਆਂ, आओ दूर रहकर नजदीकियों की गहराइयां मापे, फुर्सत भी है जरूरत भी है, क्यों ना थोड़ा खुद में झांके। वाह। ਤੇ ਇਹ ਮੇਰੀ ਕੋਸ਼ਿਸ਼ ਸੀ ਕੁੱਲ ਮਿਲਾ ਕੇ, ਤੁਸੀਂ ਕਹੋਗੇ ਇਸ ਦੇ ਦੌਰਾਨ, ਬਿਕੋਜ਼ ਮੈਨੂੰ ਲੱਗਦਾ ਹੈ ਕਿ ਅਸੀਂ ਜ਼ਿੰਦਗੀ 'ਚ ਜੋ ਸਾਡੇ ਸਾਰੇ ਕੰਮ ਚੱਲ ਰਹੇ ਹੁੰਦੇ ਨੇ, ਅਸੀਂ ਬਿਜ਼ੀ ਹੁੰਨੇ ਆ, ਚਾਹੇ ਥੀਏਟਰ ਹੈ, ਚਾਹੇ ਉਸ ਤੋਂ ਇਲਾਵਾ ਆਪਣੇ ਆਪਣੇ ਸਾਡੇ ਜਿਹੜੇ ਵੀ ਕੰਮ ਨੇ, ਅਸੀਂ ਉਹਨਾਂ 'ਚ ਬਿਜ਼ੀ ਆ, ਘਰ ਹੈ, ਬੱਚੇ ਹੈ, ਰਿਸਪੌਂਸਿਬਿਲਿਟੀਜ਼ ਨੇ। ਤੇ ਉਹਦੇ 'ਚ ਅਸੀਂ ਨਾ ਕਿਤੇ ਆਪਣੇ ਆਪ ਦੇ ਵਿੱਚ ਝਾਕਣ ਦਾ ਜਾਂ ਆਪਣੇ ਆਪ ਨੂੰ ਇੰਪਰੂਵ ਕਰਨ ਦਾ ਕੋਈ ਸਮਾਂ ਸ਼ਾਇਦ ਕੱਢ ਪਾਉਂਦੇ ਆ। ਜਿਹੜਾ ਕੱਢ ਪਾਉਂਦਾ ਹੈ ਉਹ ਸਲਾਮ ਦੇ ਕਾਬਿਲ ਹੈ, ਬਟ ਮੈਨੂੰ ਲੱਗਦਾ ਹੈ ਕਿ ਮੈਂ ਸ਼ਾਇਦ ਨਹੀਂ ਕੱਢ ਪਾ ਰਹੀ ਸੀ, ਜਾਂ ਮੈਨੂੰ ਨਹੀਂ ਮਿਲ ਪਾ ਰਿਹਾ ਸੀਗਾ। ਉਹ ਇਹਨਾਂ 3 ਜਾਂ 4 ਮਹੀਨਿਆਂ 'ਚ ਮਿਲਿਆ ਤੁਹਾਨੂੰ ਉਹ ਮੌਕਾ? ਉਹ ਮੈਨੂੰ ਮਿਲਿਆ, ਤੇ ਮੇਰਾ ਜਿਹੜਾ ਸੀਗਾ ਨਾ ਕਿ ਮੈਂ ਆਪਣੇ ਆਪ ਤੇ ਕੰਮ ਕਰਾਂ। ਮੈਨੂੰ ਲੱਗਦਾ ਸੀਗਾ ਕਿ ਮੈਨੂੰ ਸ਼ਾਇਦ ਆਪਣੇ ਆਪ ਨੂੰ ਹਲੇ ਹੋਰ ਮਤਲਬ ਜਾਣਨ ਦੀ ਲੋੜ ਹੈ, ਇੱਕ ਸੈਂਸਿਟੀਵਿਟੀ ਨਾਲ ਜਾਣਨ ਦੀ ਲੋੜ ਹੈ। ਹਰੇਕ ਇਨਸਾਨ 'ਚ ਕੁਝ ਕਮੀਆਂ, ਕੁਝ ਖਾਮੀਆਂ ਹੁੰਦੀਆਂ ਨੇ, ਕਿਉਂ ਨਾ ਉਹਨਾਂ ਤੇ ਕੰਮ ਕੀਤਾ ਜਾਏ। ਬਿਲਕੁਲ। ਟੂ ਬੀ ਵੈਰੀ ਫਰੈਂਕ, ਮੈਨੂੰ ਲੱਗਦਾ ਸੀ ਮੇਰੇ 'ਚ ਐਂਗਰ ਜ਼ਿਆਦਾ ਹੈ, ਜਾਂ ਮੇਰੇ 'ਚ ਐਂਗਜ਼ਾਇਟੀ ਜ਼ਿਆਦਾ ਹੈ। ਮਤਲਬ ਕਿਵੇਂ ਇਹਨਾਂ ਚੀਜ਼ਾਂ ਨਾਲ ਮੈਂ ਕੁਛ ਇਸ ਦੌਰਾਨ ਮੈਡੀਟੇਸ਼ਨਸ ਨਾਲ ਵੀ ਜੁੜੀ, ਤੇ ਪ੍ਰਾਣਾਯਾਮ ਨਾਲ ਜੁੜੀ, ਤੇ ਘੰਟਾ ਇੱਕ 1.5 ਘੰਟਾ ਇਹਨਾਂ ਚੀਜ਼ਾਂ ਨੂੰ ਆਪਣੇ ਆਪ 'ਚ ਉਤਾਰਨਾ, ਤੇ ਆਪਣੇ ਆਪ ਨੂੰ ਰਿਅਲਾਈਜ਼ ਕਰਨਾ ਕਿ ਮੇਰੇ ਅੰਦਰ ਕੀ ਚੱਲ ਰਿਹਾ ਤੇ ਕਿਉਂ ਚੱਲ ਰਿਹਾ। ਮਤਲਬ ਅੰਦਰ ਦੀ ਯਾਤਰਾ ਹੋਈ। ਬਿਲਕੁਲ। ਤੇ ਮੈਂ ਉਸ ਦਾ ਤੁਸੀਂ ਕਹਿ ਲਓ ਕਿ ਜੋ ਮੇਰੇ ਤੇ ਇੰਪੈਕਟ ਆ ਰਿਹਾ ਹੈ, ਜਾਂ ਉਹਦੇ ਜੋ ਰਿਜ਼ਲਟਸ ਨੇ, ਮੈਨੂੰ ਕਿਤੇ ਉਹ ਵੀ ਦਿਖਣੇ ਸ਼ੁਰੂ ਹੋਏ ਆ, ਮਹਿਸੂਸ ਹੁੰਦੇ ਆ ਮੇਰੇ ਆਫਿਸ, ਮੇਰੇ ਆਸ-ਪਾਸ ਵਾਲਿਆਂ ਨੂੰ ਵੀ। ਮੇਰਾ ਹੀ ਸਵਾਲ ਸੀ, ਜਿਹੜੇ ਬਹੁਤ ਨੇੜੇ ਨੇ, ਤੁਹਾਡੀ ਬਿਟੀਆ ਹੈ, ਤੁਹਾਡੇ ਹਸਬੈਂਡ ਨੇ, ਉਹਨਾਂ ਨੇ ਕਿਹਾ, ਤੁਹਾਨੂੰ ਦੱਸਿਆ ਵੀ ਤੇਰੇ 'ਚ, ਤੁਹਾਡੇ 'ਚ ਚੀਜ਼ਾਂ ਬਦਲ ਰਹੀਆਂ ਨੇ ਜਾਂ ਇੰਪਰੂਵਮੈਂਟ ਆਇਆ? ਮੈਂ ਸਪੈਸੀਫਿਕਲੀ ਟੂ ਬੀ ਓਨੈਸਟ ਮੈਂ ਸਵਾਲ ਨਹੀਂ ਕੀਤਾ। ਸੱਚੀ, ਮੈਂ ਸੱਚਾ ਹੀ ਪੁੱਛਣਾ। ਹੁਣ ਮੈਂ ਜ਼ਰੂਰ ਸਵਾਲ ਕਰਾਂਗੀ, ਬਟ ਜੇ ਤੁਸੀਂ ਮੇਰਾ ਸੱਚਾ ਮਾਪਦੰਡ ਪੁੱਛੋ ਵੀ ਮੇਰੀਆਂ ਕੀ ਮੇਜਰਮੈਂਟ ਨੇ, ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ 40 ਤੋਂ 50% ਕੁਝ ਚੀਜ਼ਾਂ ਜਿਹੜੀਆਂ ਮੈਨੂੰ ਤੰਗ ਕਰ ਰਹੀਆਂ ਸੀ, ਜਾਂ ਮੇਰੇ ਆਸ-ਪਾਸ ਤੰਗ ਹੋ ਰਹੀਆਂ ਸੀਗੀਆਂ, ਉਹਨਾਂ ਨੂੰ ਇੰਪਰੂਵ ਕਰਨ 'ਚ ਮੈਂ ਇੰਨੀ ਕੁ ਕਾਮਯਾਬ ਤੇ ਹੋਈ ਹਾਂ, ਤੇ ਬਾਕੀ 50% ਤੇ ਕੰਮ ਜਾਰੀ ਹੈ। ਮੈਨੂੰ ਲੱਗਦਾ 40-50% ਤੇ ਬਹੁਤ ਵੱਡਾ ਅੰਕੜਾ ਹੁੰਦਾ। ਬਿਲਕੁਲ, ਮੈਂ ਮੰਨਦੀ ਹਾਂ ਜੀ, ਇੰਨਾ ਕੁ ਤਾਂ ਮੈਂ ਅਚੀਵ ਕੀਤਾ ਹੈ। ਵਾਹ। ਅੱਛਾ, ਰੰਗਮੰਚ, ਕਿਉਂਕਿ ਅੰਜਲੀ, ਇਹ ਸਾਡਾ ਜਿਹੜਾ ਜ਼ਰੀਆ ਹੈ, ਸਾਡਾ ਬਹਾਨਾ, ਉਹ ਵਰਚੁਅਲ ਮੰਚ ਦੇ ਉੱਤੇ ਅਸੀਂ ਇਕੱਠੇ ਹੋਏ ਹਾਂ, ਰੂਬਰੂ ਹੋਣ ਦਾ, ਮੈਨੂੰ ਵੀ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ। ਔਰ ਬਹੁਤ ਸਾਰੇ ਸਾਡੇ ਦੋਸਤ ਨੇ, ਮੋਸਟਲੀ ਰੰਗਮੰਚ ਨਾਲ ਜੁੜੇ ਹੋਏ ਸਾਡੇ ਦੋਸਤ ਨੇ, ਉਹ ਲਾਈਵ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਤੁਹਾਨੂੰ ਦੇਖ ਰਹੇ ਨੇ, ਉਹ ਸਵਾਲ ਵੀ ਕਰ ਰਹੇ ਨੇ। ਮੈਂ ਇਹ ਸਵਾਲ ਤੁਹਾਨੂੰ ਬਾਅਦ ਦੇ ਵਿੱਚ ਕਰੂੰਗਾ। ਇਸ ਰੰਗਮੰਚ ਨੂੰ ਲੈ ਕੇ ਵੀ ਅੰਦਰ ਕੋਈ ਇੰਪਰੂਵਮੈਂਟ ਆਈ ਆ, ਜਾਂ ਵੀ ਮੈਂ ਕੁਝ ਸਕ੍ਰਿਪਟਾਂ ਆਈਆਂ, ਜਾਂ ਕੁਝ ਥਾਟ ਆਇਆ, ਜਾਂ ਕੁਝ ਇਦਾਂ ਦਾ ਆਇਆ ਕਿ ਮੈਨੂੰ ਆਈਡੀਆ ਹੈ ਕਿ ਮੈਂ ਹੁਣ ਆਉਣ ਵਾਲੇ ਸਮੇਂ 'ਚ ਜਦੋਂ ਬਾਹਰ ਨਿਕਲਾਂਗੀ, ਜਾਂ ਜਦੋਂ ਪਬਲਿਕ ਸਪੇਸ ਤੇ ਜਾਵਾਂਗੀ, ਉਦੋਂ ਵੀ ਕੁਝ ਨਵੇਂ ਐਕਸਪੈਰੀਮੈਂਟ ਹੋਣਗੇ? ਇਦਾਂ ਦੇ ਕੋਈ ਆਈਡੀਆਜ਼ ਤੁਹਾਨੂੰ ਮਿਲੇ, ਜਾਂ ਕਿਤੇ ਲਾਈਟ ਹੋਏ ਅੰਦਰ, ਮਨ ਦੇ ਵਿੱਚ ਰੋਸ਼ਨ ਹੋਏ? ਫ੍ਰੈਂਕਲੀ ਬਲਵਿੰਦਰ ਜੀ, ਏਦਾਂ ਹੈ ਵੀ ਹੁਣ ਪਿਛਲੇ ਕੁਝ ਸਮੇਂ ਤੋਂ ਤੁਸੀਂ ਲਾ ਲਓ ਕਿ 1.5 ਸਾਲ ਤੋਂ ਮੇਰੀ ਥੋੜੀ ਜਿਹੀ ਰੰਗਮੰਚ ਨਾਲ ਤੁਸੀਂ ਕਹਿ ਲਓ ਕਿ ਮੈਨੂੰ ਮੇਰਾ ਬ੍ਰੇਕ ਚੱਲ ਰਿਹਾ ਸੀ, ਯੂ ਕੈਨ ਸੇ।
ਤੇ ਉਸਦੇ ਵਿੱਚ ਕਿਉਂਕਿ ਥੋੜਾ ਕੰਮ 'ਚ ਜ਼ਿਆਦਾ ਬਿਜ਼ੀ ਸੀ, ਥੀਏਟਰ ਨੂੰ ਹਮੇਸ਼ਾ ਪੈਸ਼ਨੇਟਲੀ ਕੀਤਾ, ਇੱਕ ਅੰਤਰ ਆਤਮਾ ਦੀ ਖੁਸ਼ੀ ਲਈ ਕੀਤਾ, ਕਦੇ ਪੈਸੇ ਲਈ ਜਾਂ ਪੈਸਾ ਥੀਏਟਰ 'ਚ ਉਹ ਹੈ ਵੀ ਨਹੀਂ ਕਿ ਸਾਡੀ ਰੋਜ਼ੀ ਰੋਟੀ ਚੱਲ ਸਕੇ। ਹਾਂ ਤੇ ਉਸ ਬਿਲਕੁਲ। ਤੋਂ ਇਲਾਵਾ ਜਿਹੜਾ ਮੇਰਾ ਟ੍ਰੇਨਿੰਗਸ ਦਾ ਕੰਮ ਹੈ ਜਾਂ ਮੇਰੀਆਂ ਬੱਚਿਆਂ ਨਾਲ ਜਿਹੜੀਆਂ ਵਰਕਸ਼ਾਪਸ ਚੱਲਦੀਆਂ ਨੇ, ਹੂੰ ਹੂੰ ਆਬਵੀਅਸਲੀ ਉਹਨਾਂ ਤੇ ਕੁਝ ਕ੍ਰੀਏਟਿਵ ਆਈਡੀਆਜ਼ ਕੱਢੇ ਕਿ ਬਈ ਹੁਣ ਜੇ ਇਹ ਸਥਿਤੀ ਵਾਪਰ ਗਈ ਹੈ ਜਾਂ ਕੁਝ ਚੇਂਜਸ ਆ ਰਹੇ ਨੇ, ਤਾਂ ਹੂੰ ਹੁਣ ਇਹ ਅਗਲੀਆਂ ਚੀਜ਼ਾਂ ਕਿਵੇਂ ਚੱਲਣਗੀਆਂ, ਕੀ ਇੰਪਰੂਵਮੈਂਟਸ ਲਿਆਂਦੀਆਂ ਜਾ ਸਕਦੀਆਂ, ਕੀ ਚੇਂਜਸ ਲਿਆਂਦੇ ਜਾ ਸਕਦੇ ਨੇ, ਕਿਵੇਂ ਹੁਣ ਅੱਗੇ ਬੱਚਿਆਂ ਨਾਲ ਜੁੜਿਆ ਜਾਏਗਾ, ਜਾਂ ਜੋ ਹੂੰ ਟ੍ਰੇਨਿੰਗ ਸਾਡੀਆਂ ਚੱਲ ਰਹੀਆਂ ਸੀ ਹੂੰ ਸਕੂਲ ਚ, ਹੂੰ ਕਾਲਜਸ ਜਾਂ ਕਾਰਪੋਰੇਟਸ ਨਾਲ ਜੁੜੇ ਹੋਏ ਸੀ, ਤਾਂ ਉੱਥੇ ਕੀ ਨਵੇਂ ਆਈਡੀਆਜ਼ ਲਗਾ ਕੇ ਅਸੀਂ ਉਹਨਾਂ ਨਾਲ ਜੁੜ ਸਕੀਏ। ਪੈਸਾ ਨਾ ਕਮਾਈਏ ਤਾਂ ਐਟਲੀਸਟ ਕੰਟਰੀਬਿਊਟ ਤਾਂ ਕਰੀਏ। ਇਹ ਟਾਈਮ ਐਸਾ ਹੈ ਕਿ ਲਾਜ਼ਮੀ ਤੌਰ ਤੇ ਤੁਹਾਨੂੰ ਫਾਇਦਾ ਹੋਇਆ ਇਸ ਗੱਲ ਦਾ। ਜੀ ਬਿਲਕੁਲ, ਮੈਂ ਇਸ ਚੀਜ਼ ਨੂੰ ਕਹੂੰਗੀ ਕਿ ਜਿਵੇਂ ਮੈਂ ਹੁਣ ਵੀ ਪਹਿਲਾਂ ਡਿਸਕਸ ਕਰ ਰਹੀ ਸੀ ਕਿ ਜਦੋਂ ਵੀ ਕੋਈ ਆਪਣੇ ਤੇ ਮਾੜਾ ਵਕਤ ਆਉਂਦਾ ਹੈ ਜਾਂ ਕਠਿਨ ਸਥਿਤੀਆਂ ਆਪਾਂ ਨੂੰ ਆ ਕੇ ਘੇਰਦੀਆਂ ਨੇ ਲਾਈਫ 'ਚ, ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਜ਼ਿਆਦਾ ਕ੍ਰੀਏਟਿਵ ਹੋ ਜਾਂਦੇ ਹਾਂ, ਅਸੀਂ ਜ਼ਿਆਦਾ ਸੋਲਿਊਸ਼ਨਸ ਬਾਰੇ ਸੋਚਦੇ ਹਾਂ, ਅਸੀਂ ਨਵੀਆਂ ਪਰ ਚੀਜ਼ਾਂ ਕੁਛ ਲੱਭਦੇ ਹਾਂ। ਕੁਛ ਲੋਕ ਹਾ ਹੀ ਰੌਲਾ ਬਹੁਤ ਪਾਉਂਦੇ ਨੇ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ, ਦੇਖੋ ਕੁਛ ਨਹੀਂ ਹੋ ਰਿਹਾ, ਅਸੀਂ ਤੇ ਅੰਦਰ ਵੜ ਗਏ, ਫਸ ਗਏ ਆ, ਕਈ ਲੋਕ ਤੇ ਜ਼ਿਆਦਾ ਬਲਕਿ ਉਲਟਾ ਫਰਸਟ੍ਰੇਸ਼ਨ ਜਾਂ ਅਗਰੈਸ਼ਨ ਲੈਵਲ ਵੱਧ ਜਾਂਦਾ ਉਹਨਾਂ ਦਾ। ਇਹ ਵੀ ਠੀਕ ਹੈ ਜੀ, ਆਪਣਾ ਆਪਣਾ ਵੇਖਣ ਦਾ ਨਜ਼ਰੀਆ ਹੈ, ਆਪਾਂ ਇਸ ਨਜ਼ਰੀਏ ਨੂੰ ਗਲਤ ਨਹੀਂ ਕਹਿ ਸਕਦੇ। ਆਪਾਂ ਜ਼ਿੰਦਗੀ ਨੂੰ ਕਿਵੇਂ ਲੈ ਰਹੇ ਹਾਂ, ਜਿਹੜੇ ਸਰਕਮਸਟੈਂਸਸ ਆਪਣੇ ਅੱਗੇ ਆ ਰਹੇ ਨੇ, ਆਪਣੀ ਲਾਈਫ ਦੇ ਅੱਗੇ ਜਿਹੜੇ ਮੋੜ ਆ ਰਹੇ ਨੇ, ਕਈ ਵਾਰੀ ਉਹ ਮੋੜ ਸਭ ਦੇ ਅੱਗੇ ਸਿਮਿਲਰ ਹੁੰਦੇ ਨੇ, ਜਿਵੇਂ ਹੁਣ ਇਹ ਸਹੀ ਲੋਕਡਾਊਨ ਦਾ ਆਇਆ ਹਨਾ, ਬਟ ਉਹਨੂੰ ਆਪਾਂ ਕਿਵੇਂ ਲੈ ਰਹੇ ਹਾਂ ਸਾਡੇ ਤੇ ਬਹੁਤ ਡਿਪੈਂਡ ਕਰਦਾ ਹੈ, ਬਹੁਤ ਜ਼ਿਆਦਾ ਬਿਲਕੁਲ ਡਿਪੈਂਡ ਕਰਦਾ ਹੈ। ਬਿਲਕੁਲ ਜੇ ਮੈਂ ਬਿਲਕੁਲ ਉਸ ਤੋਂ, ਕਿਉਂਕਿ ਦੇਖੋ ਬਹੁਤ ਚੀਜ਼ਾਂ ਸਫਰ ਕੀਤੀਆਂ ਨੇ, ਨੋ ਡਾਊਟ, ਲੋਕਾਂ ਦੀ ਅਰਨਿੰਗਸ ਤੇ ਇੰਪੈਕਟ ਆ ਅਸਰ ਗਿਆ, ਹੋਇਆ, ਉਹਨਾਂ ਦੇ ਅਸਰ ਕੰਮਕਾਰਾਂ ਹੋਇਆ। ਤੇ ਇੰਪੈਕਟ ਆਇਆ ਹਾਂ, ਹੈ ਨਾ, ਕਿੱਥੇ ਬਾਹਰ ਜਾਣਾ। ਲੇਬਰ ਕਲਾਸ ਸਫਰ ਹੋਈ ਆ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਤੇ ਲੇਕਿਨ ਉਹਨਾਂ ਤੋਂ ਇਲਾਵਾ ਜੇ ਆਪਾਂ ਇਹ ਦੇਖੀਏ ਕਿ ਜਿਹੜਾ ਇਹ ਠਹਿਰਾਵ ਸਾਨੂੰ ਮਿਲਿਆ, ਹੁਣ ਇਸ ਠਹਿਰਾਵ ਚੋਂ ਪੋਜ਼ਿਟਿਵਿਟੀ ਕੀ ਕੱਢੀ ਜਾ ਸਕਦੀ ਹੈ? ਠਹਿਰਾਵ ਤਾਂ ਆ ਗਿਆ, ਇਹ ਬੇਸ਼ਕੀਮਤੀ ਰੁਕ ਹੈ, ਗਿਆ, ਬੇਸ਼ਕੀਮਤੀ ਹੈ, ਇਹਦੀ ਕੋਈ ਕੀਮਤ ਨਹੀਂ ਹੈ। ਇਹਨੂੰ ਇਹਨੂੰ ਅਸੀਂ ਨਹੀਂ ਬਦਲ ਸਕਦੇ। ਇਹ ਆਪਣੇ ਨਹੀਂ ਆਪ ਬਦਲੇਗਾ, ਸਮੇਂ ਨਾਲ ਬਦਲੇਗਾ, ਸਰਕਮਸਟੈਂਸਸ ਦੇ ਨਾਲ ਚੇਂਜ ਹੋਏਗਾ, ਬਟ ਹੁਣ ਉਹਦੇ ਨਾਲ ਲੜਨ ਦੀ ਬਜਾਏ ਜੇ ਅਸੀਂ ਬਿਲਕੁਲ ਇਹ ਸੋਚੀਏ ਕਿ ਵੀ ਜਦੋਂ ਇਹ ਖਤਮ ਹੋਏਗਾ ਤੇ ਅਸੀਂ ਕੀ ਕਰ ਪਾਵਾਂਗੇ, ਤੇ ਮੇਰੇ ਉਸਦੇ ਖਿਆਲ ਚ ਦੌਰਾਨ ਬਿਲਕੁਲ ਸਹੀ ਬਿਲਕੁਲ ਸਹੀ ਇਹ ਜੋ ਸਬਰ, ਚੀਜ਼ ਮੈਂ ਪੇਸ਼ੈਂਸ, ਮਹਿਸੂਸ ਸਹੀ ਗੱਲ ਹੈ, ਸਹੀ ਅੰਜਲੀ। ਅੰਜਲੀ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਲਾਈਵ ਜਾ ਰਹੇ ਹਾਂ ਔਰ ਤੁਹਾਡੇ ਵੈਲਕਮ ਲਈ ਬਹੁਤ ਸਾਰੇ ਮੈਸੇਜ ਮੇਰੇ ਫੋਨ ਦੇ ਉੱਤੇ, ਮੇਰੀ ਸਕਰੀਨ ਦੇ ਉੱਤੇ ਆ ਰਹੇ ਨੇ, ਔਰ ਦਰਸ਼ਕੋ ਜਿਹੜੇ ਜਿਨ੍ਹਾਂ ਨੇ ਹੁਣੇ ਸਾਡਾ ਇਹ ਵਰਚੁਅਲ ਮੰਚ ਦੇਖਣਾ ਸ਼ੁਰੂ ਕੀਤਾ, ਜਿਨ੍ਹਾਂ ਨੇ ਹੁਣੇ ਆਪਣੇ ਫੋਨ ਖੋਲਿਆ, ਮੈਂ ਦੱਸ ਦਵਾਂ ਕਿ ਸਾਡੇ ਨਾਲ ਜੁੜੇ ਹੋਏ ਨੇ ਯੰਗ ਰੰਗਕਰਮੀ ਅੰਜਲੀ ਸਿੰਘ ਹੋਰੀ, ਔਰ ਇਸ ਜਿਹੜਾ ਸਾਡੇ ਕੋਲੇ ਪੂਰਾ ਪ੍ਰੋਗਰਾਮ ਹੈ ਉਹਦੀ ਤਰਤੀਬ ਦੇ ਵਿੱਚ ਅਸੀਂ ਪਹਿਲਾਂ ਸੁਨਹਿਰੀ ਬੋਲ ਲੈਂਦੇ ਹਾਂ, ਫਿਰ ਅਸੀਂ ਰੂਬਰੂ ਹੁੰਦੇ ਹਾਂ, ਔਰ ਉਸ ਤੋਂ ਬਾਅਦ ਅਸੀਂ ਇੱਕ ਪੇਸ਼ੇ ਨਜ਼ਰ ਦੇ ਵਿੱਚ ਉਸ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਰੰਗਕਰਮੀ ਹੈ, ਜਿਵੇਂ ਅੱਜ ਅੰਜਲੀ ਸਿੰਘ ਹੋਰੀ ਜੁੜੇ ਹੋਏ ਨੇ, ਉਹਨਾਂ ਦੀ ਇੱਕ ਪੇਸ਼ਕਾਰੀ ਦੇਖਦੇ ਹਾਂ, ਉਹਨਾਂ ਦੁਆਰਾ ਬਣਾਇਆ ਹੋਇਆ ਇੱਕ ਜਿਹੜਾ ਪ੍ਰੋਡਕਟ ਹੈ ਰੰਗਮੰਚ ਨੂੰ ਲੈ ਕੇ, ਉਹ ਦੇਖਦੇ ਹਾਂ, ਔਰ ਉਸ ਤੋਂ ਬਾਅਦ ਅਸੀਂ ਉਸ ਰੰਗਮੰਚ ਨੂੰ ਲੈ ਕੇ, ਉਸ ਪੇਸ਼ਕਾਰੀ ਨੂੰ ਲੈ ਕੇ ਫਿਰ ਚਰਚਾ ਕਰਦੇ ਨੇ। ਮੈਨੂੰ ਬਾਰ-ਬਾਰ ਦੱਸਣਾ ਪੈਂਦਾ ਵੀ ਇਹ ਲਾਈਵ ਜਾ ਰਹੇ ਆ, ਔਰ ਜੇ ਕਿਤੇ ਵਿੱਚ ਅੜਚਨ ਆਉਂਦੀ ਹੈ, ਕਿਤੇ ਰੁਕਦੀ ਹੈ ਸਕਰੀਨ, ਤਾਂ ਉਹ ਲਾਈਵ ਦੀ ਪ੍ਰੋਬਲਮ ਹੈ, ਮੇਰੀ ਜਾਂ ਅੰਜਲੀ ਹੋਰਾਂ ਦੀ ਪ੍ਰੋਬਲਮ ਨਹੀਂ ਹੈਗੀ, ਜਾਂ ਕੁੱਲ ਮਿਲਾ ਕੇ ਟੈਕਨੀਕਲ ਪ੍ਰੋਬਲਮ ਹੁੰਦੀ ਹੈ। ਅੰਜਲੀ ਮਾਫ ਕਰਨਾ, ਮੈਂ ਵਿੱਚੋਂ ਦੂਸਰੇ ਪਾਸੇ ਚਲਾ ਗਿਆ। ਮੈਂ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਪੇਸ਼ੇ ਨਜ਼ਰ ਦੇ ਵਿੱਚ ਤੁਸੀਂ ਸਾਨੂੰ ਜਿਹੜੀ ਤੁਹਾਡੀ ਪ੍ਰੋਡਕਸ਼ਨ ਹੈ ਜਾਂ ਜਿਹੜੀ ਤੁਸੀਂ ਅੱਜ ਪ੍ਰੈਜੈਂਟੇਸ਼ਨ ਆ, ਉਹਦੇ ਵਿੱਚ ਸਾਡੇ ਲਈ ਕੀ ਲੈ ਕੇ ਆ ਰਹੇ ਹੋ, ਉਹਦੇ ਬਾਰੇ ਤੁਸੀਂ ਕੁਝ ਸੰਖੇਪ ਦੇ ਵਿੱਚ ਦੱਸੋਗੇ? ਅੱਜ ਦੀ ਪਰਫਾਰਮੈਂਸ, ਜਦੋਂ ਮੈਨੂੰ ਇਹ ਗੱਲਬਾਤ ਹੋਈ ਕਿ ਬਈ ਇਹ ਪ੍ਰੋਗਰਾਮ ਏਦਾਂ ਦਾ ਮਿੱਥਿਆ ਜਾ ਰਿਹਾ ਹੈ, ਤੇ ਮੈਂ ਫਾਰਮੈਟ ਬਹੁਤ ਹੀ, ਏਦਾਂ ਦਾ। ਆਈ ਰੀਅਲੀ ਫੀਲ ਬਲੈਸਡ ਕਿ ਮੈਨੂੰ ਮੌਕਾ ਮਿਲਿਆ। ਮੈਨੂੰ ਲੱਗਿਆ ਕਿ ਮੈਨੂੰ ਰੱਬ ਦੁਬਾਰੇ ਉਸ ਪਾਸੇ ਧੱਕ ਰਿਹਾ ਜਿੱਥੋਂ ਮੈਂ ਕੁਝ ਮਹੀਨਿਆਂ ਤੋਂ, ਜਾਂ ਕਹਿ ਲਓ ਇੱਕ ਅੱਧੇ ਸਾਲ ਤੋਂ ਕੱਟ ਰਹੀ ਸੀ। ਤੇ ਮੈਨੂੰ ਇੰਨਾ ਖੂਬਸੂਰਤ ਅਹਿਸਾਸ ਹੋਇਆ ਉਹਨਾਂ ਦਿਨਾਂ 'ਚ। ਮੈਂ ਥੋੜੀ ਵਰੀਡ ਵੀ ਹੋਈ ਕਿ ਬਈ ਹੁਣ ਮੈਂ ਕੁਝ ਕਰਨਾ ਹੈ, ਬਟ ਕਰਨਾ ਹੈ ਕੁਝ ਨਵਾਂ, ਕਰਨਾ ਹੈ ਕੁਝ ਨਵੀਂ ਚੀਜ਼ ਲਿਖਣੀ ਹੈ, ਤੇ ਨਵੀਂ ਕੁਝ ਪੇਸ਼ਕਾਰੀ ਦੇਣੀ ਹੈ, ਚਾਹੇ ਛੋਟੀ ਹੋਵੇ, ਬਟ ਕੋਈ ਦਿਲ ਦੀ ਗੱਲ ਜਿਹੜੀ ਕਿਤੇ ਦਬੀ ਪਈ ਹੈ, ਜਾਂ ਇਹਨੂੰ ਕਹਿਣ ਦਾ ਕਦੇ ਮੌਕਾ ਨਹੀਂ ਮਿਲਿਆ, ਤੇ ਕੁਝ ਓਦਾਂ ਦਾ ਸਾਹਮਣੇ ਰੱਖਿਆ ਜਾਏ। ਤੇ ਉਸ ਦੇ ਦੌਰਾਨ ਕੁਝ ਆਪਣੇ ਨਾਲ ਗੱਲਬਾਤ ਹੋਈ, ਕੁਝ ਫਰੈਂਡਸ ਦੇ ਨਾਲ ਚਰਚਾ ਹੋਈ, ਜਿਹਦੇ ਤੋਂ ਮੇਰੇ ਇੱਕ ਟੌਪਿਕ ਜਿਹੜਾ ਮੇਰੇ ਦਿਲ ਦੇ ਕਰੀਬ, ਮੈਂ ਫੀਮੇਲਸ ਨੂੰ ਲੈ ਕੇ ਬਹੁਤ ਸਮਝਦੀ ਹਾਂ, ਤੇ ਪਲੇ ਦਾ ਨਾਮ ਰੱਖਿਆ ਗਿਆ ਹੈ ਇਮੋਸ਼ਨਲੀ ਕਰੈਕਟਰਲੈਸ। ਹੁਣ ਮੈਨੂੰ ਲੱਗਦਾ ਹੈ ਕਿ ਬਈ, ਹਾਂ ਪਲੀਜ਼, ਹਾਂ ਕੰਪਲੀਟ ਕਰੋ ਆਪਣੀ ਗੱਲ, ਕੋਈ ਗੱਲ ਨਹੀਂ।
ਮੈਨੂੰ ਆਪਾਂ ਜੇ ਪਲੇ ਦੇਖਣ ਤੋਂ ਬਾਅਦ ਇਸ ਦੀ ਥੋੜੀ ਜਿਹੀ ਡਿਟੇਲ ਚ ਗੱਲ ਕਰਾਂਗੇ ਤਾਂ ਤਾਂ ਆਈ ਜਿਆਦਾ ਥਿੰਕ ਅੱਛਾ, ਜ਼ਿਆਦਾ ਵੈਰੀ ਵੈਰੀ ਗੁੱਡ। ਜ਼ਿਆਦਾ ਅੱਛਾ ਪਤਾ ਲੱਗੇਗਾ। ਲੱਗ ਗਿਆ ਵੀ ਤੁਸੀਂ ਮੰਚ ਦੇ ਬੰਦੇ ਹੋ ਤੇ ਮੰਜੇ ਹੋਏ ਬੰਦੇ ਹੋ, ਪਤਾ ਲੱਗ ਗਿਆ ਤੁਸੀਂ। ਤੇ ਦਰਸ਼ਕੋ ਤੇ ਨਹੀਂ, ਅਸੀਂ ਮੈਨੂੰ ਲੱਗਦਾ ਕਿ ਥੋੜਾ ਦੇਖਣ ਤੋਂ ਬਾਅਦ ਬਿਲਕੁਲ ਕਰਦੇ ਆਪਾਂ, ਬਿਲਕੁਲ ਬਾਅਦ ਜੀ ਦੇਖਦੇ ਹਾਂ, ਚਰਚਾ ਬਾਅਦ ਚ ਕਰਦੇ ਹਾਂ। ਦਰਸ਼ਕੋ ਅਸੀਂ ਜੀ ਦੇਖਦੇ ਹਾਂ ਅੰਜਲੀ ਸਿੰਘ ਤੇ ਉਹਨਾਂ ਦੀ ਬਿਟਿਆ ਨੇ, ਦੋਵਾਂ ਨੇ ਰਲ ਕੇ ਇਹਦੇ ਵਿੱਚ ਐਕਟ ਕੀਤਾ, ਔਰ ਇਹ ਜਿਹੜੀ ਪੇਸ਼ਕਾਰੀ ਦੇਖਦੇ ਹਾਂ ਪੇਸ਼ੇ ਨਜ਼ਰ ਦੇ ਵਿੱਚ। ਹਾਂਜੀ, ਇੱਕ ਬਣਾਵਾਂ ਕਿ ਦੋ? बस हो गया मम्मी, थोड़ा जा रह गया। ਉਹ ਬਈ ਮੈਂ ਮੈਗੀ ਪੁੱਛ ਰਹੀ ਆ ਵੀ ਇੱਕ ਅਜੀਬ ਕੁੜੀ ਹੈ, ਫੋਨ 'ਚ ਹੀ ਮਸਤ ਹੋਈ ਪਈ ਹੈ। हाँ, हो गया? हले कितने मम्मी, हर तो बहुत पे है। स्कूल वाले भी ना इन्ना कम देंदे ने ना, बस लिखी जाओ मतलब। ओ विशु है, मैं उन्हें कुछ होमवर्क पूछने लिए मैसेज किया सी। मम्मा यू नो विशु इज so funny, he all the time cracks joke। ते हुणे भी मैं उन्हें होमवर्क पूछनी है ते ओ जोक ते जोक भेजी जा रहे हो। मैं वेखा? ओ नहीं मम्मी, बच्चों वाले जोक ने। तुसी की करोगे? मैगी बन गई? बन रही है। मम्मी 2 मिनट च बन जाती है। 2 मिनट च एड च बनती है, रियल लाइफ च तो टाइम लगता है मेरी जान। ये विशु वही है ना जो स्कूल बस च तेरे नाल बैठदा है? ही इज अ स्मार्ट बॉय। Yes, he is, and all girls feels jealous of me क्योंकि बस विच वो मेरे लिए सीट रोक के रखता है। ओके, ते मैं ये भी सुनिया है विशु क्लास भी तेरे नाल ही बैठदा है। सुनिया कित्थों है? NDTV तो ओही अनु मैडम ने दस्सिया होना। उन्हां नूं आप दा पता है 24 घंटे शर्मा सर दे नाल चिपके रहंदे ने, दोवें एक दूजे दे गीत गाउंदे रहंदे ने जदों देखो। ते ये जो टिफिन विच तू एक्स्ट्रा परौंठी ते एक्स्ट्रा टोस्ट लेके जानी है, आई थिंक ये भी विशु ਲਈ है। मम्मी तुसी मेरे ते डाउट कर रहे हो? नो, ऑफ कोर्स नॉट। ऑफ कोर्स यस, वरना आज तो पहला तुसी मैनू इन्ने सवाल कदे नहीं पूछे। ਅੱਜ ਤੋਂ ਪਹਿਲਾਂ ਤੂੰ ਲੁਕੋ ਕੇ ਮੈਸੇਜ ਵੀ ਤਾਂ ਨਹੀਂ ਕੀਤੇ। ਪੂਰਾ 1.5 ਘੰਟਾ ਹੋ ਗਿਆ ਤੇਰਾ ਲਾਸਟ ਮੈਸੇਜ ਆਏ, ਸੌਰੀ 1.5 ਮਿੰਟ ਹੋ ਗਿਆ ਤੇਰਾ ਲਾਸਟ ਮੈਸੇਜ ਆਏ, ਪਰ ਤੂੰ ਚੈੱਕ ਨਹੀਂ ਕੀਤਾ क्योंकि मैं जो तेरे कोल बैठी हूँ। सो वॉट मम्मी, हो सकता है उस मैसेज विच कुछ इहो जिहा होवे जिहड़ा मैं तुहाडे नाल नहीं शेयर करना चाहती। मतलब तेरी लाइफ च कुछ ऐसा चल रहा है जो तू मेरे नाल शेयर नहीं करना चाहती? ਤਾਂ ਕੀ ਮੰਮਾ, ਸਾਰਿਆਂ ਦੀ ਲਾਈਫ ਵਿੱਚ ਕੁਝ ਨਾ ਕੁਝ ਹੁੰਦਾ ਹੈ, ਕਿ ਤੁਹਾਡੀ ਲਾਈਫ ਵਿੱਚ ਨਹੀਂ ਹੈ? ਕਿ ਤੁਹਾਨੂੰ ਮੈਸੇਜ ਨਹੀਂ ਆਉਂਦੇ? ਤੇ ਜਿੱਥੇ ਤੱਕ ਮੈਨੂੰ ਪਤਾ ਹੈ ਸ਼ਾਇਦ ਤੁਹਾਡੇ ਫੋਨ ਤੇ ਵੀ ਪਾਸਵਰਡ ਲੱਗਿਆ ਹੋਇਆ ਹੈ। हाँ, पासवर्ड लग्या होया है क्योंकि फोन काफ़ी देर ऑफिस च मेरी सीट ते ही पिया रहिंदा है, पर मैं तेनू पासवर्ड दस्सिया तो होया। ਤੁਸੀਂ ਦੱਸਿਆ ਹੋਇਆ ਮੈਨੂੰ, ਲੇਕਿਨ ਤੁਸੀਂ ਇਹ ਵੀ ਜਾਣਦੇ ਹੋ ਕਿ ਮੈਂ ਤੁਹਾਡਾ ਪਾਸਵਰਡ ਯੂਜ਼ ਹੀ ਨਹੀਂ ਕਰਦੀ। ਤੇ ਆਈ ਰਿਸਪੈਕਟ ਯੋਰ ਪ੍ਰਾਈਵੇਸੀ।
And I think you should also respect my privacy. लगता है मेरी नीनू मेरी उम्मीद तो कुछ ज़्यादा ही जल्दी वड्डी हो रही है। खैर, ओ तेरी मैगी बन गई लगती है, मैं लेके आई। हल मैं एक ही खानी सी। कोई गल नहीं, एक बचा के रख लै, सवेरे विशु वास्ते लै जी। मम्मी स्टॉप टीजिंग मी ना। ऐ कर, लेट्स प्ले गेम। गेम? ये कौन करेगा? कोई गल नहीं, रिटन वर्क ही है, सौण लगे मिल के कर लांगे। छड़ परा, गेम खेलते हैं। ओके, पर केड़ी गेम? ट्रुथ एंड डेयर। ट्रुथ और डेयर? ट्रुथ और डेयर। तुसी फस जाओगे मम्मी। नहीं फसदी, शुरू कर। जे तुसी डेयर चूज कर लिया तो जो दूजा कहेगा थानू करना पैना। ते जे ट्रुथ चूज करते हैं तो सवाल का सच्चा जवाब देना पैना। यही है ना रूल्स? मैनू पता नहीं। शुरू कर। मदर्स फर्स्ट। ओके, माय क्वेश्चन इज अबाउट विशु। ट्रुथ और डेयर? Truth. And my answer is he's my friend. A good friend. ਅਸੀਂ ਬੱਸ ਵਿੱਚ ਇਕੱਲੇ ਬੈਠਦੇ ਹਾਂ, ਇੱਕ ਦੂਜੇ ਨਾਲ ਲੰਚ ਵੀ ਸ਼ੇਅਰ ਕਰਦੇ ਹਾਂ ਤੇ ਹਾਂ ਕਦੇ ਕਦੇ WhatsApp ਤੇ ਚੈਟਿੰਗ ਵੀ ਕਰ ਲੈਂਦੇ ਹਾਂ, ਹੋਰ ਕੁਝ ਨਹੀਂ। That's it. Do you trust me? Yes, I do. Now your turn. My question is about Sandeep uncle. Truth or dare? Truth. Sandeep is my good friend. Rather, he is a helpful colleague. ਅਸੀਂ ਆਫਿਸ 'ਚ ਇਕੱਠੇ ਬੈਠਦੇ ਹਾਂ, ਲੰਚ ਵੀ ਇਕੱਠੇ ਕਰਦੇ ਹਾਂ ਤੇ ਅਕਸਰ ਆਪਣੀਆਂ ਪਰਸਨਲ ਤੇ ਪ੍ਰੋਫੈਸ਼ਨਲ ਪ੍ਰੋਬਲਮਸ ਸ਼ੇਅਰ ਵੀ ਕਰ ਲੈਂਦੇ ਹਾਂ। ਦੈਟਸ ਇਟ, ਹੋਰ ਕੁਝ ਨਹੀਂ। ਡੂ ਯੂ ਟਰਸਟ ਮੀ? Of course I do. Now your turn. Okay, I want to know more about Vishu and Truth. Yes, truth. ਮੈਂ ਸਿਰਫ ਇੱਕ ਵਾਰ ਵਿਸ਼ੂ ਨੂੰ ਇਕੱਲੀ ਮਿਲੀ ਸੀ, ਉਸ ਦੇ ਬਰਥਡੇ 'ਤੇ। ਮੈਂ ਉਹਨੂੰ ਮਿਲਣ ਰੈਸਟੋਰੈਂਟ ਵਿੱਚ ਗਈ ਸੀ ਅਤੇ ਆਪਾਂ ਲੰਚ ਵੀ ਕੀਤਾ ਸੀ ਅਤੇ ਮੈਂ ਆਪਣੇ ਪੋਕਟ ਮਨੀ 'ਚੋਂ ਬਚੇ ਪੈਸਿਆਂ ਨਾਲ ਉਹਦੇ ਲਈ ਗਿਫਟ ਵੀ ਲੈ ਕੇ ਗਈ ਸੀ। ਆਈ ਡਿਡਨਟ ਟੈਲ ਯੂ ਬਟ ਇਟ ਹੈਪਨ ਜਸਟ ਵਨਸ। ਡੂ ਯੂ ਬਿਲੀਵ ਦਿਸ? I do. Now your turn. I choose truth. Come on नीनू, सवाल कितना भी कौड़ा होवे मैं जवाब देंगी। I won't quit. I promise. ਸਾਰੇ ਕਿਉਂ ਕਹਿੰਦੇ ਨੇ ਕਿ ਤੁਹਾਡਾ ਤੇ ਸੰਦੀਪ ਅੰਕਲ ਦਾ ਅਫੇਅਰ ਚੱਲ ਰਿਹਾ ਤੇ ਇਹ ਵੀ ਕਹਿੰਦੇ ਨੇ ਕਿ ਤੁਹਾਡਾ ਤੇ ਪਾਪਾ ਦਾ ਡਾਈਵੋਰਸ ਵੀ ਇਸ ਲਈ ਹੋਇਆ ਸੀ ਕਿਉਂਕਿ ਤੁਹਾਡੀ ਲਾਈਫ ਵਿੱਚ ਕੋਈ ਹੋਰ ਸੀ। ਤੇ ਵਿਸ਼ੂ ਨੇ ਵੀ ਮੈਨੂੰ ਕਈ ਵਾਰ ਪੁੱਛਿਆ ਤੁਹਾਡੇ ਤੇ ਸੰਦੀਪ ਅੰਕਲ ਬਾਰੇ। ਤੇ ਤੁਹਾਨੂੰ ਪਤਾ ਹੈ ਮੰਮੀ, ਸੋਸਾਇਟੀ ਦੀ ਕੋਈ ਵੀ ਕੁੜੀ ਮੇਰੇ ਘਰੇ ਨਹੀਂ ਆਉਣਾ ਚਾਹੁੰਦੀ ਕਿਉਂਕਿ ਸੋਸਾਇਟੀ ਦੀਆਂ ਸਾਰੀਆਂ ਔਰਤਾਂ ਤੁਹਾਨੂੰ ਕਰੈਕਟਰਲੈਸ ਕਹਿੰਦੀਆਂ ਨੇ। Characterless. हाँ, ਕਰੈਕਟਰਲੈਸ ਤਾਂ ਮੈਂ ਹਾਂ, ਕੱਲੀ ਜੋ ਰਹਿੰਦੀ ਹਾਂ ਤੇ ਹਰ ਇਕੱਲੀ ਰਹਿਣ ਵਾਲੀ ਔਰਤ ਇਸ ਜ਼ਮਾਨੇ ਨੂੰ ਕਰੈਕਟਰਲੈਸ ਹੀ ਲੱਗਦੀ ਹੈ, ਖਾਸ ਕਰ ਉਹ ਜਿਹੜੀ ਕਿਸੇ ਲਈ ਅਵੇਲੇਬਲ ਨਾ ਹੋਵੇ। ਇਹ ਟਰੂਥ ਐਂਡ ਡੇਅਰ ਦੀ ਗੇਮ ਮੇਰੇ ਲਈ ਬਹੁਤ ਪੁਰਾਣੀ ਹੈ, ਨਵੀਂ ਨਹੀਂ। ਸ਼ਾਇਦ ਵਿਆਹ ਦੀ ਪਹਿਲੀ ਰਾਤ ਹੀ ਸ਼ੁਰੂ ਹੋ ਗਈ ਸੀ ਜਦੋਂ ਸ਼ਰਾਬ ਨਾਲ ਰੱਜ ਕੇ ਮੇਰਾ ਹਸਬੈਂਡ ਨਹੀਂ ਇੱਕ ਆਦਮੀ ਮੇਰੇ ਬੈੱਡ ਤੇ ਆਇਆ ਤੇ ਉਸਨੇ ਮੈਨੂੰ ਪੁੱਛਿਆ ਟਰੂਥ ਔਰ ਡੇਅਰ। ਮੈਂ ਬਹੁਤ ਡਰੀ ਹੋਈ ਸੀ, ਟਰੂਥ ਨਹੀਂ ਚੂਜ਼ ਕਰ ਸਕੀ। 10 ਸਾਲ ਤੱਕ ਡੇਅਰ ਚੂਜ਼ ਕਰਦੀ ਰਹੀ ਤੇ ਰੱਜ ਕੇ ਜ਼ਲੀਲ ਹੁੰਦੀ ਰਹੀ। ਇਕੱਲੀ ਸੀ ਨਾ, ਹਾਊਸ ਵਾਈਫ ਸੀ, ਇੱਕ ਬੱਚੇ ਨੂੰ ਲੈ ਕੇ ਕਿੱਥੇ ਜਾਂਦੀ। ਪੇਕਿਆਂ 'ਚ ਕੋਈ ਨਹੀਂ ਸੀ ਜੋ ਮੈਨੂੰ ਸਹਾਰਾ ਦੇ ਸਕਦਾ।
or you can say when you are being raped and you cannot do anything about it, then stop thinking about it. Just relax and enjoy. Yes, I was enjoying being raped in the name of marriage. ਉਹ ਹਰ ਰਾਤ ਸ਼ਰਾਬ ਪੀ ਕੇ ਘਰ ਆਉਂਦਾ, ਦੂਜੀਆਂ ਔਰਤਾਂ ਕੋਲ ਜਾਂਦਾ ਤੇ ਮੇਰੇ ਨਾਲ ਆ ਕੇ ਉਹਨਾਂ ਦੇ ਬੇਸ਼ਰਮੀ ਭਰੇ ਕਿੱਸੇ ਸ਼ੇਅਰ ਕਰਦਾ, ਤੇ ਜਦੋਂ ਕਿਤੇ ਮੇਰੀ ਲੋੜ ਮਹਿਸੂਸ ਹੁੰਦੀ ਤਾਂ ਮੈਨੂੰ ਆ ਕੇ ਮੇਰੀ ਇਜਾਜ਼ਤ ਤੋਂ ਬਿਨਾਂ ਬਿਸਤਰ ਤੇ ਸੁੱਟ ਲੈਂਦਾ। ਮੈਂ ਕਦੇ ਇਸ ਚੀਜ਼ ਦਾ ਕੋਈ ਵਿਰੋਧ ਨਹੀਂ ਕੀਤਾ, ਕਿਉਂਕਿ ਟਰੁੱਥ ਚੁਣਨ ਦੀ ਹਿੰਮਤ ਹੀ ਨਹੀਂ ਸੀ ਮੇਰੇ ਵਿੱਚ। ਤੇ ਟਰੁੱਥ ਇਹ ਸੀ ਕਿ ਉਸ ਲਈ ਮੈਂ ਘਰ 'ਚ ਪਈ ਸਿਰਫ ਇੱਕ ਚੀਜ਼ ਸੀ, ਵਸਤੂ। ਤੇ ਫਿਰ ਇਸ ਖੇਡ ਵਿੱਚ ਇੱਕ ਹੋਰ ਖਿਡਾਰੀ ਆ ਗਿਆ, ਇੱਕ ਨਵਾਂ ਖਿਡਾਰੀ, ਮੇਰੇ ਹਸਬੰਡ ਦਾ ਦੋਸਤ, ਕੁਲੀਗ ਜੀਤ। ਸ਼ੁਰੂ 'ਚ ਮੇਰੇ ਹਸਬੰਡ ਲਈ ਆਉਂਦਾ ਸੀ ਤੇ ਫਿਰ ਮੇਰੇ ਲਈ ਵੀ ਆਉਣ ਲੱਗਾ। ਸੁਭਾਅ ਦਾ ਬੜਾ ਰੰਗੀਨ ਸੀ, ਪਰ ਮੈਨੂੰ ਲੈ ਕੇ ਵਰਿਡ ਰਹਿੰਦਾ ਸੀ। ਸ਼ਾਇਦ ਉਹ ਪਹਿਲਾ ਸ਼ਖਸ ਸੀ ਜਿਹਦੇ ਨਾਲ ਮੈਨੂੰ ਮਹਿਸੂਸ ਹੋਇਆ ਕਿ ਮੈਂ ਔਰਤ ਹਾਂ, ਹਿਊਮਨ ਬੀਇੰਗ, ਆਈ ਡੂ ਐਗਜ਼ਿਸਟ। ਅਕਸਰ ਮੇਰੇ ਹਸਬੰਡ ਨੂੰ ਲੈ ਕੇ ਮੈਨੂੰ ਭੜਕਾਉਂਦਾ ਰਹਿੰਦਾ ਸੀ। ਭੜਕਣ ਨੂੰ ਤਾਂ ਮੈਂ ਪਹਿਲਾਂ ਹੀ ਤਿਆਰ ਸੀ, ਬਸ ਇੱਕ ਚਿੰਗਾਰੀ ਦੀ ਲੋੜ ਸੀ ਤੇ ਉਹਨੇ ਲਾ ਦਿੱਤੀ। ਇੱਕ ਦਿਨ ਮੇਰੇ ਹਸਬੰਡ ਨੇ ਉਹਦੇ ਸਾਹਮਣੇ ਮੇਰੇ ਨਾਲ ਬਦਤਮੀਜ਼ੀ ਕੀਤੀ ਤੇ ਮੈਂ ਵੱਟ ਕੇ ਚਪੇੜ ਉਹਦੇ ਮੂੰਹ ਤੇ ਮਾਰੀ। ਚਪੇੜ ਉਹਦੇ ਮੂੰਹ ਤੇ ਨਹੀਂ, ਉਹਦੀ ਮੇਲ ਈਗੋ ਤੇ ਵੱਜੀ ਸੀ। ਉਹ ਬੰਦਲ ਗਿਆ ਤੇ ਅਗਲੇ ਦਿਨ ਰਿਸ਼ਤਾ ਖਤਮ। ਰਿਸ਼ਤਾ ਸੀ ਕਿੱਥੇ, ਸਬੰਧ ਸੀ। ਤੇ ਬਸ ਫਿਰ ਕੁਝ ਦਿਨਾਂ ਬਾਅਦ ਮੈਂ ਨੀਨੂ ਨੂੰ ਲੈ ਕੇ ਸ਼ਹਿਰ ਆ ਗਈ। ਜੀਤ ਦੀ ਮਦਦ ਨਾਲ ਇੱਕ ਵਧੀਆ ਨੌਕਰੀ ਵੀ ਮਿਲ ਗਈ। ਕਦੇ ਕਦਾਰ ਨੀਨੂ ਫਾਦਰ ਦੀ ਕਮੀ ਮਹਿਸੂਸ ਕਰਦੀ ਸੀ ਤੇ ਮੈਨੂੰ ਸਵਾਲ ਕਰਦੀ ਸੀ ਮੇਰੀ ਪਾਸਟ ਲਾਈਫ ਬਾਰੇ, ਮੇਰੇ ਤੇ ਉਸਦੇ ਫਾਦਰ ਦੇ ਰਿਲੇਸ਼ਨਸ ਬਾਰੇ, ਪਰ ਮੈਂ ਹਮੇਸ਼ਾ ਉਸ ਨੂੰ ਟਾਲਦੀ ਰਹੀ। ਮੈਂ ਨਹੀਂ ਚਾਹੁੰਦੀ ਸੀ ਕਿ ਨੀਨੂ ਦੇ ਦਿਲ ਵਿੱਚ ਮਰਦਾਂ ਨੂੰ ਲੈ ਕੇ ਕੋਈ ਕੁੜੱਤਣ ਭਰ ਜਾਏ। ਮੇਰੇ ਐਕਸਪੀਰੀਅੰਸ ਨਹੀਂ ਚੰਗੇ ਰਹੇ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਰੀ ਦੁਨੀਆ ਦੇ ਮਰਦ ਮਾੜੇ ਹੋ ਗਏ। ਸੰਦੀਪ, ਉਹ ਵੀ ਤਾਂ ਇੱਕ ਮਰਦ ਹੀ ਹੈ ਨਾ, ਜਿਹਨੇ ਮੈਨੂੰ ਪਾਸਟ ਦੀਆਂ ਘੁੰਮਣ ਘੇਰੀਆਂ ਚੋਂ ਕੱਢ ਕੇ ਪ੍ਰੈਜ਼ੈਂਟ ਵਿੱਚ ਜਿਉਣਾ ਸਿਖਾਇਆ। ਉਹਨੇ ਮੇਰੇ ਤੋਂ ਕਦੇ ਕੁਝ ਐਕਸਪੈਕਟ ਨਹੀਂ ਕੀਤਾ, ਔਰ ਯੂ ਕੈਨ ਸੇ ਹੀ ਇਜ਼ ਦ ਓਨਲੀ ਵਨ ਜਿਹਨੇ ਮੇਰੇ ਤੋਂ ਕਦੇ ਕੁਝ ਮੰਗਿਆ ਹੀ ਨਹੀਂ, ਹਮੇਸ਼ਾ ਮੈਨੂੰ ਦਿੱਤਾ। ਆਈ ਨੋ ਦੁਨੀਆ 'ਚ ਮੈਨੂੰ ਤੇ ਉਹਨੂੰ ਲੈ ਕੇ ਬਕਵਾਸ ਹੁੰਦੀ ਰਹਿੰਦੀ ਹੈ ਤੇ ਮੈਂ ਆਈ ਐਮ ਸੌਰੀ ਮਮ। ਯੂ ਨੀਡ ਨਾਟ ਟੂ ਬੀ ਮਾਈ ਸਵੀਟ ਹਾਰਟ। ਚਲਾ ਜਾ, ਲੈਟਸ ਕੰਟੀਨਿਊ ਦ ਗੇਮ। I don't want to play now. You have to. Truth or dare? Dare. ਦੇਖ ਲੈ, ਆ ਮੈਗੀ ਵਾਲੇ ਸਾਰੇ ਭਾਂਡੇ ਤੈਨੂੰ ਮਾਂਜਣੇ ਪੈਣੇ। Okay, dare. ਅੱਛਾ ਚੱਲ, ਮੈਨੂੰ ਵੀ ਦੱਸ ਕਿ ਜਿੰਨੇ ਲੋਕ ਮੈਨੂੰ ਲੈ ਕੇ ਤੇਰੇ ਕੋਲ ਬਕਵਾਸ ਕਰਦੇ ਨੇ, ਇਹ ਕਿੰਨੇ ਕੁ ਆਦਮੀਆਂ ਨਾਲ ਮੇਰਾ ਰਿਸ਼ਤਾ ਜੋੜ ਚੁੱਕੇ ਨੇ? ਇੱਕ ਸੰਦੀਪ ਅੰਕਲ ਤੇ ਉਸ ਤੋਂ ਪਹਿਲਾਂ ਜੀਤ ਤਾਂ ਮੈਨੂੰ ਪਤਾ ਹੈ, ਹੋਰ ਕੌਣ ਕੌਣ? ਹੋਰ ਮੇਰੇ ਐਕਟੀਵਿਟੀ ਵਾਲੇ ਟੀਚਰ ਜਿਹੜੀ ਮੇਰੀ ਬਹੁਤ ਕੇਅਰ ਕਰਦੇ ਨੇ, ਤੇ ਤੁਸੀਂ ਉਹਨਾਂ ਨੂੰ ਪੇਰੈਂਟਸ ਟੀਚਰ ਮੀਟਿੰਗ ਤੇ ਵੀ ਮਿਲਣ ਜਾਂਦੇ ਹੋ, ਤੇ ਇੱਕ ਸਾਡੇ ਲਾਇਰ ਅੰਕਲ ਜਿਨ੍ਹਾਂ ਨੇ ਤੁਹਾਡਾ ਡਿਵੋਰਸ ਦਾ ਕੇਸ ਲੜਿਆ ਸੀ। ਹਾਂ, ਹੋਰ ਵੀ ਨੇ ਇੱਕ ਦੋ। ਓ ਮਾਈ ਗॉड, ਐਨੇ ਸਾਰੇ ਨੇ ਲਾਈਨ 'ਚ। But what do you think about your mom? I know. My sweet mom is not like that. ਇਹ ਸਭ ਤਾਂ ਬਕਵਾਸ ਕਰਦੇ ਨੇ ਮੰਮੀ। ਜਦੋਂ ਤੈਨੂੰ ਪਤਾ ਹੈ ਕਿ ਇਹ ਸਭ ਬਕਵਾਸ ਕਰਦੇ ਨੇ, ਫਿਰ ਤੂੰ ਇੰਨਾ ਸੀਰੀਅਸਲੀ ਕਿਉਂ ਲੈਣੀ ਇਹਨਾਂ ਨੂੰ? Because I feel stressed.
ਮੈਨੂੰ ਪਤਾ ਹੈ ਮੇਰੀ ਮਮ ਨੇ ਅੱਜ ਤੱਕ ਰੀਮੈਰਿਜ ਇਸ ਲਈ ਨਹੀਂ ਕੀਤੀ ਤਾਂ ਕਿ ਕੋਈ ਹੋਰ ਫਾਦਰ ਮੈਨੂੰ ਆਪਣੇ ਘਰ ਵਿੱਚ ਅਨਵਾਂਟਡ ਨਾ ਸਮਝੇ। ਬਟ ਦੈਟਸ ਨਾਟ ਟਰੂ। ਤੇਰੀ ਮਮ ਨੇ ਰੀਮੈਰਿਜ ਇਸ ਲਈ ਨਹੀਂ ਕੀਤੀ ਕਿਉਂਕਿ ਤੇਰੇ ਪਾਪਾ ਤੋਂ ਬਾਅਦ ਜਿਹੜੇ ਦੋ ਮਰਦ ਉਸਦੀ ਲਾਈਫ 'ਚ ਆਏ ਉਹ ਦੋਨੋਂ ਮੈਰਿਡ ਸੀ। ਮਤਲਬ ਜੇ ਉਹ ਮੈਰਿਡ ਨਾ ਹੁੰਦੇ ਤਾਂ ਤੁਸੀਂ ਉਹਨਾਂ ਨਾਲ ਵਿਆਹ ਕਰਵਾ ਲੈਂਦੇ? ਹਾਂ, ਜ਼ਰੂਰ ਕਰਵਾ ਲੈਂਦੀ। ਐਂਡ ਆਈ ਥਿੰਕ ਸੰਦੀਪ ਵੁੱਡ ਹੈਵ ਬੀਨ ਦ ਗੁੱਡ ਚੋਇਸ। ਨਹੀਂ, ਹੀ ਇਜ਼ ਕੇਅਰਿੰਗ, ਹੀ ਇਜ਼ ਡੀਸੈਂਟ, ਹੀ ਇਜ਼ Okay, let's continue the game. It was my turn. So truth or dare? ਟਰੁੱਥ। ਮੈਂ ਸੰਦੀਪ ਅੰਕਲ ਨੂੰ ਕਦੇ ਇਕੱਲੀ ਨਹੀਂ ਮਿਲਣ ਗਈ, ਉਹਨਾਂ ਦੇ ਬਰਥਡੇ ਤੇ ਵੀ ਨਹੀਂ। No. That's not my question, mom. Listen. ਜਿਵੇਂ ਮੇਰੇ ਕੋਲ ਤੁਹਾਡੇ ਬਾਰੇ ਇੰਨੀ ਬਕਵਾਸ ਪਹੁੰਚਦੀ ਹੈ ਤਾਂ ਤੁਹਾਡੇ ਕੋਲ ਤਾਂ ਮੇਥੋਂ ਵੀ ਜ਼ਿਆਦਾ ਪਹੁੰਚਦੀ ਹੋਣੀ। ਹਾਂ, ਮੈਨੂੰ ਵੀ ਸੁਣਨਾ ਪੈਂਦਾ ਹੈ ਸ਼ਬਦ ਕਰੈਕਟਰਲੈਸ। ਤਾਂ ਤੁਸੀਂ ਉਹਨਾਂ ਲੋਕਾਂ ਨੂੰ ਕੀ ਜਵਾਬ ਦਿੰਦੇ ਹੋ? ਮੈਂ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੀ, ਇਸ ਲਈ ਮੈਂ ਉਹਨਾਂ ਨੂੰ ਜਵਾਬ ਦੇਣਾ ਵੀ ਜ਼ਰੂਰੀ ਨਹੀਂ ਸਮਝਦੀ। ਪਰ ਇਹ ਸਵਾਲ ਮੇਰੀ ਨੀਨੂ ਦਾ ਵੀ ਹੈ ਤੇ ਜਵਾਬ ਦੇਣਾ ਜ਼ਰੂਰੀ ਹੈ। ਤੇਰੇ ਪਾਪਾ ਤੇ ਮੇਰੀ ਮੈਰਿਜ ਦੀ ਸੈਪਰੇਸ਼ਨ ਤੋਂ ਬਾਅਦ ਮੈਂ ਕਦੇ ਕੁਝ ਐਸਾ ਨਹੀਂ ਕੀਤਾ ਕਿ ਮੈਨੂੰ ਕਰੈਕਟਰਲੈਸ ਕਿਹਾ ਜਾਵੇ। ਮੇਰੀ ਕਦੇ ਕਿਸੇ ਨਾਲ ਕੋਈ ਸਾਂਝ ਨਹੀਂ ਰਹੀ, ਨਾ ਮੋਰਲੀ, ਨਾ ਐਥੀਕਲੀ, ਨਾ ਫਿਜ਼ੀਕਲੀ। ਡੂ ਯੂ ਟਰਸਟ ਮੀ? Of course I do. And I know you're not like that. ਪਾਪਾ ਤੋਂ ਬਾਅਦ ਵੀ ਮੇਰੀ ਜ਼ਿੰਦਗੀ 'ਚ ਕਈ ਐਸੇ ਪਲ ਆਏ ਜਦੋਂ ਮੈਂ ਬਹੁਤ ਇਕੱਲੀ ਸੀ, ਉਦਾਸ ਸੀ, ਬਹੁਤ ਰੋਂਦੀ ਸੀ, ਕੰਧਾਂ 'ਚ ਟੱਕਰਾਂ ਮਾਰਦੀ ਸੀ। ਕਈ ਵਾਰ ਤਾਂ ਮੈਂ ਤੈਨੂੰ ਮਾਰ ਕੇ ਆਪ ਮਰ ਜਾਣ ਦੀ ਵੀ ਸੋਚੀ। ਪਰ ਮੈਂ ਖੁਸ਼ਕਿਸਮਤ ਸੀ ਕਿ ਜ਼ਿੰਦਗੀ ਦੇ ਉਹਨਾਂ ਕਮਜ਼ੋਰ ਪਲਾਂ ਵਿੱਚ ਮੇਰੇ ਕੋਲ ਇੱਕ ਤਾਕਤਵਰ ਮਰਦ ਸੀ। ਪਹਿਲਾਂ ਜੀਤ ਤੇ ਫਿਰ ਸੰਦੀਪ। ਹਾਂ, ਮੈਂ ਇਹਨਾਂ ਦੋ ਮਰਦਾਂ ਨਾਲ ਆਪਣੀ ਇਮੋਸ਼ਨਲ ਪੇਨ ਤੇ ਆਪਣੇ ਇਹ ਜਿਹੇ ਦਰਦ ਬਹੁਤ ਸ਼ੇਅਰ ਕੀਤੇ ਨੇ। ਤੇ ਤੂੰ ਕਹਿ ਸਕਦੀ ਹੈ ਕਿ ਤੇਰੀ ਮੰਮੀ ਇਮੋਸ਼ਨਲੀ ਕਰੈਕਟਰਲੈਸ ਹੈ। That's quite a new term. Emotionally characterless woman. I learned something new today. Let's continue the game. It was my turn. And ਤੁਸੀਂ choose ਕੀਤਾ ਹੈ dare. ਹੁਣ ਤੁਸੀਂ ਜਾਓਗੇ, ਇਹ ਮੈਗੀ ਸੁੱਟੋਗੇ ਤਾਂ ਮੇਰੇ ਲਈ ਨਈ ਮੈਗੀ ਬਣਾ ਕੇ ਲਾਓਗੇ ਕਿਉਂਕਿ ਮੈਨੂੰ ਬਹੁਤ ਭੁੱਖ ਲੱਗੀ ਹੈ ਮੰਮੀ। It's okay, I do. ਇਹ ਸੀ ਪੇਸ਼ੇ ਨਜ਼ਰ, ਔਰ ਪੇਸ਼ੇ ਨਜ਼ਰ ਕਰ ਰਹੇ ਸਨ ਅੰਜਲੀ ਸਿੰਘ ਹੋਰੀ, ਔਰ ਅੰਜਲੀ ਸਿੰਘ ਹੋਰੀ ਸਾਡੇ ਨਾਲ ਚਰਚਾ ਵਿਚਰਚਾ ਦੇ ਵਿੱਚ ਸ਼ਾਮਲ ਨੇ। ਅੰਜਲੀ, ਪਹਿਲਾਂ ਤੇ ਮੁਬਾਰਕਾਂ ਤੁਹਾਨੂੰ, ਇਹ ਜਿਹੜੀ ਪੇਸ਼ਕਾਰੀ ਤੁਸੀਂ ਕੀਤੀ, ਔਰ ਮਾਸ਼ਾਅੱਲਾ ਤੁਹਾਡੀ ਬੇਟੀ ਵੀ ਬਹੁਤ ਸੋਹਣਾ ਮਤਲਬ ਰੋਲ ਅਦਾ ਕਰ ਰਹੀ ਸੀ। ਔਰ ਜੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰ ਹੋਣ ਤੇ ਮੈਨੂੰ ਲੱਗਦਾ ਘਰੇ ਹੀ ਰੰਗਮੰਚ ਜਾਂ ਹੋ ਜਾਂਦਾ ਰਹਿੰਦਾ, ਮੈਨੂੰ ਲੱਗਦਾ ਵਧੀਆ ਰਹਿੰਦਾ ਹੈ, ਤਾਂ ਹੋਰ ਵੀ ਅੱਛੇ ਫਾਇਦਾ ਹੋ ਜਾਂਦਾ ਹੋਣਾ। ਸਾਰੇ ਕਲਾਕਾਰ ਘਰੋਂ ਹੀ ਮਿਲ ਗਏ, ਪ੍ਰੋਡਕਸ਼ਨ ਪੈਸੇ ਪੂਸੇ ਵੀ ਨਹੀਂ ਦੇਣੇ ਪੈਂਦੇ। ਪੈਸੇ ਨਹੀਂ ਦੇਣੇ ਪੈਂਦੇ, ਤਾਂ ਬਿਲਕੁਲ ਤੁਸੀਂ ਸੱਚੀ ਗੱਲ ਕਹੀ ਹੈ। ਐਕਚੁਅਲੀ ਸਾਡੀ ਜ਼ਿੰਦਗੀ 'ਚ ਆਈ ਥਿੰਕ 2-3 ਪਲੇ ਐਸੇ ਨੇ ਜਿਨ੍ਹਾਂ 'ਚ ਅਸੀਂ ਤਿੰਨਾਂ ਨੇ ਇਕੱਠੇ ਕੰਮ ਕੀਤਾ, ਮੇਰੇ ਹਸਬੈਂਡ ਨੇ ਵੀ, ਤੇ ਸਾਨੂੰ 2-3 ਵਾਰ ਮੌਕਾ ਮਿਲਿਆ। ਹਾਂਜੀ, ਅਸੀਂ ਇਹ ਤਿੰਨਾਂ ਤਾਂ ਤੁਸੀਂ ਤੇ ਨੇ ਮਤਲਬ ਹੋਰ ਲੱਕੀ ਹੋ ਵੀ ਤੁਹਾਡੇ ਹਸਬੈਂਡ ਵੀ ਇਸੇ ਸਿਨਫ ਦੇ ਵਿੱਚ ਨੇ। ਜੀ ਬਿਲਕੁਲ, ਅਸੀਂ ਥੀਏਟਰ ਆਲਮੋਸਟ ਇਕੱਠੇ ਸ਼ੁਰੂ ਕੀਤਾ ਸੀਗਾ, ਤੇ ਸੁਦੇਸ਼ ਸ਼ਰਮਾ ਜੀ ਵਾਸ ਦੀ ਪਰਸਨ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਰੰਗਮੰਚ ਤੇ ਆਉਣ ਦਾ ਚਾਂਸ ਦਿੱਤਾ। ਸੋ ਆਈ ਐਮ ਬਲੈਸਡ ਕਿ ਮੈਂ ਉਹਨਾਂ ਦੇ ਕੰਟੈਕਟ 'ਚ ਆਈ ਤੇ ਮੈਨੂੰ ਮੌਕਾ ਮਿਲਿਆ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਵੀ ਮੈਂ ਐਕਟ ਕਰ ਸਕਦੀ ਹਾਂ, ਜਾਂ ਮੈਂ ਸਟੇਜ ਤੇ ਜਾ ਸਕਦੀ ਹਾਂ, ਜਾਂ ਮੈਂ ਵੀ ਪਲੇ ਕਰ ਸਕਦੀ ਹਾਂ। ਤੇ ਬਸ ਇੱਕ ਕੋਇਨਸੀਡੈਂਸ ਸੀਗਾ, ਕਿਉਂਕਿ ਮੈਂ ਥੋੜਾ ਜਿਹਾ ਇੱਕ ਪਿੱਛੇ ਜਾਣਾ ਚਾਹਾਂਗੀ ਬਿਕੋਜ਼ ਬਹੁਤ ਇੰਟਰਸਟਿੰਗ ਕਿੱਸਾ ਹੈ। ਪਲੀਜ਼ ਸਾਡੇ ਦਰਸ਼ਕਾਂ ਨਾਲ, ਕਿਉਂਕਿ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਮੇਰਾ ਵੀ ਇਹੀ ਸਵਾਲ ਸੀ ਕਿ ਆਪਦੇ ਬਾਰੇ ਜਰੂਰ ਥੋੜਾ ਜਿਹਾ ਦੱਸੋ ਤੁਸੀਂ।
ਤਕਰੀਬਨ ਜਿਵੇਂ ਮੈਂ ਥੀਏਟਰ 10 ਤੋਂ 11 ਸਾਲ ਪਹਿਲਾਂ ਸ਼ੁਰੂ ਕੀਤਾ, ਇੰਨਾ ਹੂੰ ਕੁ ਮੇਰਾ ਸਫ਼ਰ ਹੈਗਾ ਹੈ। ਉਸ ਤੋਂ ਹੂੰ ਪਹਿਲਾਂ ਥੀਏਟਰ ਦੇਖਣ ਦਾ ਸ਼ੌਕ ਬਹੁਤ ਸੀ ਪੂਰੇ ਹੂੰ ਪਰਿਵਾਰ ਨੂੰ। ਜਿਵੇਂ ਮੈਂ ਤੇ ਮੇਰੇ ਹਸਬੈਂਡ ਨੇ ਈਵਨਿੰਗ 'ਚ ਦੇਖਣ ਜਾਣਾ, ਤੇ TFT ਦੇ ਥੀਏਟਰ ਫੈਸਟੀਵਲ, ਚੰਡੀਗੜ੍ਹ ਟੈਗੋਰ ਥੀਏਟਰ, ਬਾਲ ਭਵਨ, ਹੂੰ ਤੇ ਹੂੰ ਇਹਨਾਂ ਹੂੰ ਜਗ੍ਹਾਵਾਂ ਤੇ ਜਨਰਲੀ ਸਰ ਆਰਗੇਨਾਈਜ਼ ਕਰਦੇ ਹੁੰਦੇ ਸੀਗੇ। ਹੂੰ 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 ਤੇ ਉਹਨਾਂ ਪਲੇਜ਼ ਨੂੰ ਦੇਖਣਾ, ਨਾਲ ਉਹਦੇ 'ਚ ਇੰਟਰਸਟ ਲੈਣਾ, ਫਿਰ ਖੜ ਕੇ ਉਹਨਾਂ ਨਾਲ ਇੰਟਰੈਕਸ਼ਨ ਵੀ ਕਰਨੀ ਤੇ ਹੂੰ ਕੰਟਰੀਬਿਊਟ ਵੀ ਕਰਨਾ, ਕਿਉਂਕਿ ਥੀਏਟਰ ਨੂੰ ਦੇਖੋ ਕੰਟਰੀਬਿਊਸ਼ਨ ਚਾਹੀਦਾ ਹੈ। ਉਹ ਹੂੰ ਕੰਟਰੀਬਿਊਸ਼ਨ ਕਿਤੇ ਮਨ ਚੋਂ ਹੀ ਸੀਗਾ, ਜਦੋਂ ਪੈਸੇ ਨਾਲ ਕਰ ਸਕਦੇ ਸੀ ਉਦੋਂ ਥੋੜਾ ਬਹੁਤ ਪੈਸੇ ਨਾਲ ਕੀਤਾ, ਤੇ ਉਸ ਤੋਂ ਬਾਅਦ ਜਦੋਂ ਐਕਟ ਕਰਕੇ ਕਰ ਸਕੇ ਤਾਂ ਐਕਟ ਕਰਕੇ ਕੀਤਾ। ਸਹੀ ਹੈ। ਤੇ ਉਹਨਾਂ ਦਿਨਾਂ 'ਚ ਇੱਕ ਆਪਣੇ ਡੀਆਰ ਅੰਕੁਰ, ਪ੍ਰੋਫੈਸਰ ਡੀਆਰ ਅੰਕੁਰ ਨੇ NSD ਤੋਂ, ਉਹ ਇੱਕ ਹੂੰ ਹਫ਼ਤੇ ਲਈ ਆਪਣਾ ਸੁਦੇਸ਼ ਸਰ ਜੀ ਨੇ ਉਹਨਾਂ ਨੂੰ ਬੁਲਾਇਆ ਹੋਇਆ ਸੀਗਾ ਕਿ ਬਈ ਆਪਣੀ ਇੱਕ ਹਫ਼ਤੇ ਦੀ ਵਰਕਸ਼ਾਪ ਕਰਨੀ ਆ ਆਪਾਂ ਹੂੰ ਐਕਟਰਸ ਦੇ ਵਾਸਤੇ, ਹੂੰ ਵੀ ਤੁਸੀਂ ਹੂੰ ਆਓ। ਉਹ ਹੂੰ ਵਰਕਸ਼ਾਪ ਕੰਡਕਟ ਕਰਨ ਆਏ ਸੀ ਸੈਕਟਰ 44 ਸੂਤ ਭਵਨ। ਮੈਨੂੰ ਕਲੀਅਰਲੀ ਉਹ ਸਾਰੇ ਹੂੰ 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 ਵਿਜ਼ੂਅਲਸ ਯਾਦ ਨੇ ਹੁਣ ਤੱਕ, ਹੈ ਨਾ। ਹੂੰ 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 ਤੇ ਮੈਂ ਇਹਨਾਂ ਨੂੰ ਸੁਦੇਸ਼ ਸਰ ਦਾ ਫੋਨ ਆਇਆ ਕਿ ਬਈ ਦਿਲਬਾਗ ਆਪਾਂ ਏਦਾਂ ਕਰਕੇ ਕਰ ਰਹੇ ਆ, ਮੇਰੇ ਹਸਬੈਂਡ ਦਾ ਨਾਮ ਹੈ ਦਿਲਬਾਗ, ਕਿ ਹੂੰ ਬਈ ਤੂੰ ਆ ਜਾ, ਇਫ ਯੂ ਆਰ ਇੰਟਰਸਟਿਡ, ਤੂੰ ਮਿਲਦਾ ਰਹਿਣਾ ਮੈਨੂੰ ਤੇ ਕਰਨਾ ਹੈ। ਹੂੰ ਤੇ ਇਹ ਕਹਿੰਦੇ ਵੀ ਤੂੰ ਵੀ ਨਾਲ ਚੱਲ। ਮੈਂ ਕਿਹਾ ਦੇਖੋ ਤੁਸੀਂ ਇੰਟਰਸਟਿਡ ਹੋ, ਤੁਸੀਂ ਕਰਨਾ, ਹੂੰ ਤੁਸੀਂ ਜਾਓ, ਹੂੰ 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 ਤੇ ਮੇਰਾ ਕੀ ਕੰਮ ਹੈ ਉੱਥੇ ਜਾਣ ਦਾ। ਹੂੰ ਬਟ ਸਮਹਾਉ ਅਗੇਨ ਮੈਂ ਕਹਾਂਗੀ ਕਿ ਮਾਈ ਬਲੈਸਡ, ਮੇਰੇ ਪਾਰਟਨਰ ਨੇ ਅੱਜ ਤੱਕ ਜਿੰਨੇ ਵੀ ਕੋਈ ਨਵੇਂ ਇਨੀਸ਼ੀਏਟਿਵ ਲਿੱਤੇ ਨੇ, ਉਹ ਮੇਰੇ ਨਾਲ, ਅਸੀਂ ਪਹਿਲੇ ਕਦਮ ਉਹ ਸਾਰੇ ਇਕੱਠੇ ਹੀ ਚੁੱਕੇ ਨੇ। ਹੁਣ ਘਰ ਦੇ ਵਿੱਚ ਜ਼ਿਆਦਾ ਥੀਏਟਰ ਕੌਣ ਕਰਦਾ, ਤੁਹਾਡੇ ਹਸਬੈਂਡ ਜਾਂ ਤੁਸੀਂ ਜਾਂ ਆਸ਼ੀ? ਫਿਲਹਾਲ ਫਿਲਹਾਲ ਮੈਂ ਕਰ ਰਹੀ ਹਾਂ, ਤੇ ਆਸ਼ੀ ਮੈਨੂੰ ਸੁਪਰਸੀਡ ਕਰਨ ਤੇ ਆ ਗਈ ਹੈ ਆਲਮੋਸਟ। ਹੂੰ ਬਸ ਹੁਣ ਹੂੰ ਮੈਨੂੰ ਲੱਗਦਾ ਉਹਨੇ ਨਿਕਲ ਜਾਣਾ ਹੈ ਮੇਰੇ ਇਸ ਤੋਂ ਅੱਗੇ। ਸੁਪਰ ਸੀਡ ਕਰਨ ਦੇ ਵਿੱਚ ਬਹੁਤ ਸਾਰੇ ਤਿੱਖੇ ਸਵਾਲ ਨੇ, ਦਰਸ਼ਕਾਂ ਨੇ ਕੀਤੇ ਨੇ। ਕਿਆ ਮੈਂ ਤੁਹਾਨੂੰ ਇਹ ਸਵਾਲ ਕਰ ਸਕਦਾ? ਕਿਉਂਕਿ ਜੀ ਅਸੀਂ ਜੀ ਲਾਈਵ ਜਾ ਰਹੇ ਹਾਂ, ਲਾਈਵ, ਔਰ ਸਾਡੇ ਨਾਲ ਲੱਗੇ ਹੋਏ ਨੇ। ਆਪਾਂ ਉਹਨਾਂ ਦੇ ਸਵਾਲ, ਕਿਉਂਕਿ ਮੇਰੇ ਤਾਂ ਸਵਾਲ ਉਵੇਂ ਰਿਪੀਟ ਹੁੰਦੇ ਰਹਿੰਦੇ ਨੇ, ਅੱਜ ਜਿਹੜੇ ਜੀ ਦਰਸ਼ਕ ਨੇ, ਸਰੋਤੇ ਨੇ, ਮੈਂ ਚਾਹੁੰਦਾ ਕਿ ਜੀ ਮੈਂ ਉਹਨਾਂ ਦਾ ਜਿਹੜਾ ਰਿਐਕਸ਼ਨ ਆ, ਜਾਂ ਜਿਹੜੇ ਜੀ ਉਹਨਾਂ ਦੇ ਤਿੱਖੇ ਸਵਾਲ ਨੇ, ਜਾਂ ਹੱਲਾਸ਼ੇਰੀਆਂ, ਮੈਨੂੰ ਨਹੀਂ ਪਤਾ, ਮੈਂ ਪੜ੍ਹ ਕੇ ਤੁਹਾਨੂੰ ਦੱਸ ਦੇਵਾਂ। ਜੀ ਤੇ ਜੀ ਤੁਸੀਂ ਤਿਆਰ ਰਹੋ, ਪਲੀਜ਼ ਰੈਡੀ ਜੀ ਰਹੋ। ਜੇ ਕਿਸੇ ਨੇ ਤਿੱਖਾ ਸਵਾਲ ਵੀ ਕੀਤਾ ਹੈ ਤੇ ਆਪਾਂ ਪੋਲਾਈਟਲੀ ਜਵਾਬ ਦੇਣਾ, ਕੂਲਲੀ ਜਵਾਬ ਦੇਣਾ, ਜੀ ਕਿਉਂਕਿ ਜੀ ਰੰਗਮੰਚ ਦੇ ਤਾਂ ਇਹ ਸਾਰੇ ਅਸੂਲ ਨੇ ਨਾ। ਦਰਸ਼ਕ ਕਿਸੇ ਤਰ੍ਹਾਂ ਦੇ ਵੀ ਹੋ ਸਕਦੇ ਨੇ, ਪਿਆਰੇ ਵੀ ਹੋ ਸਕਦੇ ਨੇ, ਥੋੜੇ ਜਿਹੇ ਘੱਟ ਪਿਆਰੇ ਵੀ ਹੋ ਸਕਦੇ ਜੀ ਨੇ। ਤੇ ਲੇਕਿਨ ਜਿਹੜਾ ਸ਼ੁਰੂਆਤ ਆ ਉਹ ਬੜੀ ਸੋਹਣੀ ਹੈ। ਸਾਡੇ ਰੰਗਕਰਮੀ ਹੀ ਤੁਹਾਨੂੰ ਦੇਖ ਰਹੇ ਨੇ ਔਰ ਹੱਲਾਸ਼ੇਰੀ ਦੇ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਮੈਡਮ ਅਨੀਤਾ ਸ਼ਬਦੀਸ਼ ਹੋਰੀ ਦੇਖ ਰਹੇ ਆ ਤੁਹਾਡਾ ਇਹ ਸ਼ੋਅ। ਹਰਮੀਤ ਸਿੰਘ ਹੋਰੀ ਕਹਿੰਦੇ ਨੇ ਕਿ ਰੰਗਕਰਮੀਓ ਤੁਸੀਂ ਚੜ੍ਹਦੀ ਕਲਾ 'ਚ ਰਹੋ। ਕੁਮਾਰ ਪਵਨਦੀਪ ਹੋਰੀ ਕਹਿ ਰਹੇ ਨੇ ਕਿ ਜਿਹੜਾ ਇਹ ਪੋਜ਼ਿਟਿਵ ਐਟੀਟਿਊਡ ਹੈ ਇਹ ਬਹੁਤ ਅੱਛਾ ਲੱਗ ਰਿਹਾ। ਔਰ ਸੁਖਵਿੰਦਰ ਕੌਰ ਹੋਰੀ ਤੁਹਾਨੂੰ ਸ਼ੁਭ ਸ਼ਾਮਾਂ ਦੇ ਰਹੇ ਨੇ। ਨੀਤੂ ਸ਼ਰਮਾ ਮੈਨੂੰ ਹੱਲਾਸ਼ੇਰੀ ਦੇ ਰਹੇ ਨੇ। ਲੇਕਿਨ ਰਮਨ ਢਿੱਲੋਂ ਹੋਰੀ ਕਹਿ ਰਹੇ ਨੇ ਅੰਜਲੀ ਬਹੁਤ ਵਧੀਆ ਗੱਲਬਾਤ ਕਰ ਰਹੇ ਹੋ, ਇੰਟੈਲੈਕਚੁਅਲ ਪਰਸਨੈਲਿਟੀ ਹੋ। ਇਹ ਤਾਂ ਤੁਹਾਨੂੰ ਵਧੀਆ ਵਧੀਆ ਦੱਸ ਰਿਹਾ ਨਾ, ਮੈਂ ਹਜੇ ਅੱਗੇ ਆਉਣ ਦੇ, ਕੋਈ ਨਹੀਂ, ਤੁਸੀਂ ਤਿਆਰ ਰਹੋ। ਨਹੀਂ, ਤੁਸੀਂ ਕਿਉਂਕਿ ਪਰਫਾਰਮੈਂਸ ਬਹੁਤ ਸੋਹਣੀ ਕੀਤੀ ਤੇ ਮੋਸਟਲੀ ਸਾਰਿਆਂ ਦੇ ਹੀ ਜਿਹੜੇ ਰਿਐਕਸ਼ਨਸ ਨੇ ਉਹ ਅੰਜਲੀ ਤੁਹਾਨੂੰ ਸ਼ੁਭ ਕਾਮਨਾਵਾਂ। ਸੁਰੇਸ਼ ਮਹਿਤਾ ਜੀ ਤੁਹਾਨੂੰ ਸ਼ੁਭ ਕਾਮਨਾਵਾਂ ਦੇ ਰਹੇ ਨੇ। ਐਂਡ ਅਮਰ ਜੱਸਲ ਤੁਹਾਨੂੰ ਕਹਿ ਰਹੇ ਨੇ ਵੀ ਬਹੁਤ ਸੋਹਣੀ ਗੱਲਬਾਤ ਹੋ ਰਹੀ ਹੈ। ਬਲਜੀਤ ਸਿੰਘ ਮੋਗਾ ਕਹਿ ਰਹੇ ਨੇ ਵਾਹ ਜੀ ਵਾਹ, ਬਹੁਤ ਵਧੀਆ ਐਕਟ ਸੀਗਾ। ਔਰ ਸਨਿਗਧਾ ਬਧਵਾ ਆਸ਼ੀ ਨੂੰ ਹੱਲਾਸ਼ੇਰੀ ਦੇ ਰਹੇ ਨੇ। ਰਮਨ ਢਿੱਲੋਂ ਹੋਰੀ ਜਿਹੜੇ ਮੈਡਮ ਕੱਲ ਸਾਡੇ ਨਾਲ ਸੀਗੇ ਇਸ ਕੜੀ ਦੇ ਵਿੱਚ, ਔਰ ਉਹ ਕਹਿ ਰਹੇ ਨੇ ਕਿ ਤੁਸੀਂ ਬਹੁਤ ਸੋਹਣਾ ਪਲੇ ਜਿਹੜਾ ਹੈਗਾ ਉਹ ਐਕਟ ਕੀਤਾ। ਅਨੀਤਾ ਮੈਮ ਕਹਿ ਰਹੇ ਨੇ ਕਿ ਆਸ਼ੀ ਮਾਈ ਡੀਅਰ, ਮਾਈ ਕਿਊਟ ਨਟੀ, ਤੂੰ ਹੁਣ ਵੱਡੀ ਹੋ ਗਈ ਹੈ। ਤੇ ਉਹ ਛੁਟਕੀ ਨਟੀ ਵਿਨੋਦਨੀ ਸ਼ਾਇਦ ਤੁਸੀਂ ਕਦੇ ਕੀਤਾ ਹੋਏਗਾ ਉਹਨਾਂ ਨੇ ਜੀ ਛੋਟਾ ਜੀ ਰੋਲ। ਬਿਲਕੁਲ। ਹਾਂ, ਉਹ ਅਮਰ ਜੱਸਲ ਐਂਡ ਸ਼ਬਦੀਸ਼ ਭਾਜੀ ਵੀ ਅੱਜ ਸਾਨੂੰ ਟਿੱਪਣੀ ਕਰ ਰਹੇ, ਸਾਡੀ ਛੋਟੀ ਨਟੀ ਵਿਨੋਦਨੀ ਹੁਣ ਵੱਡੀ ਹੋ ਗਈ ਹੈ। ਸੁਖਵੰਤ ਭਾਜੀ ਹੋਰੀ ਕਹਿ ਰਹੇ ਨੇ ਕਿ ਜਿਹੜਾ ਤੁਹਾਡਾ ਡਰਾਮਾ ਹੈ ਉਹ ਬਹੁਤ ਬੋਲਡ ਹੈ। ਇਹ ਸਬਜੈਕਟ ਬਹੁਤ, ਮਤਲਬ ਹਿੰਮਤ ਚਾਹੀਦੀ ਹੈ ਇਦਾਂ ਦੇ ਸਬਜੈਕਟ ਕਰਨ ਲਈ। ਬਲਕਾਰ ਸਿੱਧੂ ਸਰ ਸਾਨੂੰ ਹੱਲਾਸ਼ੇਰੀ ਦੇ ਰਹੇ ਨੇ। ਵਿਸ਼ਨੂੰ ਨਾਰਾਇਣ ਜੀ ਹੱਲਾਸ਼ੇਰੀ ਦੇ ਰਹੇ ਨੇ। ਐਂਡ ਆਸ਼ਾ ਸਕਲਾਨੀ ਕਹਿ ਰਹੇ ਨੇ ਕਿ ਵੈਲ ਡਨ ਮੇਰੀ ਆਸ਼ੀ ਡੀਅਰ, ਲਵ ਯੂ ਸੋ ਮਚ। ਦਵਿੰਦਰ ਬਸਰਾ ਜੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਗੱਲਬਾਤ ਕਰਨ ਲਈ ਤੁਹਾਨੂੰ ਬਹੁਤ ਕਰੇਜ ਚਾਹੀਦਾ, ਕਿਉਂਕਿ ਏਦਾਂ ਓਪਨ ਹਿੰਮਤ ਦੀ ਗੱਲ ਹੁੰਦੀ ਹੈ ਇਸ ਇਸ਼ੂ ਦੇ ਉੱਤੇ ਜਿਹੜਾ ਤੁਸੀਂ ਐਕਟ ਕੀਤਾ, ਔਰ ਤੁਸੀਂ ਅੱਛੇ ਲੱਗ ਰਹੇ ਹੋ। ਬਾਕੀ ਮੈਂ ਬਾਅਦ ਦੇ ਵਿੱਚ ਪੜ੍ਹ ਦਾਂਗਾ, ਪਹਿਲਾਂ ਤੁਸੀਂ ਇਹਨਾਂ ਸਾਰਿਆਂ ਦਾ ਜਵਾਬ ਦੇਣਾ ਚਾਹੋਗੇ ਜੀ? ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਵਕਤ ਦਿੱਤਾ ਮੇਰੀ ਇਸ ਪਰਫਾਰਮੈਂਸ ਨੂੰ ਦੇਖਣ ਲਈ।
ਤੇ ਅਨੀਤਾ ਦੀਦੀ, ਰਮਨ ਢਿੱਲੋਂ ਦੀਦੀ, ਆਸ਼ਾ ਸਕਲਾਨੀ, ਦਵਿੰਦਰ ਬਸਰਾ ਜੀ ਜਾਂ ਸਨਿਗਧਾ, ਹੋਰ ਜਿੰਨੇ ਵੀ ਮੈਨੂੰ ਨਾ ਕੁਝ ਯਾਦ ਨੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ਾਇਦ ਤੁਸੀਂ ਮਹਿਸੂਸ ਕਰ ਰਹੇ ਹੋ, ਤੇ ਪਰਫਾਰਮੈਂਸ ਨੂੰ ਮਹਿਸੂਸ ਕਰਨ ਤੋਂ ਬਾਅਦ ਤੁਸੀਂ ਆਪਣੀਆਂ ਬਲੇਸਿੰਗਸ ਤੇ ਦੁਆਵਾਂ ਜਿਹੜੀਆਂ ਭੇਜੀਆਂ ਨੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅੱਛਾ, ਆਸ਼ੀ ਨੂੰ ਬਲੈਸ ਕਰ ਰਹੇ ਨੇ, ਮੇਰੇ ਖਿਆਲ ਚ ਮੈਂ ਵੀ ਵਧਾਈਆਂ ਦਿੰਦਾ। ਇੱਕ ਛੁਟਕੀ ਤੁਹਾਡੀ ਬੇਟੀ ਨੇ, ਔਰ ਬੜਾ ਉਹ ਤੁਹਾਨੂੰ ਜਿਵੇਂ ਕਹਿੰਦੇ ਨਾ ਵੀ ਡਰਾਮੇ ਦੇ ਵਿੱਚ ਬਰਾਬਰ ਦਾ ਹੋ ਕੇ ਟੱਕਰਨਾ, ਤੁਹਾਨੂੰ ਬਰਾਬਰ ਦਾ ਹੋ ਕੇ ਟੱਕਰ ਰਹੀ ਸੀਗੀ ਉਹ। ਕਿਤੇ ਵੀ ਉਹਦਾ ਜਿਹੜਾ ਕੌਨਫੀਡੈਂਸ ਮੈਨੂੰ ਵੀ ਕਿਤੇ ਨਹੀਂ ਲੱਗਿਆ ਵੀ ਉਹ ਆਪਦੀ ਮਾਂ ਦੇ ਸਾਹਮਣੇ ਰੋਲ ਕਰ ਰਹੀ ਹੈ, ਏਦਾਂ ਦਾ ਲੱਗਿਆ ਨਹੀਂ ਮੈਨੂੰ। ਮੈਂ ਆਸ਼ੀ ਲਈ ਬਹੁਤ ਵੱਡਾ ਕੰਪਲੀਮੈਂਟ ਮੇਰੇ ਲਈ ਰਿਹਾ। ਦੇਖੋ, ਥੀਏਟਰ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ, ਉਹਦੇ ਚੋਂ ਇੱਕ ਸਭ ਤੋਂ ਵੱਡੀ ਦਾਤ ਇਹ ਸੀ ਕਿ ਮੈਂ ਆਪਣੇ ਬੱਚੇ ਨੂੰ ਥੀਏਟਰ ਨਾਲ ਜੋੜ ਸਕੀ। ਸ਼ਾਇਦ ਜੇ ਬਹੁਤ ਮੈਂ ਵਧੀਆ। ਥੀਏਟਰ 'ਚ ਨਾ ਹੁੰਦੀ ਤਾਂ ਆਸ਼ੀ ਲਈ ਇਹ ਦਰਵਾਜ਼ਾ ਖੁੱਲਦਾ, ਕਦੋਂ ਖੁੱਲਦਾ, ਨਾ ਵੀ ਖੁੱਲਦਾ। ਪਰ ਤੇ ਅੱਜ ਮੈਂ ਸੱਚੀ ਮੇਰੇ ਦਿਲੋਂ ਮਤਲਬ ਇਹੋ ਜਿਹਾ ਇੱਕ ਨਿਕਲਦਾ, ਮੈਂ ਇਮੋਸ਼ਨਲ ਹੋ ਜਾਂਦੀ ਹਾਂ ਜਦੋਂ ਮੈਨੂੰ ਸੁਣਨ ਨੂੰ ਮਿਲਦਾ ਹੈ ਕਿ ਬੇਟੀ ਤੁਹਾਡੀ ਬਹੁਤ ਨੈਚੁਰਲ ਹੈ, ਇਹ ਬਹੁਤ ਖੂਬਸੂਰਤ ਐਕਟਰ ਹੈ। ਉਦੋਂ ਐ ਲੱਗਦਾ ਹੈ ਕਿ ਬਈ ਮੈਂ ਕੋਈ ਬਹੁਤ ਵੱਡਾ ਪਲੇ ਸ਼ਾਹਕਾਰ ਅੱਜ ਸਭ ਦੇ ਸਾਹਮਣੇ ਪੇਸ਼ ਕਰਤਾ ਤੇ ਮੈਨੂੰ ਇਹ ਕੰਪਲੀਮੈਂਟ ਮਿਲਿਆ। ਵਾਹ ਸੋ ਆਈ ਐਮ ਵਾਹ ਬਲੈਸਡ ਵਾਹ ਟੂ ਹੈਵ ਵਾਹ। ਸੱਚ ਡਾਟਰ। ਜਸਪਾਲ ਢਿੱਲੋਂ ਕਹਿ ਰਹੇ ਨੇ ਕਿ ਏਦਾਂ ਦੇ ਵਿਸ਼ੇ ਲਈ ਤੁਹਾਨੂੰ ਵਧਾਈ। ਹਰਮੀਤ ਸਿੰਘ ਕਹਿ ਰਹੇ ਨੇ ਕਿ ਬਹੁਤ ਵੈਰੀ ਗੁੱਡ ਸਬਜੈਕਟ। ਔਰ ਸਤਵੀਰ ਸਿੰਘ ਕਹਿ ਰਹੇ ਨੇ ਕਿ ਬਹੁਤ ਸੋਹਣੀ ਡਾਇਲੌਗ ਡਿਲੀਵਰੀ ਹੈ ਮੈਡਮ ਐਂਡ ਆਸ਼ੀ ਪੁੱਤ। ਐਂਡ ਰਮਨ ਢਿੱਲੋਂ ਕਹਿ ਰਹੇ ਨੇ ਡਾਕਟਰ ਦੀ ਮॉम ਡਾਟਰ ਦੀ ਅਮੇਜ਼ਿੰਗ ਪਰਫਾਰਮੈਂਸ ਆ। ਅਮਰੀਕ ਸਿੰਘ ਕਹਿ ਰਹੇ ਨੇ ਐਕਸੀਲੈਂਟ। ਐਂਡ ਜਗਜੀਤ ਸਰੀ ਕਹਿ ਰਹੇ ਨੇ ਜਿਹੜੀ ਕਨਵਰਸੇਸ਼ਨ ਸੀਗੀ ਬੱਚੇ ਤੇ ਇੱਕ ਡਿਵੋਰਸ ਜਿਹੜਾ ਕਿਰਦਾਰ ਸੀਗਾ ਮਾਂ ਦੇ ਵਿਚਕਾਰ, ਉਹ ਬਹੁਤ ਸੋਹਣੀ ਸੀਗੀ। ਜੀ। ਔਰ ਤੁਹਾਡਾ ਜਿਹੜਾ ਟਾਈਟਲ ਆ ਉਹ ਤੁਹਾਡੇ ਬਲਜੀਤ ਸਿੰਘ ਹੋਰੀ ਕਹਿ ਰਹੇ ਨੇ ਕਿ ਜਿਹੜਾ ਇਮੋਸ਼ਨਲੀ ਕਰੈਕਟਰਲੈਸ ਜਿਹੜਾ ਹੈਗਾ ਉਹ ਬਹੁਤ ਸੋਹਣਾ। ਵਾਹ। ਔਰ ਰਮਨ ਢਿੱਲੋਂ ਮੈਮ ਨੇ ਫੇਰ ਤੁਹਾਨੂੰ ਦੂਸਰੀ ਵਾਰੀ ਫੇਰ ਸਾਨੂੰ ਮੈਸੇਜ ਕੀਤਾ। ਬੌਬੀ ਸੰਧੂ ਕਹਿ ਰਹੇ ਨੇ ਬਹੁਤ ਸੋਹਣੀ ਪਰਫਾਰਮੈਂਸ। ਐਂਡ ਇਸ ਤਰ੍ਹਾਂ ਪਿੰਕੀ ਸੱਗੂ ਕਹਿ ਰਹੇ ਨੇ ਗੁੱਡ ਜੌਬ ਡੀਅਰ, ਕੀਪ ਇਟ ਅਪ। ਔਰ ਸੁਖਵਿੰਦਰ ਕਹਿ ਰਹੇ ਨੇ ਕਿ ਇਹ ਰਿਲੇਸ਼ਨਸ਼ਿਪ ਦੇ ਉੱਤੇ ਬੱਚਿਆਂ ਨੂੰ ਜਿਹੜਾ ਲੈ ਕੇ ਮਾਂ ਦਾ ਜਿਹੜਾ, ਇਹ ਮੇਰਾ ਵੀ ਸਵਾਲ ਹੈ ਅੰਜਲੀ ਤੁਹਾਨੂੰ ਕਿ ਜਿਹੜਾ ਤੁਹਾਡਾ ਸਬਜੈਕਟ ਸੀਗਾ ਉਹਦੇ ਵਿੱਚ ਤੁਸੀਂ ਇੱਕ ਉਹ ਮਦਰ ਜਿਹੜੀ ਇੱਕ ਤਰ੍ਹਾਂ ਨਾਲ ਇਕੱਲੀ ਹੀ ਸਰਵਾਈਵ ਕਰ ਰਹੀ ਹੈ। ਪਹਿਲਾਂ ਤਾਂ ਉਹ ਜ਼ਮਾਨੇ ਦੇ ਵਿੱਚ ਲੋਕਾਂ ਨਾਲ ਲੜ ਰਹੀ ਆ ਇੱਕ ਸਮਾਜਿਕ ਰੁਤਬੇ ਦੇ ਰੂਪ ਚ, ਔਰ ਉਦੋਂ ਬਾਅਦ ਉਹ ਇੱਕ ਯੰਗ ਬੇਟੀ ਆ ਜਿਹਦੇ ਸਕੂਲ ਦੇ ਵਿੱਚ ਬੁਆਏ ਜਿਹੜੇ ਮੁੰਡੇ ਦੋਸਤ ਨੇ, ਐਂਡ ਉਹ 2-3 ਫਰੰਟ ਦੇ ਉੱਤੇ ਲੜ ਰਹੀ ਆ ਔਰ ਇੰਨੀ ਸੋਹਣੀ ਟੈਕਲ ਕਰ ਰਹੀ ਆ ਉਸ ਗੱਲ ਨੂੰ। ਇਹਦੇ ਇੰਨਾ ਸੋਹਣਾ ਆਈਡੀਆ। ਪਹਿਲਾਂ ਤਾਂ ਮੈਨੂੰ ਦੱਸੋ ਕਿ ਇਹ ਕੋਈ ਰੀਅਲ ਸਟੋਰੀ ਤੇ ਆਈਡੀਆ ਜਾਂ ਤੁਸੀਂ ਕੋਈ ਏਦਾਂ ਦੀ ਕਹਾਣੀ ਕੋਈ ਚੁਣੀ ਜਾਂ ਕਿਤੇ ਇਹ ਲੋਕਡਾਊਨ ਚ ਆਇਆ ਵੀ ਮੈਂ ਇਹਦੇ ਉੱਤੇ ਕੰਮ ਕਰਨਾ? ਇਹਦੇ ਬਾਰੇ ਜ਼ਰੂਰ ਦੱਸੋ। ਏਦਾਂ ਹੈ ਕਿ ਇਸਦਾ ਜਿਹੜਾ ਥੀਮ ਹੈ, ਮਤਲਬ ਬੇਸ਼ੱਕ ਉਹਦਾ ਨਾਂ ਨਹੀਂ ਸੀ ਪਹਿਲਾਂ ਮੇਰੇ ਕੋਲੇ, ਇਮੋਸ਼ਨਲੀ ਕਰੈਕਟਰਲੈਸ ਹੋਣਾ, ਪਰ ਇਹ ਕਦੇ ਮਨ ਚ ਬੜੀ ਚੀਜ਼ ਆਉਂਦੀ ਸੀ ਕਿਉਂਕਿ ਮੇਰੀਆਂ ਨੋਨ ਨੇ ਕੁਛ 1-2 ਫਰੈਂਡਸ ਜੋ ਸਿੰਗਲ ਪੇਰੈਂਟ ਨੇ। ਹਾਂ। ਉਸ ਤੋਂ ਬਾਅਦ ਅਸੀਂ ਡੀ-ਐਡਿਕਸ਼ਨ ਤੇ ਵੀ ਡੀਲ ਕਰਦੇ ਆ, ਮੇਰੇ ਹਸਬੰਡ ਕਾਉਂਸਲਰ ਨੇ, ਤੇ ਮੈਨੂੰ ਕਈ ਸਿੰਗਲ ਮਦਰਸ ਜਾਣਦੀਆਂ ਨੇ। ਉਹਨਾਂ ਨਾਲ ਸਾਡੀ ਸ਼ੇਅਰਿੰਗ ਗੱਲਬਾਤ ਅਕਸਰ ਹੁੰਦੀ ਹੈ ਤੇ ਅਸੀਂ ਇੱਕ ਸੈਂਸਿਟਿਵ ਇਸ਼ੂ ਤੇ ਬੜੀ ਜ਼ਿਆਦਾ ਵਾਰ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਦਾ, ਇੱਕ ਦੂਜੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਤਾਂ ਮੈਂ ਇਹ ਕਹਿ ਸਕਦੀ ਹਾਂ ਕਿ ਇਹ ਜਿਹੜਾ ਪਲੇ ਹੈ, ਇਹ ਪਲੇ ਨਾ ਹੋ ਕੇ ਜ਼ਿੰਦਗੀ ਹੈ ਟੁਕੜਿਆਂ ਚ। ਕਿਤੋਂ ਕੋਈ ਇਸ ਇਨਸੀਡੈਂਟਸ ਨੂੰ ਕਿਸੇ ਨੇ ਕੁਝ 2 ਲਾਈਨਾਂ, ਕਿਸੇ ਨੇ ਇਹਦੀਆਂ 4 ਲਾਈਨਾਂ ਜੀਆਂ ਨੇ ਵਾਕਈ। ਉਹ ਜੀਆਂ ਹੋਈਆਂ ਚੀਜ਼ਾਂ ਨੂੰ ਜਦੋਂ ਉਹਨਾਂ ਨੇ ਸ਼ੇਅਰ ਕੀਤਾ ਹੈ, ਇਹ ਮੈਂ ਤਾਂ ਸਿਰਫ ਉਹਨਾਂ ਟੁਕੜਿਆਂ ਨੂੰ ਜੋੜਿਆ ਹੈ। ਤੁਸੀਂ ਇਹ ਕਹਿ ਲਓ ਕੋਈ ਖਾਸ ਇਹਦੇ ਤੇ ਲਿਖਿਆ ਨਹੀਂ ਗਿਆ, ਕੋਈ ਖਾਸ ਇਹਨੂੰ ਬੁਣਿਆ ਨਹੀਂ ਗਿਆ। ਇਹ ਮੋਸਟ ਆਫ ਚੀਜ਼ ਜਿਹੜੀ ਨਿਕਲੀ ਹੋਈ ਹੈ ਇਹ ਸ਼ੇਅਰਿੰਗ ਚੋਂ ਹੈ। ਤੇ ਕਿਤੇ ਜਿਹੜੇ ਮੇਰੇ ਦਿਲ ਚ ਦਬੀ ਹੋਈ ਇੱਕ ਚੀਜ਼ ਸੀ ਜਿਹੜੀ ਮੈਂ ਔਰਤ ਲਈ ਸਭ ਤੋਂ ਜ਼ਿਆਦਾ ਮਹਿਸੂਸ ਕਰਦੀ ਹਾਂ ਕਿ ਵਾਈ ਨੋਟ, ਮਤਲਬ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਔਰਤ ਹੈ ਜਾਂ ਆਦਮੀ, ਸਾਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ, ਹਰ ਤਰੀਕੇ ਦੀ ਜ਼ਰੂਰਤ ਪੂਰੀ ਕਰਨ ਦਾ ਸਾਨੂੰ। ਅੰਜਲੀ ਮੈਂ ਇਸੇ ਤੁਹਾਡੇ ਸਬਜੈਕਟ ਨੂੰ ਲੈ ਕੇ ਹੀ ਮੇਰਾ ਇੱਕ ਹੋਰ ਸਵਾਲ ਹੈ, ਇਸੇ ਨਾਲ ਹੀ ਜੁੜਿਆ ਹੈ, ਤਾਂ ਮੈਂ ਤੁਹਾਨੂੰ ਵਿਚਾਲੋਂ ਸਵਾਲ ਕਰ ਰਿਹਾ ਕਿ ਚਲੋ ਇਹ ਮੰਨ ਲਿਆ ਵੀ ਘਰੋਂ ਤੁਹਾਨੂੰ ਰੰਗਮੰਚ ਲਈ ਸਪੋਰਟ ਮਿਲ ਗਈ ਹੈ, ਲੇਕਿਨ ਇੱਕ ਜਿਹੜਾ ਪੂਰਾ ਬਾਹਰ ਹੈ, ਇੱਕ ਪੂਰਾ ਸਮਾਜ ਹੈ, ਜਦੋਂ ਇੱਕ ਕੁੜੀ ਥੀਏਟਰ ਕਰਦੀ ਹੈ, ਇੱਕ ਰੰਗਮੰਚ ਕਰਦੀ ਹੈ, ਸਾਡੇ ਤੇ ਪੰਜਾਬੀ ਜਿਹੜਾ ਇੱਕ ਪੁਰਸ਼ ਪ੍ਰਧਾਨ ਸਾਡਾ ਸਮਾਜ ਹੈ,
ਜਾਂ ਜੀ। ਜਿਹਨੂੰ ਅਸੀਂ ਫਿਊਡਲ ਸੁਸਾਇਟੀ ਕਹਿੰਦੇ, ਇਹਦੇ ਵਿੱਚ ਹਾਲੇ ਵੀ ਲੋਕ ਸਾਹਮਣੇ ਤਾਂ ਨਾ ਕਹਿਣ ਲੇਕਿਨ ਪਿੱਛੋਂ ਜ਼ਰੂਰ ਉਹ ਇੱਕ ਅਜੀਬ ਜੀ ਕਨਿੰਗ ਜੀ ਹਾਸੀ ਹੱਸਦੇ ਨੇ। ਇੱਕ ਕੁੜੀ ਹੋਣ ਦੇ ਨਾਤੇ ਕਿਆ ਜਦੋਂ ਤੁਸੀਂ ਰੰਗਮੰਚ ਨੂੰ ਘਰੋਂ ਤੇ ਮਿਲ ਗਈ ਤੁਹਾਨੂੰ ਸਵੀਕ੍ਰਿਤੀ, ਜੀ ਤੁਹਾਡੇ ਜੀ ਹਸਬੈਂਡ ਨੇ ਦੇਤੀ, ਤੁਹਾਡੇ ਬੱਚਿਆਂ ਨੇ ਤੁਹਾਨੂੰ ਸਵੀਕਾਰ ਕਰ ਲਿਆ, ਲੇਕਿਨ ਬਾਹਰ ਵੀ ਕੁਝ ਔਕੜਾਂ ਔਖਿਆਈਆਂ ਮਸਲੇ ਕੁਝ ਆਏ ਹੋਣਗੇ ਬੀਇੰਗ ਅ ਗਰਲ ਬੀਇੰਗ ਅ ਲੇਡੀ ਤੁਹਾਨੂੰ, ਕਿ ਸਟੇਜ ਦੇ ਉੱਤੇ ਜਦੋਂ ਤੁਸੀਂ ਬਗਾਨੇ ਲੋਕਾਂ ਨਾਲ ਇਹ ਕੰਮ ਕਰਦੇ ਹੋ ਐਕਟ ਕਰਦੇ ਹੋ ਉਦੋਂ ਕਾਫੀ ਤੁਹਾਨੂੰ ਕਿੰਨਾ ਕੁ ਪਰਹੇਜ਼, ਕਿੰਨਾ ਕੁ ਇਹਤਿਆਤ, ਕਿੰਨਾ ਕੁ ਤੁਹਾਨੂੰ ਆਪਣੇ ਆਪ ਨੂੰ ਰੱਖਣਾ ਪੈਂਦਾ ਕਿ ਯਾਰ ਮੈਂ ਇਹ ਲੋਕਾਂ ਦੇ ਸਾਹਮਣੇ ਮੈਨੂੰ ਬੜੇ ਮਸਲੇ ਆ ਸਕਦੇ ਨੇ, ਇਸ ਤਰ੍ਹਾਂ ਦਾ ਕੁਝ ਤੁਸੀਂ ਉਲਝੇ ਹੋ ਕਿਤੇ ਇਹਨਾਂ ਚੀਜ਼ਾਂ 'ਚ? ਬਲਵਿੰਦਰ ਜੀ, ਮੈਨੂੰ ਜਿੱਥੋਂ ਤੱਕ ਲੱਗਦਾ ਹੈ ਜੇ ਸਿਰਫ ਤੁਸੀਂ ਥੀਏਟਰ 'ਚ ਇੱਕ ਫੀਮੇਲ ਦੇ ਵਰਕ ਦੀ ਗੱਲ ਜੋ ਕੀਤੀ ਮੇਰੇ ਨਾਲ, ਜਾਂ ਜੋ ਹਾਂ ਮੇਰਾ ਸਫ਼ਰ ਰਿਹਾ 10 ਸਾਲਾਂ ਦਾ, ਮੈਂ ਹਾਂ ਡਿਫਰੈਂਟ ਹਾਂ ਡਾਇਰੈਕਟਰਸ ਨਾਲ ਕੰਮ ਕੀਤਾ, ਮੈਂ ਫ੍ਰੀਲਾਂਸਰ ਰਹੀ ਹਾਂ ਹਾਂ ਤੇ ਉਹਦੇ 'ਚ ਡਿਫਰੈਂਟ ਡਾਇਰੈਕਟਰਸ ਮੇਰੇ ਰਹੇ, ਡਿਫਰੈਂਟ ਟੀਮਸ ਮੇਰੀਆਂ ਰਹੀਆਂ। ਸੁਦੇਸ਼ ਸ਼ਰਮਾ ਜੀ ਤੋਂ ਬਾਅਦ ਡਾਕਟਰ ਆਤਮ ਜੀ, ਡਾਕਟਰ ਪਾਲੀ ਭੁਪਿੰਦਰ, ਚੰਨੀ ਸਰ, ਹੂੰ ਕੁਲਦੀਪ ਸ਼ਰਮਾ ਹੂੰ ਜੀ, ਹੂੰ ਮੋਹਿੰਦਰ ਸਰ ਆਪਣੇ, ਸੇ ਟੀਮਸ ਡਿਫਰੈਂਟ ਡਿਫਰੈਂਟ ਰਹੀਆਂ, ਉਹਨਾਂ ਦੇ ਡਿਫਰੈਂਟ ਡਿਫਰੈਂਟ ਪ੍ਰੋਸੈਸ ਰਹੇ ਤੇ ਉਹਨਾਂ ਦੇ ਡਿਫਰੈਂਟ ਡਿਫਰੈਂਟ ਇਨਵਾਇਰਨਮੈਂਟ ਰਹੇ। ਹੂੰ ਤੇ ਲੇਕਿਨ ਮੈਨੂੰ ਇੰਨੇ ਡਿਫਰੈਂਟ ਇਨਵਾਇਰਨਮੈਂਟਸ ਦੇ ਵਿੱਚ ਵਿਚਰ ਕੇ ਵੀ ਅੰਤ 'ਚ ਜੇ ਮੈਨੂੰ ਕੋਈ ਅੱਜ ਇੱਕ ਸਟੇਟਮੈਂਟ ਪੁੱਛੇ ਤਾਂ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਜੇ ਤੁਸੀਂ ਟਰਾਂਸਪੇਰੈਂਟ ਹੋ, ਓਨੈਸਟੀ ਨਾਲ ਆਪਣਾ ਜੋ ਕੰਮ ਕਰਨਾ ਹੈ ਸਿਰਫ ਉਹ ਕੰਮ ਕਰ ਰਹੇ ਹੋ, ਹੂੰ ਮੈਨੂੰ ਨਹੀਂ ਲੱਗਦਾ ਕਿ ਜੇ ਕੋਈ ਤੁਹਾਡੇ ਬਾਰੇ ਕੁਝ ਹੋਰ ਗੱਲ ਕਰਦਾ ਹੈ ਜਾਂ ਤੁਹਾਨੂੰ ਕਿਸ ਤਰ੍ਹਾਂ ਦੇਖਦਾ ਹੈ ਜਾਂ ਕਿਸ ਤਰ੍ਹਾਂ ਲੈਂਦਾ ਹੈ, ਉਹਦੇ ਨਾਲ ਸਾਨੂੰ ਕੋਈ ਫਰਕ ਪੈਣਾ ਚਾਹੀਦਾ ਹੈ। ਸਹੀ ਹੈ। ਜੇ ਲੇਡੀ ਇਸ ਚੀਜ਼ ਦੇ ਵਿੱਚ ਕੰਮ ਕਰ ਰਹੀ ਹੈ, ਕਿਉਂਕਿ ਅਨੀਤਾ ਜੀ ਦੀ ਆਪਾਂ ਗੱਲ ਕੀਤੀ, ਰਮਨ ਢਿੱਲੋਂ ਦੀਦੀ ਦੀ ਗੱਲ ਕੀਤੀ, ਹੂੰ ਸੰਗੀਤਾ ਦੀਦੀ ਦੀ ਗੱਲ ਕੀਤੀ, ਮੇਰੇ ਤਾਂ ਇਹ ਲੇਡੀਜ਼ ਮੇਰੀਆਂ ਰੋਲ ਮਾਡਲ ਰਹੀਆਂ ਨੇ ਤੇ ਹੁਣ ਵੀ ਹੈਗੀਆਂ ਨੇ। ਹੂੰ ਮਤਲਬ ਇੰਨੀ ਖੂਬਸੂਰਤੀ ਨਾਲ ਇਹਨਾਂ ਨੇ ਆਪਣੀ ਜ਼ਿੰਦਗੀ ਜੀ ਹੈ ਤੇ ਰੰਗਮੰਚ ਨੂੰ ਨਿਭਾਇਆ ਹੈ, ਮੈਂ ਤਾਂ ਇਹਨਾਂ ਤੋਂ ਪਲ ਪਲ ਸਿੱਖਦੀ ਹਾਂ। ਤੇ ਇਹਨਾਂ 'ਚ ਜਿਹੜੀ ਉਹ ਬੋਲਡਨੈਸ, ਜਿਹੜੀ ਕਰੇਜ ਮੈਂ ਵਾਕਈ ਇਹਨਾਂ ਫੀਮੇਲਸ ਤੋਂ ਸਿੱਖੀ ਹੈ ਤੇ ਮੈਂ ਉਹ ਨਿਭਾਈ ਹੈ, ਤੇ ਮੈਨੂੰ ਵਾਕਈ ਕੋਈ ਫਰਕ ਨਹੀਂ ਪੈਂਦਾ ਜੇ ਮੇਰੇ ਘਰਦਿਆਂ ਨੂੰ ਈਵਨ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕਿੱਦਾਂ ਦੀ ਕੋਈ ਗੱਲ ਕਰਦਾ ਹੈ ਜਾਂ ਕੋਈ ਲੇਟ ਆਇਆ ਜਾ ਰਿਹਾ ਹੈ, ਰਿਹਰਸਲਸ ਕੋਈ ਲੇਟ ਨਾਈਟ ਚੱਲ ਰਹੀਆਂ ਨੇ ਜਾਂ ਸ਼ੋਜ਼ ਲਈ ਬਾਹਰ ਜਾਣਾ ਪੈ ਰਿਹਾ ਹੈ, ਕਿਸੇ ਟੀਮ ਨਾਲ ਤੁਸੀਂ ਬਾਹਰ ਜਾ ਰਹੇ ਹੋ, ਫਿਰ ਅੱਧੀ ਰਾਤ ਨੂੰ ਮੁੜ ਕੇ ਆ ਰਹੇ ਹੋ, ਤੁਹਾਡਾ ਸਟੇ ਵੀ ਕਈ ਵਾਰ ਹੁੰਦਾ ਹੈ ਤੇ ਤੁਸੀਂ ਇਕੱਲੇ ਹੋ। ਤੇ ਏਦਾਂ ਦੀਆਂ ਬਹੁਤ ਚੀਜ਼ਾਂ ਆਈਆਂ, ਮੈਨੂੰ ਨੋ ਡਾਊਟ ਘਰੋਂ ਬਹੁਤ ਖੁੱਲਾ ਮਾਹੌਲ ਮਿਲਿਆ, ਬਹੁਤ ਸਪੋਰਟ ਮਿਲੀ, ਲੇਕਿਨ ਉਸ ਤੋਂ ਬਾਵਜੂਦ ਮੈਨੂੰ ਨਹੀਂ ਲੱਗਦਾ ਕਿ ਮੇਰੇ ਕੰਨਾਂ 'ਚ ਕੁਝ ਐਸੀਆਂ ਚੁਭਵੀਆਂ ਗੱਲਾਂ ਪਈਆਂ ਹੋਣ ਕਿ ਪਰਸਨਲ ਲੈਵਲ ਤੇ ਬਈ ਮੈਨੂੰ ਉਹ ਚੀਜ਼ਾਂ ਨੇ ਕਿਤੇ ਤੰਗ ਮੈਂ ਇਸ ਲਈ ਕੀਤਾ ਪੁੱਛਿਆ, ਹੋਵੇ। ਮੈਂ ਤੁਹਾਨੂੰ ਇਸ ਲਈ ਪੁੱਛਿਆ ਕਿ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹਦੇ 'ਚ ਇੱਕ ਡਾਇਲੌਗ ਸੀ। ਤੁਸੀਂ ਜਦੋਂ ਆਪਦੀ ਬਿਟੀਆਂ ਨੂੰ ਪੁੱਛਦੇ ਹੋ ਕਿ ਮੈਨੂੰ ਇਹ ਦੱਸ ਟਰੁੱਥ, ਜਿਹੜਾ ਤੁਸੀਂ ਪੁੱਛ ਰਹੇ ਸੀ ਕਿ ਮੇਰੇ ਬਾਰੇ ਹੋਰ ਕੌਣ-ਕੌਣ ਗੱਲਾਂ ਕਰਦਾ, ਤਾਂ ਮੈਂ ਇਸ ਲਈ ਸਵਾਲ ਤੁਹਾਨੂੰ ਕੀਤਾ ਸੀਗਾ। ਔਰ ਮੈਨੂੰ ਪਤਾ ਵੀ ਤੁਹਾਨੂੰ ਸਪੋਰਟ ਰਹੀ ਹੈ ਔਰ ਤੁਸੀਂ ਬਹੁਤ ਧੜੱਲੇ ਵਾਲੇ ਐਂਡ ਸਟਰੋਂਗ ਹੋ। ਔਰ ਅਨੀਤਾ ਸੁਰਦੀਸ਼ ਵੀ ਕਹਿ ਰਹੇ ਨੇ ਸਾਡੀ ਕਲਾਕਾਰ ਨੂੰ ਕਿਉਂ ਡਰਾ ਰਹੇ ਹੋ ਬਲਵਿੰਦਰ, ਉਹ ਡਰਨ ਵਾਲੀ ਨਹੀਂ। ਅਸਲ 'ਚ ਮੈਂ ਜਦੋਂ ਤੁਹਾਨੂੰ ਕਹਿ ਰਿਹਾ ਵੀ ਤਿਆਰ ਹੋ ਜੋ ਤਿੱਖੇ ਸਵਾਲ ਨੇ, ਜੀ ਮਾਂ ਜੀ ਧੀ ਜੀ ਨੇ ਜੀ ਜੀ ਬਹੁਤ ਸੋਹਣਾ ਕੰਮ ਕੀਤਾ ਭਾਈ। ਜਦੋਂ ਹੁਣ ਇਹਨਾਂ ਦੀ ਸਪੋਰਟ ਤੁਹਾਡੇ ਨਾਲ ਆ, ਮੈਂ ਅਨੀਤਾ ਮੈਮ ਪਲੀਜ਼ ਤੁਸੀਂ ਸੁਣ ਲਓ, ਮੈਂ ਨਹੀਂ ਡਰਾ ਰਿਹਾ, ਮੈਂ ਤਾਂ ਉਹਨਾਂ ਨੂੰ ਤਾਕਤਵਰ ਬਣਾ ਰਿਹਾ ਵੀ ਡਰਿਓ ਨਾ। ਸ਼ੁਕਰੀਆ ਮੈਡਮ, ਇਹਦੇ ਵਿੱਚ ਮੈਨੂੰ ਵੀ ਹੱਲਾਸ਼ੇਰੀ ਦਿਸ ਰਹੀ ਹੈ। ਅੰਜਲੀ, ਦੋ ਤਿੰਨ ਹੋਰ ਲੋਕਾਂ ਨੇ ਜਿਹੜੇ ਸਾਡੇ ਦਰਸ਼ਕ ਨੇ ਉਹ ਅਮਰ ਚੌਹਾਨ ਸਾਹਿਬ ਕਹਿ ਰਹੇ ਨੇ ਕਿ ਬਹੁਤ ਸੋਹਣਾ ਸਬਜੈਕਟ ਐਂਡ ਬਹੁਤ ਸੋਹਣਾ ਤੁਸੀਂ ਨਰੇਟ ਕੀਤਾ ਔਰ ਵਧਾਈ ਦੇ ਪਾਤਰ ਹੋ ਅੰਜਲੀ ਐਂਡ ਤੁਹਾਡੀ ਬਿਟੀਆ, ਉਹ ਤੁਹਾਨੂੰ ਮੁਬਾਰਕ ਦੇ ਰਹੇ ਨੇ। ਹਰੀਸ਼ ਖੁਰਾਨਾ ਜੀ ਕਹਿ ਰਹੇ ਨੇ ਕੰਗ੍ਰੇਟਸ ਬੋਥ ਆਫ ਯੂ। ਸੁਖਵਿੰਦਰ ਕਹਿ ਰਹੇ ਨੇ ਵੈਰੀ ਨਾਈਸ ਗੱਲਬਾਤ ਤੁਹਾਡੀ, ਉਹ ਮੈਨੂੰ ਮੇਰਾ ਵੀ ਨਾਮ ਨਾਲ ਰਹਿ ਰਹੇ ਨੇ। ਐਂਡ ਰਮਨ ਢਿੱਲੋਂ ਤੁਹਾਡਾ ਥੈਂਕਸ ਕਰ ਰਹੇ ਨੇ। ਔਰ ਇਹ ਦੇਖੋ, ਇਹ ਲਾਈਵ ਦਾ ਇੱਕ ਬੜਾ ਵਧੀਆ ਮਜ਼ਾ ਹੁੰਦਾ ਕਿ ਉਹ ਸਵਾਲ ਵੀ ਕਰ ਰਹੇ ਨੇ, ਤੁਸੀਂ ਜਵਾਬ ਦਿੱਤਾ ਐਂਡ ਉਹਨਾਂ ਨੇ ਫਿਰ ਰਿਪਲਾਈ ਕੀਤਾ। ਦਰਸ਼ਕੋ, ਇਹ ਇਸੇ ਚੱਕਰ 'ਚ ਤੇ ਸਾਡਾ ਜਿਹੜਾ ਵਾਈਫਾਈ ਹੈ ਕਨੈਕਸ਼ਨ ਕੋਈ ਟੁੱਟ ਚੱਟ ਜਾਂਦਾ ਵੀ ਲਾਈਵ ਦੇ ਚੱਕਰ ਦੇ ਵਿੱਚ। ਲੇਕਿਨ ਮੈਂ ਪਹਿਲਾਂ ਹੀ ਕਿਹਾ ਸੀ ਵੀ ਲਾਈਵ ਦਾ ਜਿਹੜਾ ਕੁਮਾਰ ਪਵਨਦੀਪ ਤੁਹਾਨੂੰ ਕਹਿ ਰਹੇ ਨੇ ਕਿ ਕੰਗ੍ਰੈਚੁਲੇਸ਼ਨਸ ਅੰਜਲੀ, ਤੁਸੀਂ ਬਹੁਤ ਸੋਹਣਾ ਕੰਮ। ਅੰਜਲੀ ਤੁਹਾਨੂੰ ਥੈਂਕਸ ਕਰ ਰਹੇ ਨੇ ਸਾਰੇ। ਥੈਂਕ ਯੂ ਵੈਰੀ ਮਚ ਸਾਰਿਆਂ ਦਾ। ਮੈਨੂੰ ਤੁਸੀਂ ਜਿਹੜਾ ਸਪੋਰਟ ਕਰ ਰਹੇ ਹੋ, ਅਨੀਤਾ ਦੀਦੀ ਮੇਰੀ ਸਪੋਰਟ 'ਚ ਕੁਝ ਸਟੇਟਮੈਂਟਸ ਤੁਹਾਨੂੰ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਮੈਂ ਦੇਖਦੀ ਹਾਂ ਮੇਰੇ ਕੋ ਆਰਟਿਸਟ, ਮੇਰੇ ਐਲਡਰਸ, ਮੇਰੇ ਕਲਾਕਾਰ ਪਿੱਛੋਂ ਦੇਖੋ ਮੇਰੀ ਕਿੰਨੀ ਸਪੋਰਟ ਹੈ ਨਾ। ਇਹ ਬੈਕਬੋਨ ਹੁੰਦੀ ਹੈ ਜੀ ਅਸਲ 'ਚ। ਸੁਦੇਸ਼ ਜੀ ਵੀ ਤੁਹਾਨੂੰ ਕਹਿ ਰਹੇ ਨੇ ਵੈਰੀ ਗੁੱਡ, ਚੱਕੀ ਚੱਲੋ ਫੱਟੇ, ਕੋਈ ਇਸ਼ੂ ਨਹੀਂਗਾ। ਬਹੁਤ ਬਹੁਤ ਸ਼ੁਕਰੀਆ ਸਰ। ਸੁਦੇਸ਼ ਜੀ ਲਈ ਤਾਂ ਮੇਰਾ ਇੱਕ ਉਮਰ ਭਰ ਦਾ ਗ੍ਰੈਟੀਟਿਊਡ ਹੈ। ਮੈਨੂੰ ਥੀਏਟਰ ਨਾਲ ਜੋੜਨ ਵਾਲੇ ਸੁਦੇਸ਼ ਜੀ ਹੀ ਨੇ
ਅੱਜ ਮੈਂ ਜੋ ਵੀ ਮਹਿਸੂਸ ਕਰ ਰਹੀ ਹਾਂ ਉਹਦਾ ਪਹਿਲਾ ਜਿਹੜਾ ਸ਼੍ਰੇ ਹੈ ਤੇ ਉਹ ਆਪਣਾ ਸੁਦੇਸ਼ ਜੀ ਨੂੰ ਜਾਂਦਾ ਹੈ। ਤੇ ਬਹੁਤ ਬਹੁਤ ਅੰਜਲੀ ਥੈਂਕ ਯੂ। ਅੰਜਲੀ ਪਿਛਲੇ ਦਿਨੀ ਨਾ ਮੈਨੂੰ, ਕਿਉਂਕਿ ਮੈਨੂੰ ਵੀ ਗੁਰਵਿੰਦਰ ਹੋਰਾਂ ਨੇ ਜੋੜ ਲਿਆ ਇਸ ਰੰਗਮੰਚ ਨਾਲ। ਗੁਰਵਿੰਦਰ ਹੋਰੀ ਬਾਰ-ਬਾਰ ਮੈਨੂੰ ਜਦੋਂ ਬੰਦ ਕਰਨ ਦੀ ਹਦਾਇਤ ਕਰਦੇ ਆ, ਮੈਂ ਉਹਨਾਂ ਨੂੰ ਪਿੱਛੋਂ ਨਹੀਂ ਸੁਣਦਾ, ਪਹਿਲਾਂ ਮੈਂ ਸਾਰਾ ਸੁਣ ਲੈਣਾ ਹੁੰਦਾ। ਜਿਹੜੇ ਪਿਛਲੇ ਟਾਈਮ ਹੁੰਦੇ ਨਾ 5-7 ਮਿੰਟ ਜਿਹੜੇ ਮੇਰੇ, ਆਪਾਂ ਖੁੱਲ ਕੇ ਗੱਲ ਕਰਨੀ, ਜਦੋਂ ਹਜੇ ਉਹ ਕਹਿੰਦੇ ਵੀ ਪੁਰਾਣੇ ਬੰਦੇ ਹੌਲੀ ਹੌਲੀ ਜੇ ਉਹਨਾਂ ਦੀ ਟਾਕ, ਰੰਗਮੰਚ ਵਾਲੇ ਜਿਵੇਂ ਉਹ ਖੁੱਲਦੇ ਆਰਾਮ ਦੇ ਨਾਲ, ਪਹਿਲਾਂ ਉਹ ਕੌਨਸ਼ੀਅਸ ਹੁੰਦੇ ਨੇ, ਪਰ ਮੈਂ ਉਹਨਾਂ ਦੀ ਪਿਛਲੇ 4-5 ਮਿੰਟ ਮੈਂ ਉਹਨਾਂ ਦੀ ਸੁਣਦਾ ਨਹੀਂ, ਹਦਾਇਤ ਕੋਈ ਵੀ ਆਉਂਦੀ ਰਹੇ। ਜਦੋਂ ਪਿਛਲੇ ਦਿਨ ਹੀ ਮੈਨੂੰ 3-4 ਗੁਰਵਿੰਦਰ ਹੋਰਾਂ ਨੇ ਜੋੜਿਆ ਤੇ ਮੇਰੀ ਡਿਊਟੀ ਅਲੱਗ-ਅਲੱਗ ਏਦਾਂ ਜਿਵੇਂ ਤੁਹਾਡੇ ਨਾਲ ਮੈਂ ਗੱਲਬਾਤ ਕਰ ਰਿਹਾ, ਹੋਰ ਆਰਟਿਸਟਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਮੈਂ ਕੀਤੀ ਜਾਂ ਰੂਬਰੂ ਹੋਇਆ, ਉਹਦੇ ਵਿੱਚ ਮੈਨੂੰ ਪਰਸਨਲ ਬੜੇ ਫੋਨ ਆਏ ਅੰਜਲੀ, ਮੈਨੂੰ ਮੈਸੇਜ ਬਹੁਤ ਆਏ ਕਿ ਜਿਹੜੀ ਰੰਗਮੰਚ ਵਾਲੇ ਲੋਕਾਂ ਕੋਲ એનર્ਜੀ ਹੈ, ਜਿਹੜੀ ਊਰਜਾ ਹੈ, ਉਹ ਬਹੁਤ ਸੋਹਣੀ ਹੈ। ਮੰਨ ਲਓ ਤੁਸੀਂ ਹੁਣੇ ਕਿਹਾ ਕਿ ਮੈਨੂੰ ਲੋਕਡਾਊਨ ਦੇ ਦੌਰਾਨ ਇੱਕ ਇਹ ਸਕ੍ਰਿਪਟ ਮਿਲੀ ਜਾਂ ਮੈਨੂੰ ਤੁਹਾਡੇ ਦੋਸਤਾਂ ਨਾਲ ਮਿਲਣ ਦਾ ਮੌਕਾ ਮਿਲਿਆ, ਤੇ ਰਾਣਾ ਹੋਰੀ ਵੀ ਕਹਿ ਰਹੇ ਸੀ ਕਿ ਸਾਡੇ ਕੋਲ ਸਕ੍ਰਿਪਟਾਂ ਸਾਡੇ ਆਸੇ-ਪਾਸੇ ਹੁੰਦੀਆਂ ਨੇ, ਸਾਨੂੰ ਲੱਭਣੀਆਂ ਮਤਲਬ ਸਿਰਫ ਦੇਖਣੀਆਂ ਹੁੰਦੀਆਂ ਨੇ। ਤਾਂ ਜੇ ਤੁਸੀਂ ਲੱਭੀਆਂ ਤਾਂ ਤੁਹਾਨੂੰ ਮੁਬਾਰਕਾਂ। ਲੇਕਿਨ ਹੁਣ ਮੇਰਾ ਸਵਾਲ ਹੈ ਵੀ ਜੇ ਕਰੋਨਾ ਇਹੀ ਹਜੇ 5-7-8 ਮਹੀਨੇ ਹੋਰ ਆਈ ਰਿਹਾ, ਜੇ ਹਜੇ ਦਵਾਈ ਨਾ ਹੋਈ, ਜੇ ਅਸੀਂ ਕਿਤੇ ਸਪੋਜ਼ ਕਰੋ ਫਸੇ ਰਹੇ, ਖੁਦਾ ਨਾ ਖਾਸਤਾ ਚੱਲਦਾ ਰਿਹਾ, ਤੁਹਾਡੀ ਪਲੈਨਿੰਗ ਕੀ ਹੈ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ? ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹਾਂਗੀ ਕਿ ਮੈਂ ਸ਼ੁਰੂਆਤ 'ਚ ਕਿਹਾ ਸੀ ਮੇਰੀ ਜਿਹੜੀ 50% ਇੰਪਰੂਵਮੈਂਟ ਹੈ ਉਹਨੂੰ 100% ਤੇ ਲੈ ਕੇ ਜਾਣਾ ਹੈ। ਉਸ ਤੋਂ ਬਾਅਦ ਜਿਹੜਾ ਇੱਕ ਸਿਲਸਿਲਾ ਇਹ ਮੇਰਾ ਬ੍ਰੇਕ ਸੀਗਾ, ਤੇ ਉਸ ਬ੍ਰੇਕ ਨੂੰ ਤੁਸੀਂ ਜਿਹੜਾ ਮੇਰਾ ਜੋੜਿਆ ਦੁਬਾਰੇ, ਮੈਨੂੰ ਮਜਬੂਰ ਕੀਤਾ, ਮਤਲਬ ਤੁਸੀਂ ਰੱਬ ਬਣ ਕੇ ਆਏ ਹੋ ਗੁਰਵਿੰਦਰ ਜੀ ਤੇ ਤੁਸੀਂ ਸਾਰੇ ਟੀਮ, ਹੈ ਨਾ, ਕਿ ਉਹ ਮੈਨੂੰ ਕਹਿ ਰਿਹਾ ਕਿ ਕੁੜੀਏ ਕਿੱਥੇ ਗਵਾਚਦੀ ਜਾ ਰਹੀ ਹੈ, ਆਜਾ ਥੀਏਟਰ ਵੱਲ ਮੁੜਿਆ, ਕਿੱਥੇ ਚਲ ਗਈ ਸੀਗੀ। ਤੇ ਹੁਣ ਮੈਂ ਸੋਚਦੀ ਹਾਂ ਵੀ ਸਿਲਸਿਲੇ ਨੂੰ ਸ਼ੁਰੂ ਰੱਖਿਆ ਜਾਵੇ, ਇਹਨੂੰ ਕੁਝ ਹੋਰ ਚੀਜ਼ਾਂ ਡਿਸਕਸ, ਜਾਂ ਮੈਂ ਇਸੇ ਪਲੇ ਨੂੰ ਮੈਂ ਸੋਚਦੀ ਹਾਂ ਵੀ ਇਹਦੇ ਚ ਕਿਵੇਂ ਹੋਰ ਚੀਜ਼ਾਂ ਪਾਈਆਂ ਜਾਣ ਤੇ ਇਹਨੂੰ ਇੱਕ ਫੁੱਲ ਲੈਂਥ ਪਲੇ ਬਣਾਇਆ ਜਾਵੇ, ਕਿਉਂਕਿ ਸਬਜੈਕਟ ਮੈਂ ਦੇਖਿਆ ਕਿ ਬਹੁਤ ਵੈਲਕਮ ਕੀਤਾ ਹੈ, ਬਹੁਤ ਅੱਛਾ ਲੱਗਿਆ। ਤੇ ਮੈਂ ਮੰਨਦੀ ਹਾਂ ਕਿ ਜੇ ਮੈਂ ਇਸ ਚੀਜ਼ ਨੂੰ ਇੰਨਾ ਕੁ ਨਿਭਾ ਪਾਈ ਹਾਂ ਤਾਂ ਸ਼ਾਇਦ ਇਹਨੂੰ ਮੈਂ ਹੋਰ ਜਸਟੀਫਾਈ ਕਰ ਸਕਾਂ, ਥੋੜਾ ਇਹਦੇ ਚ ਕੁਝ ਹੋਰ ਐਡ ਆਨ ਕਰਾਂ। ਬਿਲਕੁਲ ਕਰੋਗੇ। ਮੇਰਾ ਪਹਿਲਾ ਇੱਕ ਰਹੇਗਾ ਇਸ ਚੀਜ਼ ਦੀ ਤਰਫ, ਹੁਣ ਫਸਟ ਇੱਕ ਪ੍ਰੈਫਰੈਂਸ ਰਹੇਗੀ ਕਿ ਮੈਂ ਇਸ ਚੀਜ਼ ਵੱਲ ਜਾਵਾਂ। ਤੇ ਦੂਸਰਾ ਹੈ ਕਿ ਏਦਾਂ ਦੇ ਜਿਹੜੇ ਲਾਈਵ ਪ੍ਰੋਗਰਾਮਸ ਦੇ ਵਿੱਚ ਜਦੋਂ ਵੀ ਕੋਈ ਮੌਕਾ ਮਿਲੇ ਤੇ ਟੋਂਦੇ ਰਹੀਏ ਆਪਾਂ ਇੱਕ ਦੂਜੇ ਨੂੰ ਕਿ ਕਿੱਥੇ ਮੌਕਾ ਮਿਲ ਰਿਹਾ ਹੈ ਸਾਰਿਆਂ ਨਾਲ ਜੁੜਨ ਦਾ, ਤੇ ਕਿਵੇਂ ਜੁੜੀਏ, ਕੁਝ ਹੋਰ ਨਵੇਂ ਆਯਾਮ ਲੱਭੀਏ, ਕਿ ਕਿਵੇਂ ਆਪਾਂ ਘਰੇ ਹੀ ਸਟੇਜ ਕ੍ਰੀਏਟ ਕਰਕੇ ਸਾਰਿਆਂ ਨਾਲ ਜੁੜੀਏ, ਇੱਕ ਦੂਜੇ ਨੂੰ ਵੇਖੀਏ, ਇੱਕ ਦੂਜੇ ਦਾ ਕੰਮ ਵੇਖੀਏ। ਅੰਜਲੀ ਮੇਰੀ ਸੁਜੈਸ਼ਨ ਹੈ ਤੁਹਾਨੂੰ, ਜਿਹੜਾ ਤੁਸੀਂ ਇਹ ਟੌਪਿਕ ਦੇ ਉੱਤੇ ਛੋਟਾ ਜਿਹਾ, ਚਾਹੇ ਛੋਟੀ ਜਿਹੀ ਗੱਲਬਾਤ ਸੀ, ਪਰ ਜਿਵੇਂ ਸਾਡੇ ਬਾਕੀ ਜਿਹੜੇ ਸੰਵੇਦਨਸ਼ੀਲ ਰੰਗਕਰਮੀ ਨੇ ਉਹਨਾਂ ਦਾ ਜਿੱਦਾਂ ਦਾ ਰਿਸਪੌਂਸ ਆਇਆ, ਤੇ ਮੈਂ ਕਹਾਂਗਾ ਕਿ ਤੁਹਾਨੂੰ ਇੱਕ ਇਹ ਕੰਪਲੀਟ ਪਰਫੈਕਟ ਇੱਕ ਪੂਰਾ ਪਲੇ ਇਸ ਨੂੰ ਬਣਾ ਲੈਣਾ ਚਾਹੀਦਾ। ਮੈਨੂੰ ਸੁਜੈਸ਼ਨ ਹੁਣੇ ਬੈਠੇ ਬੈਠੇ ਆਈ ਹੈਗੀ। ਔਰ ਅੰਜਲੀ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ, ਬਹੁਤ ਸਾਰੀਆਂ ਗੱਲਾਂ, ਕਿਉਂਕਿ ਅਸੀਂ ਕਲਾਕਾਰ, ਤੁਸੀਂ ਸਾਰੇ ਰਹਿ ਜਾਂਦੀਆਂ ਨੇ, ਫਿਰ ਵੀ ਜਾਂਦੇ ਜਾਂਦੇ ਕੋਈ ਤੁਸੀਂ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ, ਸਾਡੇ ਹੋਰਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਕੋਈ ਹੋਵੇ, ਕੋਈ ਥਾਟ, ਕੋਈ ਤੱਥ ਤੁਸੀਂ ਸਾਂਝਾ ਕਰ ਸਕਦੇ? ਪਲੇ ਦੇ ਨਾਲ ਰਿਲੇਟਡ ਹੀ ਹੈ। ਕੁਝ ਫੀਮੇਲਸ ਨੂੰ ਇਹ ਚੀਜ਼ ਬਹੁਤ ਖੂਬਸੂਰਤ ਲੱਗੀ, ਉਹਨਾਂ ਦੇ ਦਿਲ ਨੂੰ ਛੂਈ, ਉਹਨਾਂ ਨੇ ਕਿਹਾ ਵੀ ਕਿ ਕਰੇਜੀਅਸ ਐਕਟ ਹੈ ਜਾਂ ਬੜਾ ਬੋਲਡ ਹੈ। ਮੇਰਾ ਮੰਨਣਾ ਇਹ ਹੈ ਕਿ ਆਦਮੀ ਹੋਵੇ ਜਾਂ ਔਰਤ ਹੋਵੇ, ਉਹ ਮੈਟਰ ਨਹੀਂ ਕਰਦਾ। ਸਾਨੂੰ ਹਰ ਕਿਸੇ ਨੂੰ ਹੱਕ ਹੈ ਕਿ ਅਸੀਂ ਆਪਣੀ ਹਰ ਜ਼ਰੂਰਤ ਨੂੰ ਪੂਰਾ ਕਰੀਏ, ਚਾਹੇ ਫਿਜ਼ੀਕਲ ਨੇ, ਚਾਹੇ ਮੈਂਟਲ ਨੇ, ਚਾਹੇ ਇਮੋਸ਼ਨਲ ਨੇ। ਸਾਡਾ ਇੱਕ ਸਮਾਜਿਕ ਢਾਂਚਾ ਹੈ ਜਿਹਦੇ ਵਿੱਚ ਰਹਿ ਕੇ ਅਸੀਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਾਂ, ਪਰ ਕਈ ਵਾਰ ਉਹ ਸਮਾਜਿਕ ਢਾਂਚਾ ਸਾਨੂੰ ਦੱਬਣ ਵੀ ਲੱਗ ਪੈਂਦਾ ਹੈ, ਤੇ ਉੱਥੇ ਸਾਨੂੰ ਇੱਕ ਕਰੇਜੀਅਸ ਐਕਟ ਦੀ ਲੋੜ ਹੈ ਕਿ ਉਸ ਢਾਂਚੇ ਤੋਂ ਬਾਹਰ ਜਾ ਕੇ ਵੀ ਅਸੀਂ ਕੁਝ ਆਪਣੇ ਨਵੇਂ ਆਯਾਮ ਬਣਾਈਏ, ਕੁਝ ਆਪਣੇ ਲਈ ਨਵਾਂ ਲੱਭੀਏ, ਆਪਣੇ ਆਪ ਨੂੰ ਲੈਟ ਆਊਟ ਕਰੀਏ, ਹੈ ਨਾ। ਡਿਪਰੈਸ ਰਹਿ ਕੇ ਆਪਣੇ ਜੀਵਨ 'ਚ ਹੀ ਕੁਝ ਚੀਜ਼ਾਂ ਅੰਦਰ ਹੀ ਘੁਲਦੇ ਰਹਿ ਕੇ, ਉਹ ਮੇਰਾ ਹੈ ਕਿ ਬਈ ਉਹ ਨਹੀਂ ਹੋਣਾ ਚਾਹੀਦਾ। ਮਤਲਬ ਵਨ ਨੀਡ ਟੂ ਬੀ ਕਰੇਜੀਅਸ। ਉਸ ਚੀਜ਼ ਤੋਂ ਬਾਹਰ ਆ ਕੇ ਅਸੀਂ ਕਿਉਂ ਨਾ ਕੋਈ ਨਵੀਂ ਚੀਜ਼ ਲੱਭੀਏ, ਵਾਏ ਅਸੀਂ ਉਹੀ ਜੋ ਸਾਡਾ ਗਿਣਿਆ ਮਿੱਥਿਆ ਚੀਜ਼ਾਂ ਪੁਰਾਣੀਆਂ ਸਮਾਜਿਕ ਢਾਂਚੇ 'ਚ ਚੱਲਦੀਆਂ ਆ ਰਹੀਆਂ ਨੇ, ਕਿਉਂ ਨਾ ਅਸੀਂ ਉਹਨਾਂ ਨੂੰ ਚੈਲੰਜ ਕਰੀਏ, ਮਿਲ ਜੁਲ ਕੇ ਚੈਲੰਜ ਕਰੀਏ, ਇੱਕ ਦੂਜੇ ਦੀ ਹੈਲਪ ਲਈਏ, ਇੱਕ ਦੂਜੇ ਦੀ ਸਪੋਰਟ ਬਣੀਏ। ਵਾਹ ਵਾਹ,
ਇਹ ਮੇਰਾ ਇੱਕ ਰਹੇਗਾ ਤੇ ਕੋਈ ਵੀ ਜਿਹੜੇ ਮੇਰੇ ਕੋ ਆਰਟਿਸਟ ਨੇ, ਮੇਰੇ ਵੱਡੇ ਨੇ, ਜਿਹੜੇ ਸੁਣ ਰਹੇ ਨੇ ਜਾਂ ਕੋਈ ਹੋਰ ਉਹਨਾਂ ਦੇ ਨੇੜੇ ਤੇੜੇ ਕੋਈ ਵੀ ਕਿੱਦਾਂ ਵੀ ਐਦਾਂ ਦੇ ਕਿਸੇ ਚੈਲੰਜ ਚੋਂ, ਇਮੋਸ਼ਨਲ ਮੈਂਟਲ ਚੈਲੰਜ ਚੋਂ ਗੁਜ਼ਰ ਰਿਹਾ ਹੋਵੇ, ਤਾਂ ਅਸੀਂ ਤਾਂ ਸਪੈਸੀਫਿਕ ਇੱਕ ਕੰਟਰੀਬਿਊਸ਼ਨ ਹੈ, ਅਸੀਂ ਕਾਉਂਸਲਿੰਗਸ ਦੇ ਜ਼ਰੀਏ, ਇੱਕ ਟਾਕ ਥੈਰੇਪੀ ਦੇ ਜ਼ਰੀਏ ਸਾਰਿਆਂ ਨਾਲ ਜੁੜਦੇ ਹਾਂ। ਤੇ ਉਹਨਾਂ ਨੂੰ ਤੁਸੀਂ ਪਲੀਜ਼ ਮੇਰਾ ਨੰਬਰ ਦਿਓ, ਉਹਨਾਂ ਨੂੰ ਜੋੜੋ, ਚਾਹੇ ਕੋਈ ਬੱਚਾ ਹੈ, ਚਾਹੇ ਕੋਈ ਮੇਲ ਹੈ, ਚਾਹੇ ਕੋਈ ਫੀਮੇਲ ਹੈ, ਜਿਹੜੇ ਜੁੜਨਾ ਚਾਹੁੰਦੇ ਨੇ, ਆਪਣੀਆਂ ਕਿਸੇ ਪ੍ਰੋਬਲਮਸ ਨਾਲ ਅੰਦਰ ਹੀ ਅੰਦਰ ਜੂਝ ਰਹੇ ਨੇ ਤੇ ਨਹੀਂ ਕੋਈ ਮਿਲ ਰਿਹਾ ਉਹਨਾਂ ਨੂੰ ਕਿ ਜਿਹਦੇ ਨਾਲ ਉਹ ਗੱਲਬਾਤ ਕਰ ਸਕਣ ਸੋਲੂਸ਼ਨ, ਤੇ ਉਹਨਾਂ ਨੂੰ ਪ੍ਰੋਫੈਸ਼ਨਲ ਤਰੀਕੇ ਦੀ ਇੱਕ ਸਪੋਰਟ ਦਿੱਤੀ ਜਾਏਗੀ ਵਿਦ ਅ ਪਰਸਨਲ ਟੱਚ। ਬਿਲਕੁਲ ਸਹੀ ਹੈ, ਉਹਨਾਂ ਨੂੰ ਬਿਲਕੁਲ ਇਹ ਸਹੀ। ਨਾ ਮਹਿਸੂਸ ਹੋਵੇ। ਇਹ ਇੱਕ ਮੇਰਾ ਮੈਸੇਜ ਜਾਂ ਰਿਕੁਐਸਟ ਤੁਸੀਂ ਕਹਿ ਲਓ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵਕਤ ਮੇਰੇ ਨਾਲ ਜੁੜੇ ਹੋਏ ਨੇ, ਕਿ ਤੁਸੀਂ ਜ਼ਰੂਰ ਆਪਣੇ ਆਸ-ਪਾਸ ਦੇ ਲੋਕਾਂ ਨੂੰ ਜੇ ਕੋਈ ਸਪੋਰਟ ਮੇਰੇ ਜ਼ਰੀਏ ਕਰ ਸਕੋ, ਆਈ ਵਿਲ ਬੀ ਹਾਈਲੀ ਥੈਂਕਫੁਲ ਦੈਟ ਫॉर दैट। ਅੰਜਲੀ, ਤੁਹਾਡੀਆਂ ਗੱਲਾਂ ਸੁਣ ਕੇ ਨਾ ਮੈਨੂੰ ਸ਼ੇਰ ਯਾਦ ਆ ਰਿਹਾ। ਸ਼ੇਰ ਨਹੀਂ, ਉਹ ਤੁੱਕ ਹੈ, ਬੜੀ ਕਾਮਨ, ਸਾਨੂੰ ਸਕੂਲਾਂ ਸਿਖਾਈ ਜਾਂਦੇ ਵੀ ਖੂਬ ਲੜੀ ਮਰਦਾਨੀ वो तो ਝਾਂਸੀ ਵਾਲੀ ਰਾਨੀ ਥੀ। ਤੁਹਾਡਾ ਜਿਹੜਾ ਹਿੰਮਤ ਔਰ ਤੁਹਾਡਾ ਕਰੇਜ ਆ ਉਹ ਬਹੁਤ ਮਾਸ਼ਾਅੱਲਾ, ਇਹ ਤੇ ਪ੍ਰਸ਼ੰਸਾਯੋਗ ਹੈ। ਬਣੇ ਰਹੋ, ਇਦਾਂ ਦੀ એનર્ਜੀ ਬਣਾਈ ਰੱਖੋ ਔਰ ਖੂਬਸੂਰਤ ਜ਼ਿੰਦਗੀ ਜੀਓ, ਆਪਣੀ ਸ਼ਰਤਾਂ ਤੇ ਜੀਓ। ਥੈਂਕ ਯੂ ਸੋ ਮਚ ਅੰਜਲੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ। ਨਹੀਂ, ਤੁਸੀਂ ਆਪਦੇ ਸਟੂਡੀਓ 'ਚ ਬੈਠੇ, ਸਾਡੇ ਸਟੂਡੀਓ ਦੇ ਨਾਲ ਤੁਸੀਂ ਜੁੜੇ। ਰਾਦਰ ਮੈਨੂੰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੀਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ, ਸਾਰਿਆਂ ਨਾਲ ਘਰੇ ਬੈਠੇ ਆਪਣੀ ਕੰਫਰਟ ਜ਼ੋਨ 'ਚ ਬੈਠੇ, ਦੇਖੋ ਆਪਾਂ ਸਾਰਿਆਂ ਨੂੰ ਮਿਲੇ, ਸਾਰਿਆਂ ਨਾਲ ਗੱਲਬਾਤ ਹੋਈ ਤੇ ਇੰਨੀ ਮੋਟੀਵੇਸ਼ਨ ਮਿਲੀ ਹੁਣ ਅੱਗੇ ਤੁਰਨ ਦੀ, ਅਗਲਾ ਵੱਡਾ ਕਦਮ ਚੁੱਕਣ ਦੀ। ਸੋ ਥੈਂਕ ਯੂ ਵੈਰੀ ਮਚ ਗੁਰਵਿੰਦਰ ਜੀ, ਤੁਹਾਡੀ ਸਾਰੀ ਟੀਮ ਨੂੰ, ਬਲਵਿੰਦਰ ਜੀ ਬਹੁਤ ਸ਼ੁਕਰੀਆ ਇਸ ਸੋਹਣੀ ਗੱਲਬਾਤ ਲਈ, ਤੇ ਮੇਰੀ ਸਾਰੀ ਆਡੀਅנס ਜਿਹੜੀ ਮੈਨੂੰ ਦੇਖ ਰਹੀ ਹੈ, ਤੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਇਹ ਡਿਜੀਟਲ ਥੀਏਟਰ ਜਿਹੜਾ ਹੈਗਾ ਨਹੀਂ ਜਾਂਦਾ, ਕਰੋਨਾ 2 ਮਹੀਨੇ 3 ਮਹੀਨੇ ਕੋਈ ਗੱਲ ਨਹੀਂ, ਆਪਾਂ ਡਿਜੀਟਲ ਥੀਏਟਰ ਨੂੰ ਪ੍ਰਫੁੱਲਿਤ ਕਰਨ ਬਾਰੇ, ਇਹਨੂੰ ਹੋਰ ਵਧਾਉਣ ਬਾਰੇ ਕੁਝ ਨਵੀਆਂ ਸਕੀਮਸ ਲਗਾਈਏ, ਜੋੜ ਮੇਲ ਕਰੀਏ ਤੇ ਇਹਨੂੰ ਅੱਗੇ ਵਧਾਈਏ। ਇਹ ਮੇਰੀ ਇੱਕ ਸਾਰਿਆਂ ਨੂੰ ਗੁਜ਼ਾਰਿਸ਼ ਹੈ ਤੇ ਮੇਰੀ ਇੱਕ ਅੰਦਰੋਂ ਦਿਲ ਦੀ ਚਾਹਤ ਵੀ ਹੈ। ਥੈਂਕ ਯੂ ਅੰਜਲੀ, ਥੈਂਕ ਯੂ ਸੋ ਮਚ, ਮਿਹਰਬਾਨੀ ਤੁਹਾਡੀ। ਇਹ ਸਨ ਅੰਜਲੀ ਸਿੰਘ। ਊਰਜਾ ਤੇ એનર્ਜੀ ਤੇ ਹੱਲਾਸ਼ੇਰੀ, ਹੌਸਲਾ, ਕਰੇਜ ਵਾਲੀ ਕੁੜੀ। ਇੱਦਾਂ ਦੇ ਜਦੋਂ ਨਵੇਂ ਰੰਗ ਕਰਮੀਆਂ ਨੂੰ, ਕਲਾਕਾਰਾਂ ਨੂੰ ਮਿਲਦੇ ਹਾਂ, ਗੱਲਬਾਤ ਹੁੰਦੀ ਹੈ, ਤਾਂ ਸੱਚਮੁੱਚ ਇਸ ਨੋਟ ਦੇ ਉੱਤੇ ਮੈਂ ਹਮੇਸ਼ਾ ਸਮਾਪਨ ਕਰਨਾ ਕਿ ਮੇਰੀ ਖੁਦ ਦੀ એનર્ਜੀ ਬੜੀ ਵੱਧ ਜਾਂਦੀ ਹੈ। ਮੈਨੂੰ ਕਿਤੇ ਨਾ ਕਿਤੇ ਕਿੰਨੀਆਂ ਮੈਨੂੰ ਹਦਾਇਤਾਂ ਮਿਲ ਰਹੀਆਂ, ਇਸ ਲਈ ਮੈਂ ਆਪਣੇ ਡਾਇਲੋਗ ਨੂੰ ਰੋਕ ਕੇ ਮੇਰੇ ਡਾਇਰੈਕਟਰ ਨੂੰ ਸੁਣ ਰਿਹਾ ਸੀਗਾ। ਔਰ ਇਹ ਜਿਹੜੀ ਮੈਨੂੰ ਖੁਦ ਨੂੰ એનર્ਜੀ ਮਿਲਦੀ ਹੈ, ਤੇ ਸੱਚਮੁੱਚ ਮੈਨੂੰ ਮੇਰਾ 4 ਦਿਨ 5 ਦਿਨ ਜਦੋਂ ਤੱਕ ਮੇਰੇ ਅਗਲੇ ਇੰਟਰਵਿਊ ਦਾ ਟਾਈਮ ਹੁੰਦਾ, ਮੈਂ ਹਮੇਸ਼ਾ ਗੁਰਵਿੰਦਰ ਨੂੰ ਕਹਿੰਦਾ, ਯਾਰ ਹਫ਼ਤੇ 'ਚ ਇੱਕ ਅੱਧੀ ਇੰਟਰਵਿਊ ਮੈਨੂੰ ਲਾਈ ਰੱਖਿਆ ਕਰ, ਇਹਦੇ ਨਾਲ ਮੇਰਾ ਜਿਹੜਾ ਹਫ਼ਤਾ ਉਹ ਬੜਾ ਸੋਹਣਾ ਨਿਕਲ ਜਾਂਦਾ ਹੁੰਦਾ। ਔਰ ਇਸੇ ਰੰਗਮੰਚ ਦੇ ਵਿੱਚ ਤੁਹਾਡੇ ਵੀ ਆਸ-ਪਾਸ ਜੇ ਇਸ ਤਰ੍ਹਾਂ ਦੇ ਕਲਾਕਾਰ, ਅੰਜਲੀ ਸਿੰਘ ਵਰਗੀਆਂ ਕੁੜੀਆਂ ਰੰਗਮੰਚ ਧੜੱਲੇ ਵਾਲੀਆਂ ਜਿਹੜੀਆਂ ਇਸ ਮੰਚ ਨੂੰ, ਇਸ ਸਟੇਜ ਨੂੰ ਅੱਗੇ ਲੈ ਕੇ ਆ ਰਹੀਆਂ ਨੇ, ਤੁਹਾਡੇ ਆਸ-ਪਾਸ ਵੀ ਹੁਣ ਤੇ ਲਾਜ਼ਮੀ ਤੌਰ ਤੇ ਤੁਸੀਂ ਸੁਜੈਸਟ ਕਰ ਸਕਦੇ ਹੋ ਉਹਨਾਂ ਦਾ ਨਾਮ, ਉਹਨਾਂ ਨੂੰ ਹੱਲਾਸ਼ੇਰੀ ਦੇ ਸਕਦੇ ਹੋ, ਉਹਨਾਂ ਦੇ ਕੰਮ ਨੂੰ ਐਪਰੀਸ਼ੀਏਟ ਕਰ ਸਕਦੇ ਹੋ। ਕੋਈ ਮੰਚ ਗੀਤ ਉਹ ਬਣਾਉਂਦੇ ਨੇ, ਕੋਈ ਪਰਫਾਰਮੈਂਸ ਦਿੰਦੇ ਨੇ, ਕੁਝ ਹੋਰ ਏਦਾਂ ਦੀਆਂ ਮੰਚ ਨੂੰ ਲੈ ਕੇ ਜਿਹੜੀਆਂ ਸੁਜੈਸ਼ਨਸ ਨੇ, ਇਹ ਖੁੱਲ੍ਹਾ, ਇਹਦੇ ਲਈ ਕੋਈ ਅਸੀਂ ਬੈਰੀਕੇਡਿੰਗ ਨਹੀਂ ਕੀਤੀ, ਕੋਈ ਅਸੀਂ ਉਸਦੀ ਆਊਟਲਾਈਨਿੰਗ ਨਹੀਂ ਬਣਾਈ, ਇਹਦੀ ਕੋਈ ਸੀਮਾ ਨਿਰਧਾਰਿਤ ਨਹੀਂ ਕੀਤੀ, ਇਹਦੀਆਂ ਕੋਈ ਹੱਦਾਂ ਸਰਹੱਦਾਂ ਨਹੀਂ ਹੈਗੀਆਂ। ਤੁਸੀਂ ਉਹਨਾਂ ਨੂੰ ਇਸ ਰੰਗਮੰਚ ਨਾਲ ਜੋੜ ਸਕਦੇ ਹੋ ਆਪਣੇ ਬਿਹਾਫ ਤੇ। ਜਿੰਨੇ ਸਾਡੇ ਜਿਹੜੇ ਦਰਸ਼ਕ ਨੇ, ਜਿੰਨੇ ਸਾਨੂੰ ਫੋਨ ਦੇ ਉੱਤੇ ਸਾਨੂੰ ਹੱਲਾਸ਼ੇਰੀ ਦਿੰਦੇ ਨੇ, ਉਹ ਵੀ ਖੁਦ ਉਹ ਆਪਣਾ ਨੰਬਰ, ਆਪਣਾ ਕੰਟੈਕਟ ਜਾਂ ਕਿਸੇ ਦਾ ਵੀ ਸਾਨੂੰ ਦੇ ਸਕਦੇ ਆ ਨੰਬਰ, ਅਸੀਂ ਉਸ ਨੂੰ ਸੁਜੈਸ਼ਨ ਨੂੰ ਆਪਣੇ ਨਾਲ ਰੱਖਾਂਗੇ। ਔਰ ਅਗਲੀ ਚੀਜ਼ ਇੱਕ ਹੋਰ, ਕਿਉਂਕਿ ਰੰਗਮੰਚ, ਵਰਚੁਅਲ ਮੰਚ ਨੂੰ ਚਲਾਉਣਾ, ਜਿਹੜੀ ਸਾਡੀ ਕੰਪਿਊਟਰ ਹੈ, ਜਿਹੜੀ ਸਾਡੀ ਐਡੀਟਿੰਗ ਟੇਬਲ ਹੈ, ਜਿਹੜਾ ਸਾਡਾ ਇੰਟਰਨੈਟ ਹੈ, ਜਿਹੜਾ ਸਾਡਾ ਬ੍ਰੌਡਬੈਂਡ ਹੈ, ਉਹਦੇ ਤੇ ਕਾਫੀ ਸਾਰੀ ਮਿਹਨਤ ਤਾਂ ਲੱਗਦੀ ਹੈ, ਲੇਕਿਨ ਕੁਝ ਖਰਚੇ ਵੀ ਹੁੰਦੇ ਨੇ। ਔਰ ਤੁਹਾਨੂੰ ਪਤਾ ਵੀ ਰੰਗ ਕਰਮੀਆਂ ਦੀਆਂ ਜਿਹੜੀਆਂ ਜੇਬਾਂ ਹੁੰਦੀਆਂ ਨੇ, ਉਹ ਬਾਲੀਆਂ ਹੈਵੀ ਨਹੀਂ ਹੁੰਦੀਆਂ, ਉਹ ਵਿਚਾਰੀਆਂ ਹਲਕੀਆਂ ਹੀ ਰਹਿੰਦੀਆਂ ਨੇ। ਔਰ ਕੁਝ ਦੋਸਤਾਂ ਨੇ ਉਹ ਜਿਹੜਾ ਸਾਡੀ ਬੈਂਕ ਡਿਟੇਲ ਮੰਗੀ ਹੈ ਇਸ ਵਰਚੁਅਲ ਮੰਚ, ਬੋਹੇਮੀਆ ਮੰਚ ਦੀ, ਔਰ ਜੇ ਉਹ ਕਿਸੇ ਇਸ ਕਿਸਮ ਦੀ ਹੈਲਪ ਕਰਨਾ ਚਾਹੁੰਦੇ ਆ ਤਾਂ ਸਾਡੇ ਬੋਹੇਮੀਆ ਮੰਚ ਦੇ ਜਿਹੜੇ ਫੇਸਬੁੱਕ ਦੇ
ਅਪਡੇਟਸ ਨੇ ਜਾਂ ਵਾਲ ਦੇ ਉੱਤੇ ਉਹ ਲਿੰਕ ਲਾਜ਼ਮੀ ਤੌਰ ਤੇ ਸ਼ੇਅਰ ਕੀਤਾ ਹੋਏਗਾ, ਔਰ ਬਕਾਇਦਾ ਇੱਕ ਪਾਰਦਰਸ਼ਿਤਾ ਨਾਲ, ਇੱਕ ਟਰਾਂਸਪੇਰੈਂਸੀ ਨਾਲ ਅਸੀਂ ਉਹ ਸਾਰਾ ਜਿਹੜਾ ਵੀ ਤੁਸੀਂ ਸਾਨੂੰ ਇਸ ਦੀ ਰੋਜ਼ਾਨਾ ਜਾਂ ਜਿਹੜੀ ਮਾਲੀ ਇਮਦਾਦ ਕਰੋਗੇ, ਅਸੀਂ ਉਸ ਦਾ ਹਿਸਾਬ ਕਿਤਾਬ ਤੁਹਾਡੇ ਸਾਹਮਣੇ ਵੀ ਰੱਖਾਂਗੇ। ਔਰ ਇਸ ਵਰਚੁਅਲ ਮੰਚ ਨੂੰ ਕਿਉਂਕਿ ਇਹ ਇਦਾਂ ਦੀ ਵੀ ਹੱਲਾਸ਼ੇਰੀ ਮਿਲਦਾ ਰਹੇ ਤਾਂ ਸ਼ਾਇਦ ਅਸੀਂ ਇਸ ਜਿਹੜਾ ਪਹਿਲਾ ਅੰਤਰਰਾਸ਼ਟਰੀ ਆਨਲਾਈਨ ਇਹ ਰੰਗਮੰਚ ਹੈ, ਇਸ ਦੀ ਅਗਲੀ ਕੜੀ ਜਾਂ ਅਗਲਾ ਸੋਹਣਾ ਵਰਜਨ ਜਿਹੜਾ ਹੋਰ ਸੋਹਣੇ ਕਲਾਕਾਰਾਂ ਦਾ ਸੁਮੇਲ ਅਸੀਂ ਬਣਾ ਕੇ ਤੁਹਾਡੇ ਰੂਬਰੂ ਇਸ ਪ੍ਰੋਗਰਾਮ ਤੋਂ ਅਗਲੇ ਪ੍ਰੋਗਰਾਮ, ਅਗਲੇ ਮੇਲੇ 'ਚ ਵੀ ਅਸੀਂ ਕਰ ਸਕਦੇ, ਜਿਹਨੂੰ ਅਸੀਂ ਨੈਕਸਟ ਇਹਦਾ ਪਾਰਟ 2 ਕਹਿ ਸਕਦੇ ਹਾਂ ਜਾਂ ਪਾਰਟ 3 ਕਹਿ ਸਕਦੇ ਹਾਂ। ਇਸ ਲਈ ਇਹ ਤੁਸੀਂ ਵੀ ਸੋਚੋ ਜਿਹੜੀ ਮੈਂ ਗੱਲ ਮਾਲੀ ਇਮਦਾਦ ਦੀ ਗੱਲ ਕੀਤੀ ਹੈ। ਔਰ ਇਸ ਤੋਂ ਇਲਾਵਾ ਇਹ ਜਿਵੇਂ ਅੰਜਲੀ ਸਿੰਘ ਹੋਰਾਂ ਨਾਲ ਗੱਲ ਕੀਤੀ ਜਾਂ ਹਰ ਰੋਜ਼ ਅਸੀਂ ਨਵੇਂ ਕਲਾਕਾਰ ਨਾਲ ਗੱਲ ਕਰਦੇ ਹਾਂ, ਤੇ ਪਲੀਜ਼ ਇਸ ਨੂੰ ਪੋਜ਼ਿਟਿਵਲੀ ਰੱਖਣਾ। ਔਰ ਜਿਹੜੀ ਮੈਂ ਪਰਸਨਲੀ ਦੇਖਦਾ ਕਿ ਕਈ ਵਾਰੀ ਕਿਸੇ ਦਾ ਨਾਮ ਕਿਸੇ ਵਾਲ ਤੋਂ ਕਿਤੇ ਲੈ ਹੋ ਗਿਆ, ਕਿਤੇ ਰਹਿ ਹੋ ਗਿਆ, ਤਾਂ ਪਲੀਜ਼ ਉਸਨੂੰ ਮਨ ਤੇ ਨਾ ਲਾਇਆ ਕਰੋ। ਕਿਸੇ ਅਗਲੇ ਦਿਨ ਮੈਂ ਉਹਨਾਂ ਦਾ ਨਾਮ 2 ਵਾਰੀ ਲੈ ਲਾਂਗਾ, ਕੋਈ ਏਦਾਂ ਦੀ ਕੋਈ ਗੱਲ ਨਹੀਂ ਹੋਏਗੀ। ਔਰ ਤੁਸੀਂ ਹੱਲਾਸ਼ੇਰੀ ਦਿੰਦੇ ਰਹਿੰਦੇ ਹੋ, ਮੈਨੂੰ ਵੀ ਐਪਰੀਸ਼ੀਏਟ ਕਰਦੇ ਰਹਿੰਦੇ ਹੋ, ਗੁਰਵਿੰਦਰ ਨੂੰ ਵੀ ਕਰਦੇ ਰਹਿੰਦੇ ਹੋ। ਕਦੇ ਕਦੇ ਇਹ ਹੱਲਾਸ਼ੇਰੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਵੀ ਮੈਂ ਤੇ ਖੁਦ ਹੀ ਆਪਣਾ ਨਾਮ ਉੱਤੇ ਪੜ੍ਹਦਾ ਨਹੀਂ ਹੈਗਾ ਵੀ ਨਹੀਂ ਯਾਰ ਚੰਗਾ ਜਿਹਾ ਨਹੀਂ ਲੱਗਦਾ। ਬਟ ਜਿਹੜਾ ਸਾਡਾ ਕਲਾਕਾਰ ਆਉਂਦਾ, ਕਿਉਂਕਿ ਉਹ ਇੱਕ ਦਿਨ ਲਈ ਆਉਂਦਾ, ਅਸੀਂ ਤੇ ਰੋਜ਼ ਵਾਂਗੂ ਹੀ ਹੁੰਦੇ ਹਾਂ, ਇਸ ਲਈ ਉਹਨਾਂ ਲਈ ਹੱਲਾਸ਼ੇਰੀ ਬਹੁਤ ਲਾਜ਼ਮੀ ਹੁੰਦੀ ਹੈ। ਔਰ ਜਦੋਂ ਕਿਤੇ ਕਨੈਕਸ਼ਨ ਟੁੱਟਦਾ ਜਾਂ ਕੁਛ ਬ੍ਰੇਕ ਹੁੰਦਾ ਤੇ ਉਦੋਂ ਵੀ ਪਲੀਜ਼ ਮਾਈਂਡ ਨਾ ਕਰਿਆ ਕਰੋ। ਤੁਹਾਨੂੰ ਪਤਾ ਵੀ ਉਹ ਜਿਹੜੀ ਦੂਰਦਰਸ਼ਨ ਵਾਲੀ ਤਖਤੀ ਹੈ ਵੀ ਰੁਕਾਵਟ ਦੇ ਲਈ ਖੇਡ ਆ, ਉਹ ਸਾਡੇ ਸਾਰਿਆਂ ਦੇ ਜ਼ਿਹਨ 'ਚ ਬੈਠੀ ਹੈ, ਕਿਉਂਕਿ ਉਹ ਸਾਨੂੰ ਪਤਾ ਵੀ ਟੈਕਨੀਕੈਲਿਟੀ ਹੁੰਦੀ ਹੈ। ਅੱਜ ਲਈ ਇੰਨਾ ਹੀ। ਕੱਲ ਜਿਹੜੇ ਕੁਛ ਅਸੀਂ ਕਲਾਕਾਰ ਜਿਹੜੇ ਕੱਲ ਸ਼ਾਇਦ ਮੈਨੂੰ ਜਿੱਥੇ ਯਾਦ ਹੈ 27ਵਾਂ ਦਿਨ ਹੋਏਗਾ ਇਹ ਕੱਲ ਦਾ, ਅੱਜ 26ਵਾਂ ਦਿਨ ਸੀਗਾ। ਅਸੀਂ ਉਹ ਜਿਹੜੇ ਕੱਲ 27ਵੇਂ ਦਿਨ ਦੇ ਵਿੱਚ ਜਿਹੜੇ ਕਲਾਕਾਰ ਤੁਹਾਡੇ ਰੂਬਰੂ ਹੋਣਗੇ, ਉਹਨਾਂ ਦੇ ਵਿੱਚ ਜਿਹੜੇ ਸੁਨਹਿਰੀ ਬੋਲ ਨੇ ਉਹ ਮੁਸ਼ਤਾਕ ਸਰ ਹੋਰੀ ਕਰਨਗੇ, ਮੁਸ਼ਤਾਕ ਕਾਕ ਹੋਰੀ। ਔਰ ਰੂਬਰੂ ਜਿਹੜਾ ਹੋਏਗਾ, ਜਿਹੜਾ ਮੇਰੇ ਵਾਲੀ ਡਿਊਟੀ ਜਿਹੜੀ ਹੋਏਗੀ, ਉਹ ਸ਼ਾਇਦ ਸ਼ੁਕਰਗੁਜ਼ਾਰ ਹੋਰੀ, ਜਿਹੜਾ ਉਹਨਾਂ ਦਾ ਨਾਮ ਹੈ, ਨਾਮ ਹੀ ਬੜਾ ਸੋਹਣਾ ਸ਼ੁਕਰਗੁਜ਼ਾਰ। ਔਰ ਜਿਹੜੇ ਪੇਸ਼ੇ ਨਜ਼ਰ ਹੋਣਗੇ, ਜਿਹੜੇ ਕਲਾਕਾਰ ਹੋਣਗੇ, ਉਹਨਾਂ ਦਾ ਨਾਮ ਪੰਕਜ ਸ਼ਰਮਾ ਜੀ ਨੇ। ਹਾਂ, ਜੰਮੂ ਦੀ ਟੀਮ ਹੈ ਔਰ ਅਲੱਗ-ਅਲੱਗ ਖੇਤਰਾਂ, ਜਦੋਂ ਕਿਹਾ ਸੀ ਵੀ ਦਿੱਲੀ ਤੋਂ ਵੀ ਸਾਡੇ ਨਾਲ ਕਿੰਨੇ ਲੋਕ ਜੁੜੇ, ਆਸਟ੍ਰੇਲੀਆ ਤੋਂ ਜੁੜੇ, ਚੰਡੀਗੜ੍ਹ ਤੋਂ ਜੁੜੇ, ਅੰਮ੍ਰਿਤਸਰ ਤੋਂ ਜੁੜੇ, ਤੇ ਹੋਰ ਪੰਜਾਬ, ਬਠਿੰਡਾ, ਅਬੋਹਰ, ਬਰਨਾਲੇ ਤੋਂ ਵੀ ਜੁੜੇ। ਇਹ ਸਾਰਿਆਂ ਤੋਂ ਇਲਾਵਾ ਇਹ ਜੰਮੂ ਦੀ ਇੱਕ ਕੱਲ ਦੀ ਜਿਹੜੀ ਇੱਕ ਖੇਮੇਬਾਜ਼ੀ ਤਾਂ ਨਹੀਂ ਕਹੂੰਗਾ, ਇੱਕ ਟੀਮ ਵਾਂਗੂ ਹੀ ਆ, ਨੇੜੇ ਤੇੜੇ ਦੇ ਹੋਣਗੇ, ਉਹ ਰੂਬਰੂ ਹੋਣਗੇ। ਔਰ ਇਹ ਇੱਕ ਤਰ੍ਹਾਂ ਨਾਲ ਜਿਹੜਾ ਅਸੀਂ ਅੰਤਰਰਾਸ਼ਟਰੀ ਇੰਟਰਨੈਸ਼ਨਲ ਬਣਾਇਆ ਨਾ, ਉਹਦਾ ਇਹ ਸਬੂਤ ਅਸੀਂ ਤੁਹਾਡੇ ਰੂਬਰੂ ਕਰਾਂਗੇ। ਥੈਂਕ ਯੂ ਸੋ ਮਚ। ਮੇਰੀਆਂ ਗੱਲਾਂ ਮੇਰੀ ਮੁੱਕਦੀਆਂ ਨਹੀਂ। ਮੈਂ ਇੱਕ ਬੇਸਿਕਲੀ ਅਧਿਆਪਕ ਹਾਂ, ਮੈਨੂੰ 40 ਮਿੰਟ ਜਾਂ 2 ਬੋਲਣ ਦਾ, 40-80 ਮਿੰਟ ਬੋਲਣ ਦਾ ਹੁੰਦਾ, ਲੇਕਿਨ ਫਿਰ ਵੀ ਮੇਰਾ ਜਿਹੜਾ ਇੱਕ ਘੜੀ ਦਾ ਦਾਇਰਾ, ਉਹਦੇ ਵਿੱਚ ਰਹਿਣਾ ਮੇਰੇ ਲਈ ਵੀ ਜ਼ਰੂਰੀ ਹੁੰਦਾ, ਕਿਉਂਕਿ ਇਹ ਅਨੁਸ਼ਾਸਨ ਹੁੰਦਾ। ਵਰਨਾ ਅਨੁਸ਼ਾਸਨ ਤੋਂ ਬਾਹਰ ਨਿਕਲ ਕੇ ਫਿਰ ਉਹ ਗੱਲਬਾਤ ਹੋਰ ਹੁੰਦੀ ਹੈ। ਥੋੜ੍ਹੀ ਜਿਹੀ ਸ਼ਾਇਦ ਜ਼ਰੂਰ ਲੈ ਲੈਣਾ, ਮੈਨੂੰ ਪਿੱਛੋਂ ਇੰਸਟਰਕਸ਼ਨ ਆਉਂਦੀਆਂ ਨੇ ਮੇਰੇ ਜਿਹੜੇ ਹਦਾਇਤਕਾਰ ਨੇ, ਪਰ ਫਿਰ ਵੀ ਉਹ ਪਿਆਰ ਨਾਲ ਮੈਂ ਉਹਨਾਂ ਨੂੰ ਮਨਾ ਲੈਣਾ ਪ੍ਰੋਗਰਾਮ ਦੇ ਕੱਟ ਤੋਂ ਬਾਅਦ ਹੀ। ਮੈਂ ਕਹਿ ਦਿੰਦਾ ਯਾਰ ਕੋਈ ਗੱਲ ਨਹੀਂ। ਤੇ ਤੁਸੀਂ ਸਾਰੇ, ਕਿਉਂਕਿ ਫੈਮਿਲੀ ਆ ਘਰੋਂ, ਔਰ ਸਾਰੇ ਅਸੀਂ ਜੁੜੇ ਹੋਏ ਹਾਂ, ਜੁੜੇ ਰਵਾਂਗੇ, ਕੱਲ ਨੂੰ ਵੀ ਜੁੜਾਂਗੇ, ਪਰਸੋਂ ਵੀ ਜੁੜਾਂਗੇ। ਔਰ ਮੈਨੂੰ ਲੱਗਦਾ ਅਸੀਂ ਪੂਰਾ 7 ਦਿਨਾਂ ਕਰਦੇ ਪੂਰਾ ਮਹੀਨਾ ਪੂਰਾ ਕਰ ਲਵਾਂਗੇ। ਔਰ ਹਾਂ ਇਹ ਮਹੀਨਾ ਪੂਰਾ ਹੋ ਜਾਏਗਾ। ਔਰ ਇਹ ਸਿਰਫ ਔਰ ਸਿਰਫ ਦਰਸ਼ਕੋ, ਸਰੋਤਿਓ, ਤੁਹਾਡੀ ਹੱਲਾਸ਼ੇਰੀ, ਤੁਹਾਡਾ ਸਾਹਸ, ਤੁਹਾਡਾ ਹੌਸਲਾ, ਔਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਚੱਕ ਦਿਓ ਫੱਟੇ, ਕੋਈ ਗੱਲ ਨਹੀਂ, ਅਸੀਂ ਨਾਲ ਖੜੇ ਹਾਂ। ਔਰ ਜਿਹੜਾ ਤੁਹਾਡਾ ਨਾਲ ਹੋਣ ਦਾ ਅਹਿਸਾਸ ਹੈ, ਸੱਚ ਪੁੱਛੋ, ਉਹ ਬਹੁਤ ਵੱਡਾ ਅਹਿਸਾਸ ਹੁੰਦਾ। ਉਹ ਡਿੱਗਦਿਆਂ ਨੂੰ ਵੀ ਨਹੀਂ ਡਿੱਗਣ ਦਿੰਦਾ, ਉਹ ਟੁੱਟਦਿਆਂ ਨੂੰ ਵੀ ਨਹੀਂ ਟੁੱਟਣ ਦਿੰਦਾ। ਭਾਵੇਂ ਜਿੰਨਾ ਮਰਜ਼ੀ ਹੋਵੇ, ਬੰਦਾ ਤੁਰਿਆ ਹੀ ਰਹਿੰਦਾ। ਔਰ ਇਸ ਤੁਰਦਿਆਂ ਸ਼ਾਇਦ ਅਸੀਂ ਆਪਦੀਆਂ ਜਿਹੜੀਆਂ ਮੰਜ਼ਿਲਾਂ ਨੇ, ਆਪਦੀਆਂ ਜਿਹੜੀਆਂ ਸਰੇ ਰਾਹ ਹੈ, ਅਸੀਂ ਉੱਥੇ ਤੱਕ ਪਹੁੰਚ ਜਾਵਾਂਗੇ ਇਨਸ਼ਾਅੱਲਾ। ਥੈਂਕ ਯੂ ਸੋ ਮਚ। ਮੇਰੀਆਂ ਗੱਲਾਂ ਨੂੰ ਮੈਂ ਅੱਜ ਇੱਥੇ ਹੀ ਵਿਰਾਮ ਦਿੰਦਾ, ਔਰ ਤੁਸੀਂ ਸੁਣਦੇ ਰਹੋ। ਜੈ ਪੰਜਾਬ, ਜੈ ਰੰਗਮੰਚ। ਤੁਸੀਂ ਜਿਉਂਦੇ ਰਹੋ, ਪੰਜਾਬ ਜਿਉਂਦਾ ਰਹੇ, ਹੱਸਦਾ ਵਸਦਾ। ਥੈਂਕ ਯੂ ਸੋ ਮਚ। ਮਿਹਰਬਾਨੀ। ਇੱਕ ਲੜਾਈ ਹੱਕਾਂ ਉੱਤੇ ਫੌਜੀ ਲੜਨ ਹਜ਼ਾਰਾਂ, ਦੂਜੀ ਤੰਗੀਆਂ ਮਾਰੇ ਲੋਕੀ ਨਾਲ ਲੜਨ ਸਰਕਾਰਾਂ, ਤੀਜੀ ਵਿੱਚ ਸਿਰ ਪਾੜ ਭਾਈ ਦਾ ਭਾਈ ਮਾਰਦੇ ਤਾਰਾਂ, ਚੌਥੀ ਜੀ ਦੀਆਂ
ਦੀਆਂ ਸਾਨੂੰ ਯਾਰੋ ਚੌਥੀ ਜੀ ਦੀਆਂ ਸਾਨੂੰ ਯਾਰੋ ਨਾ ਖਬਰਾਂ ਨਾ ਸਾਰਾ ਵਿੱਚ ਘਰਾਂ ਦੇ ਲੜਨ ਕੱਲੀਆਂ ਨਸ਼ੇ ਖੋਰਾਂ ਦੀਆਂ ਨਾਰਾਂ ਘੱਟਾ ਢੋ ਰਹੀਆਂ ਬੇਕਦਰਾਂ ਦੀਆਂ ਨਾਰਾਂ ਘੱਟਾ ਢੋ ਰਹੀਆਂ ਬੇਕਦਰਾਂ ਦੀਆਂ ਨਾਰਾਂ ਸੂਲੀ ਉੱਤੇ ਰਹਿਣ ਇਹ ਟੰਗੀਆਂ ਕੋਮਲ ਸੋਲ ਮੁਟਿਆਰਾਂ ਭੱਠੀ ਵਾਂਗਰਾਂ ਰਹਿਣ ਇਹ ਤਪੀਆਂ ਨਸ਼ੇ ਖੋਰਾਂ ਦੀਆਂ ਨਾਰਾਂ ਸੂਲੀ ਉੱਤੇ ਰਹਿਣ ਇਹ ਚੜੀਆਂ ਸੂਲੀ ਉੱਤੇ ਰਹਿਣ ਇਹ ਚੜੀਆਂ ਕੋਮਲ ਸੋਲ ਮੁਟਿਆਰਾਂ ਉਹ ਘੱਟਾ ਢੋ ਰਹੀਆਂ ਬੇਕਦਰਾਂ ਦੀਆਂ ਨਾਰਾਂ ਘੱਟਾ ਢੋ ਰਹੀਆਂ ਬੇਕਦਰਾਂ